पिछले साल भी बड़ियां वड्डियां मुश्किलों के विचों लंघना पिया सी लोगों को। इस बार भी लंघना पै रहा, खास तौर पर जिहड़े PR ने, जिहड़े इंटरनेशनल स्टूडेंट हैगे ने, आरजी कामे हैगे ने। जी डैडी डेली पूछते कदों आना कदों आना कदों आना। ਉਹ ਕਹਿ ਦਿੰਦੇ ਕਿ ਤੁਸੀਂ ਇਮੀਗ੍ਰੇਸ਼ਨ ਵਾਲਿਆਂ ਨਾਲ ਗੱਲ ਕਰੋ ਤੇ ਇਮੀਗ੍ਰੇਸ਼ਨ ਵਾਲੇ ਕੋਈ ਜਵਾਬ ਨਹੀਂ ਦਿੰਦੇ। ਉਹ ਕਹਿੰਦੇ ਕਿ ਨਹੀਂ ਅਸੀਂ ਤੁਹਾਡਾ ਡਿਸੀਜਨ ਬਣਾਤਾ ਤੇ ਅਸੀਂ ਇਹਦੇ ਵਿੱਚ ਅੱਗੇ ਕੋਈ ਹੋਰ ਉਹ ਨਹੀਂ ਕਰ ਸਕਦੇ। ਬਟ ਜਦੋਂ ਤੋਂ ਵੀਜ਼ਾ ਡਿਕਲਾਈਨ ਵਾਲੀ ਚੀਜ਼ ਹੋਈ ਹੈ ਨਾ ਕਿ ਉਹ ਕੁਛ ਅਪਰੂਵ ਹੀ ਨਹੀਂ ਕਰ ਰਹੇ, ਉਹ ਸਾਰੀਆਂ ਚੀਜ਼ਾਂ ਟੁੱਟ ਗਈਆਂ, ਉਹ ਸਾਰੇ ਸੁਪਨੇ ਹੀ ਟੁੱਟ ਗਏ। ਹੁਣ ਭਾਜੀ ਬਸ ਇੱਕ ਤਰ੍ਹਾਂ ਦੇ ਇੱਥੇ ਹੁਣ ਤੇ ਚਲੋ ਇਹ ਤੇ ਸਟਕ ਹੈਗੀ, ਹੁਣ ਨਾਲ ਮੈਂ ਵੀ ਸਟਕ ਹੋ ਗਿਆ ਨਾ, ਕਿਉਂਕਿ ਹੁਣ ਸਿਟੀਜ਼ਨ ਜਾ ਸਕਦੇ ਤੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਜਾ ਸਕਦੇ। ਸਭ ਤੋਂ ਵੱਡੀ ਮੁਸ਼ਕਿਲ ਤੇ ਇਹ ਆ ਕਿ ਘਰ ਦਾ ਰੈਂਟ ਜਾ ਰਿਹਾ ਉੱਥੇ ਹੈ ਨਾ, $560 560 ਪਰ ਵੀਕ ਮੇਰਾ ਰੈਂਟ ਜਾ ਰਿਹਾ ਉੱਥੇ। ਹਾਂਜੀ, ਹਾਰਡ ਵਰਕ ਕੀਤਾ, ਥੋੜੀ ਬਹੁਤੀ ਸੇਵਿੰਗ ਹੁੰਦੀ ਬੰਦੇ ਦੇ ਕੋਲ, ਉਹ ਆਪਣੀ ਯੂਜ਼ ਕਰ ਰਹੇ ਆ ਹੈ ਨਾ, ਤੇ ਉਹ ਯੂਜ਼ ਕਿੰਨੀ ਕੁ ਦੇਰ ਯੂਜ਼ ਕਰ ਲਾਂਗੇ ਆਪਾਂ। 2 ਲੱਖ ਰੁਪਏ ਦਾ ਇੱਥੇ ਜਾ ਰਿਹਾ ਆਰਾਮ ਨਾਲ ਜਾਈਏ। ਰੈਂਟ ਦਾ ਤੇ ਬਿਜਲੀ ਦਾ ਇੰਟਰਨੈਟ ਦਾ ਖਰਚਾ ਦੱਸ ਰਹੇ ਹੋ ਤੁਸੀਂ। ਹਾਂਜੀ ਕੁਝ ਇੰਸ਼ੋਰੈਂਸ ਜਾਂ ਦੂਸਰੀ ਹੋਣਗੀ ਭਾਜੀ, ਬੈਂਕ ਲੋਨ ਵੀ ਆ ਤੇ ਕਾਰ ਦੀ ਇੰਸ਼ੋਰੈਂਸ ਹੋ ਗਈ ਹੈ ਨਾ, ਤੇ ਆਪਣੇ ਫੋਨ ਦੇ ਬਿੱਲ ਹੋ ਗਏ, ਫੋਨ ਚੱਲ ਰਿਹਾ ਏ। ਸਭ ਤੋਂ ਵੱਡਾ ਨੁਕਸਾਨ ਤਾਂ ਇੱਕ ਮਾਨਸਿਕ ਤਣਾਅ ਦਾ ਵੀ ਹੁੰਦਾ ਹੈ, ਕਿਉਂਕਿ ਇਨਸਾਨ ਮਾਨਸਿਕ ਤਣਾਅ ਦੇ ਵਿੱਚ ਆ ਜਾਂਦਾ ਹੈ ਕਿ ਉੱਥੇ ਵੀ ਨੁਕਸਾਨ ਹੋ ਰਿਹਾ ਤੇ ਇੱਥੇ ਬੈਠ ਕੇ ਉਹ ਆਪਣੇ ਫਿਊਚਰ ਬਾਰੇ ਵੀ ਸੋਚ ਰਹੇ ਨੇ, ਹੁਣ ਫਿਊਚਰ ਦੇ ਵਿੱਚ ਕੀ ਬਣੂਗਾ। ਮੈਨੂੰ ਇਦਾਂ ਲੱਗ ਰਿਹਾ ਕਿ ਹੁਣ ਫਿਊਚਰ ਥੋੜਾ ਜਿਹਾ ਧੁੰਦਲਾ ਲੱਗ ਰਿਹਾ ਹੈ, ਕਿਉਂਕਿ ਦੇਖੋ ਮੈਂ ਹੁਣ ਡਬਲ ਮਾਈਂਡਡ ਹੋ ਗਿਆ ਕਿ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਨਾ। ਗੁਰਪ੍ਰੀਤ ਦਾ ਵੀ ਵੀਜ਼ਾ ਨਹੀਂ ਆ ਰਿਹਾ ਨਾ, ਤੇ ਮੇਰਾ ਵੀ ਉਹਨਾਂ ਨੇ ਵਿੱਚ ਇੱਕ ਉਹ ਕਰਤਾ ਹੈ। ਇਹਨਾਂ ਨਾਲ ਰਹਿਣਾ ਚਾਹੁੰਦੀ ਆ ਜਿੱਥੇ ਹਾਂਜੀ, ਜਿੱਥੇ ਉੱਥੇ ਮੈਂ ਇਹਨਾਂ ਨਾਲ ਰਹਿਣਾ ਚਾਹੁੰਦੀ ਹਾਂ, ਕਿਉਂਕਿ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਕੁੜੀਆਂ ਦੇ ਕਿੰਨੇ ਸੁਪਨੇ ਹੁੰਦੇ ਆ, ਇਹ ਕਰਨਾ ਉਹ ਕਰਨਾ ਐਦਾਂ ਕਰਨਾ। ਬਟ ਆਮ ਨਾਟ ਸ਼ੋਰ ਕਿ ਉਹ ਮੈਨੂੰ ਸਿਟੀਜ਼ਨਸ਼ਿਪ ਦੇਣਗੇ ਵੀ ਜਾਂ ਨਹੀਂ, ਕਿਉਂਕਿ ਮੈਂ ਓਵਰਸੀਜ਼ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਤੇ ਕੈਨੇਡਾ ਦਾ ਜਸਟਿਨ ਟਰੂਡੋ ਹੈ। ਥੋੜਾ ਜਿਹਾ ਇਮੀਗ੍ਰੈਂਟ ਜਿਹੜੇ ਬੰਦੇ ਜਾਂਦੇ ਆ ਇਮੀਗ੍ਰੈਂਟਸ ਉਹਨਾਂ ਦਾ ਸੋਚਦੇ ਆ ਨਾ, ਫਿਰ ਵੀ ਇਹ ਆਈ ਰੀਲੀ ਵਾਂਟ ਟੂ ਰਿਕੁਐਸਟ ਹਰ, ਯੂ ਨੋ ਮਾਈ ਵਾਈਫ ਇਜ਼ ਹੇਅਰ, ਸ਼ੀ ਵਾਂਟਸ ਟੂ ਜੁਆਇਨ ਮੀ ਇਨ ਨਿਊਜ਼ੀਲੈਂਡ ਐਂਡ I want to request you guys, please, you know, do something for us. ਤੇ ਨਿਊਜ਼ੀਲੈਂਡ ਕੀ ਸੋਚ ਲੈ ਕੇ ਗਏ ਸੀ ਤੁਸੀਂ? ਤੁਹਾਨੂੰ ਕੀ ਲੱਗਿਆ ਕਿ ਤੁਸੀਂ ਹੋਰ ਵੀ ਬਹੁਤ ਸਾਰੇ ਆਪਸ਼ਨ ਸੀਗੇ ਅੱਗੇ, ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਆਸਟ੍ਰੇਲੀਆ ਨੂੰ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਤੇ ਮੈਂ ਅਮਨ ਮੋਹਨ ਮੋਹਜਾਲ। ਸੋ ਅੱਜ ਅਸੀਂ ਚਰਚਾ ਕਰਾਂਗੇ ਉਹਨਾਂ ਲੋਕਾਂ ਦੀਆਂ ਜੋ ਕਰੋਨਾ ਵਾਇਰਸ ਕਰਕੇ ਕੌਮਾਂਤਰੀ ਉਡਾਣਾਂ ਬੰਦ ਹੋਣ ਕਰਕੇ ਸਟਕ ਹੋਏ ਹੋਏ ਨੇ ਇੰਡੀਆ ਦੇ ਵਿੱਚ। ਬਹੁਤ ਵੱਡੀਆਂ ਮੁਸ਼ਕਲਾਂ ਦੇ ਵਿੱਚ ਉਹ ਲੰਘ ਰਹੇ ਨੇ, ਵੱਡੀਆਂ ਮੁਸ਼ਕਲਾਂ ਉਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ ਨੇ। ਉਹਨਾਂ ਦੀ ਆਵਾਜ਼ ਵੀ ਕੋਈ ਨਹੀਂ ਬਣ ਰਿਹਾ, ਕਿਉਂਕਿ ਜਿਹੜੀ ਵਿਦੇਸ਼ੀ ਸਰਕਾਰਾਂ ਹੈਗੀਆਂ ਨੇ ਉਹ ਇਸ ਵੇਲੇ ਆਪਣੇ ਨਾਗਰਿਕਾਂ ਨੂੰ ਸਾਂਭਣ ਦੇ ਵਿੱਚ ਲੱਗੀਆਂ ਹੋਈਆਂ ਨੇ, ਪਰ ਜਿਹੜੇ PR ਨੇ ਜਾਂ ਇੰਟਰਨੈਸ਼ਨਲ ਸਟੂਡੈਂਟ ਹੈਗੇ ਨੇ ਉਹ ਵੱਡੇ ਮਾਨਸਿਕ ਤਣਾਅ ਦੇ ਵਿੱਚੋਂ ਲੰਘ ਰਹੇ ਨੇ, ਉਹਨਾਂ ਵੱਲੇ ਕੋਈ ਵੀ ਨਹੀਂ ਤੱਕ ਰਿਹਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਜੋੜੇ ਦੇ ਨਾਲ ਮਿਲਾਵਾਂਗੇ ਜਿਹੜੇ ਵੱਡੇ ਸੁਪਨੇ ਸੀ। ਜੋ ਪੰਜਾਬੀ ਨੌਜਵਾਨ ਹੈਗਾ ਉਹ ਇੱਕ ਵੱਡਾ ਸੁਪਨਾ ਲੈ ਕੇ ਗਿਆ ਸੀ ਨਿਊਜ਼ੀਲੈਂਡ, ਤੇ ਉੱਥੇ ਜਾ ਕੇ ਉਸ ਨੂੰ ਵੱਡਾ ਜਿਹੜਾ ਸਨਮਾਨ ਵੀ ਮਿਲਣਾ ਸੀਗਾ, ਲੇਕਿਨ ਉਹ ਨੌਜਵਾਨ ਸਟਕ ਹੋਇਆ ਹੋਇਆ ਇੰਡੀਆ ਦੇ ਵਿੱਚ। ਨਿਊਜ਼ੀਲੈਂਡ ਦੇ ਵਿੱਚ ਬੇਕਰ ਦੇ ਵਜੋਂ ਵਕਾਰੀ ਅਵਾਰਡ ਲੈਣ ਤੋਂ ਖੁੰਝ ਜਾਣ ਵਾਲੇ ਇੱਕ ਪਰਮਾਨੈਂਟ ਰੈਜ਼ੀਡੈਂਟ ਪੰਜਾਬੀ ਨੌਜਵਾਨ ਦੀਆਂ ਬਾਰਡਰ ਪਾਬੰਦੀਆਂ ਨੇ ਸਾਰੀਆਂ ਖਾਹਿਸ਼ਾਂ ਦੱਬ ਦਿੱਤੀਆਂ ਨੇ। ਉਸ ਨੂੰ ਬਹੁਤ ਚਾਅ ਸੀ ਕਿ ਸੈਂਕੜਿਆਂ ਦੀ ਗਿਣਤੀ ਵਾਲੇ ਵੱਡੇ ਸਮਾਗਮ ਦੇ ਵਿੱਚ ਆਪਣੀ ਪਤਨੀ ਨੂੰ ਲੈ ਕੇ ਅਵਾਰਡ ਲੈਣ ਜਾਵੇ ਤੇ ਪੰਜਾਬੀ ਭਾਈਚਾਰੇ ਦਾ ਨਾਂ ਉੱਚਾ ਕਰੇ, ਪਰ ਟਰੈਵਲ ਬੈਨ ਦੀਆਂ ਨਵੀਆਂ ਸ਼ਰਤਾਂ ਨੇ ਉਸ ਦੇ ਸਾਰੇ ਸੁਪਨੇ ਤੋੜ ਦਿੱਤੇ ਨੇ। ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜ਼ੀਡੈਂਟ ਦਵਿੰਦਰ ਸਿੰਘ ਦੀ ਇਹ ਕਹਾਣੀ ਹੈ, ਜੋ ਫਰਵਰੀ ਮਹੀਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਜ਼ਿਲ੍ਹੇ ਦੀ ਖਰੜ ਤਹਿਸੀਲ ਨੇੜਲੇ ਆਪਣੇ ਪਿੰਡ ਸ਼ਕਰੂਲਾਪੁਰ ਗਿਆ ਸੀ, ਪਰ ਸਰਕਾਰ ਵੱਲੋਂ ਸਿਰਫ ਸਿਟੀਜ਼ਨਸ਼ਿਪ ਨੂੰ ਛੱਡ ਕੇ ਬਾਕੀ ਸਾਰਿਆਂ ਲਈ ਟਰੈਵਲ ਬੈਨ ਕਾਰਨ ਪੰਜਾਬ ਬੈਠਣ ਜੋਗਾ ਰਹਿ ਗਿਆ ਹੈ। ਕੁਝ ਸਮਾਂ ਪਹਿਲਾਂ ਇਮੀਗ੍ਰੇਸ਼ਨ ਨੇ ਉਸ ਦੀ ਪਤਨੀ ਦੀ ਵੀਜ਼ਾ ਐਪਲੀਕੇਸ਼ਨ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਦੋਹਾਂ ਦਾ ਰਿਲੇਸ਼ਨਸ਼ਿਪ ਜੈਨੂਇਨ ਨਹੀਂ ਹੈ। ਭਾਵ ਇਮੀਗ੍ਰੇਸ਼ਨ ਨੇ ਦੋਹਾਂ ਦਾ ਰਿਸ਼ਤਾ ਕਬੂਲ ਨਹੀਂ ਕੀਤਾ। ਉਹ ਇਸ ਸਾਲ ਮੁੜ ਪੰਜਾਬ ਜਾਣ ਤੋਂ ਪਹਿਲਾਂ ਵਿਆਹ ਕਰਵਾ ਕੇ 2 ਕੁ ਮਹੀਨੇ ਬਾਅਦ ਵਾਪਸ ਨਿਊਜ਼ੀਲੈਂਡ ਆ ਗਿਆ ਸੀ, ਕਿਉਂਕਿ ਕੰਮ ਵਾਲੀ ਥਾਂ ਤੋਂ ਲੰਮੀ ਛੁੱਟੀ ਨਹੀਂ ਲਈ ਜਾਣੀ ਸੰਭਵ ਨਹੀਂ ਸੀ। ਉੱਥੇ ਨਿਊਜ਼ੀਲੈਂਡ ਦੇ ਵਿੱਚ ਨਾਰਥ ਆਈਲੈਂਡ ਦੇ ਸਭ ਤੋਂ ਵੱਡੇ ਪੈਕ ਐਂਡ ਸੇਵ ਅਲਬਨੀ ਵਿੱਚ ਬੇਕਰ ਦੇ ਵਜੋਂ ਕੰਮ ਕਰਨ ਵਾਲੇ ਜੋ ਉੱਥੇ ਮੈਨੇਜਰ ਨੇ, ਇਹ ਨੌਜਵਾਨ ਨਾਰਥ ਆਈਲੈਂਡ ਚੋਂ ਮੁਕਾਬਲੇ ਲਈ ਚੁਣੇ ਗਏ ਪਹਿਲੇ ਟੌਪ ਦੇ 3 ਬੇਕਰਾਂ ਦੇ ਵਿੱਚੋਂ। ਪਿਛਲੇ ਸਾਲ ਇਹ ਟੌਪ 10 ਦੇ ਵਿੱਚ ਰਹੇ ਸੀ। ਸੋ ਇਹਨਾਂ ਦੀ ਜਿਹੜੀ ਕਹਾਣੀ ਹੈਗੀ ਹੈ ਉਹ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਕਿਹੜੀਆਂ ਮੁਸ਼ਕਲਾਂ ਵਿੱਚੋਂ ਇਹਨਾਂ ਨੂੰ ਲੰਘਣਾ ਪੈ ਰਿਹਾ ਹੈ।
ਸੋ ਸਾਡੇ ਨਾਲ ਮੌਜੂਦ ਨੇ ਦਵਿੰਦਰ ਤੇ ਉਹਨਾਂ ਦੇ ਪਤਨੀ ਗੁਰਪ੍ਰੀਤ ਕੌਰ ਜੀ। ਨਿੱਘਾ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ। ਸੋ ਦਵਿੰਦਰ, ਜਿੱਦਾਂ ਤੁਸੀਂ ਨਿਊਜ਼ੀਲੈਂਡ 7-8 ਸਾਲ ਲਗਾ ਕੇ ਆਏ ਹੋ ਨਾ, ਤੇ ਇਸ ਵੇਲੇ ਤੁਸੀਂ ਇੰਡੀਆ ਦੇ ਵਿੱਚ ਸਟਕ ਹੋਏ ਵੀ ਹੋ, ਤੇ ਨਿਊਜ਼ੀਲੈਂਡ ਕੀ ਸੋਚ ਲੈ ਕੇ ਗਏ ਸੀ ਤੁਸੀਂ? ਤੁਹਾਨੂੰ ਕੀ ਲੱਗਿਆ ਕਿ ਤੁਸੀਂ ਹੋਰ ਵੀ ਬਹੁਤ ਸਾਰੇ ਆਪਸ਼ਨ ਸੀਗੇ ਅੱਗੇ, ਕੈਨੇਡਾ ਹੋ ਗਿਆ, ਅਮਰੀਕਾ ਹੋ ਗਿਆ, ਆਸਟ੍ਰੇਲੀਆ ਨਾ, ਤੁਸੀਂ ਨਿਊਜ਼ੀਲੈਂਡ ਦੀ ਚੋਣ ਕਿਉਂ ਕੀਤੀ? ਭਾਈ ਨਿਊਜ਼ੀਲੈਂਡ ਦੀ ਚੋਣ ਆਪਾਂ ਇਸ ਕਰਕੇ ਕੀਤੀ ਸੀ ਕਿਉਂਕਿ ਇੱਕ ਤੇ ਬਹੁਤ ਸੋਹਣੀ ਕੰਟਰੀ ਆ ਨਾ, ਤੇ ਦੂਜਾ ਇਹ ਸੀ ਕਿ ਇੱਕ ਪੀਸਫੁਲ ਕੰਟਰੀ ਦੇ ਉਹਦੇ ਨਾਲ ਉੱਭਰ ਕੇ ਆਈ ਸੀ ਸਾਰੇ ਜਦੋਂ ਮੈਂ ਬਾਹਰ ਗਿਆ ਸੀ। ਤੇ ਮੋਸਟਲੀ ਮੇਰਾ ਜਿਹੜਾ ਸਟੱਡੀ ਕੰਸਲਟੈਂਟ ਸੀ ਉਹਨੇ ਵੀ ਇਹੀ ਕਿਹਾ ਸੀ ਕਿ ਨਿਊਜ਼ੀਲੈਂਡ ਜਾਓ, ਇੱਥੇ ਬੈਟਰ ਸਕੋਪ ਆ ਫਿਊਚਰ ਲਈ। ਤੇ ਅਸੀਂ ਦੋ ਸਟੂਡੈਂਟ ਸੀ, ਉਹਨਾਂ ਨੇ ਅਸੀਂ ਨਿਊਜ਼ੀਲੈਂਡ ਚੁਣੀ ਸੀ, ਤੇ ਇਟ ਵਾਜ਼ ਅ ਰੀਅਲੀ ਗੁੱਡ ਡਿਸੀਜਨ ਫॉर ਅਸ। ਐਂਡ ਦੈਨ ਮੈਂ ਆਪਣੀ ਇੱਥੇ ਜਾ ਕੇ ਸਟੱਡੀ ਪੂਰੀ ਕੀਤੀ ਹੈ ਨਾ, ਅਤੇ ਰੈਜ਼ੀਡੈਂਸੀ ਵੀ ਹੋਈ ਆ, ਪਰਮਾਨੈਂਟ ਰੈਜ਼ੀਡੈਂਟ ਵੀ ਬਣ ਗਿਆ, ਅਤੇ ਇਟ ਵਾਜ਼ ਗੁੱਡ। ਤੁਹਾਡਾ ਜਿਹੜਾ ਐਕਸਪੀਰੀਅੰਸ ਰਿਹਾ ਉੱਥੇ ਮਿਹਨਤ ਕਰਨ ਦਾ, ਕਿਉਂਕਿ ਹਰੇਕ ਜਿਹੜਾ ਸਟੂਡੈਂਟ ਇੱਥੋਂ ਜਾਂਦਾ ਹੈ ਨਾ, ਉਹਦੀ ਇੱਕ ਸੋਚ ਇਹ ਹੁੰਦੀ ਹੈ ਕਿ ਮੈਂ ਉੱਥੇ ਹੀ ਪੱਕਾ ਵਸਣਾ ਹੈਗਾ, ਉੱਥੇ ਦੀ PR ਹਾਸਲ ਕਰਨੀ ਹੈ, ਉੱਥੋਂ ਦਾ ਨਾਗਰਿਕ ਬਣਨਾ ਹੈਗਾ ਨਾ। ਤੇ ਜਿਹੜੀ ਤੁਸੀਂ ਉਸ ਤੋਂ ਬਾਅਦ ਮਿਹਨਤ ਜਦੋਂ ਕੀਤੀ ਹੈਗੀ ਹੈ, ਤੁਹਾਨੂੰ ਲੱਗਦਾ ਸੀ ਕਿ ਤੁਸੀਂ ਨਿਊਜ਼ੀਲੈਂਡ ਦੇ ਵਿੱਚ ਸੈੱਟ ਹੋ ਜਾਓਗੇ, ਇੱਥੇ ਕੰਮ ਕਾਜ ਮਿਲ ਜਾਏਗਾ ਤੁਹਾਨੂੰ? ਭਾਜੀ ਇਨ ਦ ਬਿਗਨਿੰਗ ਇਟ ਵਾਜ਼ ਰੀਅਲੀ ਹਾਰਡ ਨਾ, ਅਤੇ ਕਿਉਂਕਿ ਜਿਹੜਾ ਵੀ ਬੰਦਾ ਜਾਂਦਾ, ਕਿਉਂਕਿ ਮੈਂ ਜਦੋਂ ਪਹਿਲੀ ਵਾਰੀ ਗਿਆ ਸੀ ਉੱਥੇ ਮੈਨੂੰ ਕੋਈ ਜਾਣਦਾ ਨਹੀਂ ਸੀਗਾ, ਅਤੇ ਆਈ ਵਾਜ਼ ਬਾਈ ਮਾਈ ਸੈਲਫ ਨਾ, ਅਤੇ ਮੈਂ ਉਦੋਂ ਪਹਿਲਾ ਰੈਸਟੋਰੈਂਟ ਦੇ ਵਿੱਚ ਕੰਮ ਕੀਤਾ 1 ਸਾਲ, ਅਤੇ ਉਸ ਤੋਂ ਬਾਅਦ ਫਿਰ ਮੈਨੂੰ ਫੂਡ ਸਟੱਫ ਦੇ ਵਿੱਚ ਨਿਊ ਵਰਲਡ ਦੇ ਵਿੱਚ ਐਜ਼ ਅ ਬੇਕਰੀ ਅਸਿਸਟੈਂਟ ਦੀ ਜੋਬ ਮਿਲ ਗਈ ਸੀ। ਉਹ ਤੋਂ ਬਾਅਦ ਉਹਨਾਂ ਨੇ ਮੇਰਾ ਕੰਮ ਦੇਖਿਆ, ਉਹਨਾਂ ਨੂੰ ਮੇਰਾ ਕੰਮ ਬਹੁਤ ਵਧੀਆ ਲੱਗਿਆ ਸੀ ਐਕਚੁਅਲੀ, ਅਤੇ ਉਹਨਾਂ ਨੇ ਮੈਨੂੰ ਆਪਣੇ ਆਪ ਖੁਦ ਆ ਕੇ ਬੇਕਰ ਦੀ ਮਤਲਬ ਕਿ ਉਹਨਾਂ ਨੇ ਮੈਨੂੰ ਆ ਕੇ ਪੋਜੀਸ਼ਨ ਦਿੱਤੀ ਕਿ ਤੂੰ ਹੁਣ ਬੇਕਰ ਬਣ ਗਿਆ, ਯੂ ਆਰ ਨੋਟ ਅ ਬੇਕਰੀ ਅਸਿਸਟੈਂਟ ਐਨੀ ਮੋਰ। ਅਤੇ ਉਹ ਤੋਂ ਬਾਅਦ ਭਾਈ ਮੈਂ ਹਾਰਡ ਵਰਕ ਕੀਤਾ, ਮਿਹਨਤ ਕੀਤੀ, ਆਪਣਾ ਮਿਹਨਤ ਉਹਨਾਂ ਨੂੰ ਦਿਖਾਈ, ਅਤੇ ਫਿਰ ਭਾਈ ਮੇਰੀ ਸਤੰਬਰ 2015 ਦੇ ਵਿੱਚ ਮੈਂ ਆਪਣਾ ਰੈਜ਼ੀਡੈਂਸ ਬਣ ਗਿਆ ਸੀ ਉੱਥੋਂ ਦਾ। ਜੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਉੱਥੇ ਹੀ ਸੇਮ ਫਰਮ ਦੇ ਵਿੱਚ ਮੈਨੂੰ ਬੇਕਰ ਤੋਂ ਬਾਅਦ ਬੇਕਰੀ ਅਸਿਸਟੈਂਟ ਮੈਨੇਜਰ ਬਣਿਆ ਫਿਰ ਮੈਂ, ਅਤੇ ਫਿਰ ਮੈਨੂੰ ਉਹਨਾਂ ਨੇ ਬੇਕਰੀ ਮੈਨੇਜਰ ਬਣਾਇਆ ਇਸ ਸੇਮ ਫਰਮ ਦੇ ਵਿੱਚ, ਅਤੇ ਮੈਂ ਉੱਥੇ ਲਗਾਤਾਰ 6 ਸਾਲ ਕੰਮ ਕੀਤਾ ਨਿਊ ਵਰਲਡ ਦੇ ਵਿੱਚ, ਮਾਊਂਟ ਰੋਸਕਿਲ। ਅਤੇ ਉਸ ਤੋਂ ਬਾਅਦ ਫਿਰ ਮੈਨੂੰ ਲਾਸਟ ਈਅਰ ਜਦੋਂ ਮੈਂ ਆਪਣੀ ਮੈਰਿਜ ਤੋਂ ਬਾਅਦ ਗਿਆ ਉੱਥੇ ਦੁਬਾਰਾ, ਅਤੇ ਉੱਥੋਂ ਮੈਨੂੰ ਬਹੁਤ ਵਧੀਆ ਆਪਸ਼ਨ ਮਿਲੀ ਸੀ, ਅਤੇ ਮੈਨੂੰ ਸਭ ਤੋਂ ਵੱਡਾ ਪੈਕ ਐਂਡ ਸੇਵ ਆਪਣਾ ਨਾਰਥ ਆਈਲੈਂਡ ਦੇ ਵਿੱਚ ਪੈਕ ਐਂਡ ਸੇਵ ਐਲਬਨੀ, ਅਤੇ ਉਹਨਾਂ ਨੇ ਭਾਜੀ ਮੈਨੂੰ ਜੋਬ ਆਫਰ ਕੀਤੀ ਸੀ, ਅਤੇ ਮੈਂ ਫਿਰ ਉਹ ਜੋਬ ਆਫਰ ਐਕਸੈਪਟ ਕੀਤੀ, ਅਤੇ ਮੈਂ ਲਾਸਟ ਈਅਰ ਉੱਥੇ ਜੋਬ ਸਟਾਰਟ ਕੀਤੀ ਅਪ੍ਰੈਲ ਦੇ ਵਿੱਚ, ਅਤੇ ਬਹੁਤ ਵਧੀਆ ਮਤਲਬ ਕਿ ਲੱਗਿਆ ਭਾਜੀ। ਮੈਂ 20 ਬੰਦਿਆਂ ਦੀ ਟੀਮ ਰਨ ਕਰਦਾ ਐਜ਼ ਅ ਮੈਨੇਜਰ, ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਹੈ ਨਾ। ਅਤੇ ਤੁਸੀਂ ਇਹ ਵੀ ਕਹਿ ਸਕਦੇ ਪਰਮਾਤਮਾ ਦੀ ਕਿਰਪਾ ਇੰਨੀ ਚੰਗੀ ਰਹੀ ਕਿ ਜਦੋਂ ਦਾ ਮੈਂ ਬੇਕਰੀ 'ਚ ਕੰਮ ਕਰ ਰਿਹਾ ਕਿ ਮੇਰੀ ਜਿਹੜੀ ਉਹ ਸੀ ਨਾ ਬਹੁਤ ਵਧੀਆ ਸਮੂਥਲੀ ਚੱਲ ਰਿਹਾ ਲਾਈਫ, ਅਤੇ ਬਹੁਤ ਰਾਈਟ ਨਾਓ ਥੋੜ੍ਹਾ ਜਿਹਾ ਹਾਰਡ ਹੋਇਆ ਕਿਉਂਕਿ ਇਹ ਕਰੋਨਾ ਕਰਕੇ ਥੋੜ੍ਹਾ ਜਿਹਾ ਲਾਈਫ ਥੋੜ੍ਹੀ ਸਟੱਕ ਹੋਈ ਹੈ ਇੱਥੇ ਹੀ। ਸੋ ਤੁਸੀਂ ਜਿੱਦਾਂ ਤੁਸੀਂ ਦੱਸ ਰਹੇ ਕਿ ਤੁਸੀਂ ਉੱਥੇ ਜਾ ਕੇ ਮਿਹਨਤ ਕੀਤੀ ਹੈ ਨਾ ਕਾਫੀ, ਅਤੇ ਸਟੱਡੀ ਵੀ ਕੀਤੀ, ਸਟੱਡੀ ਤੋਂ ਬਾਅਦ ਤੁਸੀਂ ਜੋਬ ਲਾਈਨ 'ਚ ਆ ਗਏ ਉੱਥੇ। ਅੱਜ ਤੁਹਾਡੇ ਅੰਡਰ ਜਿਹੜੇ 20 ਬੰਦਿਆਂ ਦੀ ਟੀਮ ਕੰਮ ਕਰ ਰਹੀ ਹੈ ਨਾ, ਉੱਥੋਂ ਦੇ ਵਿੱਚ ਇੰਡੀਅਨ ਜ਼ਿਆਦਾ ਹੈਗੇ ਨੇ ਜਾਂ ਆਪਣੇ ਉੱਥੋਂ ਦੇ ਗੋਰੇ ਵੀ ਹੈਗੇ ਨੇ? ਭਾਜੀ ਉਹਦੇ ਵਿੱਚ ਦੇਖੋ ਮਲਟੀ ਕਲਚਰਲ ਸਾਰੇ ਹੀ ਆ, ਅਤੇ ਦੇਖੋ ਆਪਣੇ ਗੋਰੇ ਵੀ ਹੈਗੇ ਉੱਥੋਂ ਦੇ ਜਿਹੜੇ ਹੈਗੇ ਨਿਊਜ਼ੀਲੈਂਡਰ, ਥਾਈਲੈਂਡ ਦੇ ਵੀ ਹੈਗੇ ਆ, ਕੋਰੀਆ ਦੇ ਵੀ ਹੈਗੇ ਆ, ਚਾਈਨਾ ਵੀ ਹੈ, ਮਲੇਸ਼ੀਆ ਵੀ ਹੈ, ਆਪਣੇ ਇੰਡੀਅਨ ਵੀ ਹੈਗੇ ਆ, ਸ਼੍ਰੀਲੰਕਨ ਵੀ ਹੈਗੇ ਆ। ਮੋਸਟਲੀ ਮੈਂ ਸਾਰੀਆਂ ਕੰਟਰੀਆਂ ਦੇ ਬੰਦਿਆਂ ਨਾਲ ਕੰਮ ਕੀਤਾ, ਅਤੇ ਬਹੁਤ ਵਧੀਆ ਐਕਸਪੀਰੀਅੰਸ। ਇਹ ਨਹੀਂ ਹੈਗਾ ਕਿ ਆਪਾਂ ਮਤਲਬ ਕਿ ਸਾਰੇ ਇੰਡੀਅਨ ਆ ਜਾਂ ਸਾਰੇ ਨਿਊਜ਼ੀਲੈਂਡਰ ਆ, ਬਟ ਮੋਸਟਲੀ ਸਾਰੇ ਮਲਟੀ ਕਲਚਰਲ ਆ, ਸਾਰੀਆਂ ਕੰਟਰੀਜ਼ ਦੇ ਬੰਦੇ ਮੇਰੇ ਡਿਪਾਰਟਮੈਂਟ ਦੇ ਵਿੱਚ ਕੰਮ ਕਰਦੇ ਆ। ਅਤੇ ਜਦੋਂ ਮੈਂ ਉੱਥੇ ਕੰਮ ਕਰਦਾ ਸੀ ਉੱਥੇ ਮੈਂ ਆਪਣੀ ਬੇਕਰੀ ਦੀ ਅਪਰੈਂਟਿਸਸ਼ਿਪ ਵੀ ਕੀਤੀ ਆ ਨਿਊ ਵਰਲਡ ਦੇ ਵਿੱਚ, ਅਤੇ ਮੈਂ ਕੁਆਲੀਫਾਈਡ ਬੇਕਰ ਵੀ ਬਣਿਆ ਨਿਊਜ਼ੀਲੈਂਡ ਦਾ। ਜੀ ਹਾਂਜੀ। ਅਤੇ ਮੈਂ ਜਦੋਂ ਬੇਕਰੀ ਦੇ ਵਿੱਚ ਐਜ਼ ਅ ਬੇਕਰੀ ਮੈਨੇਜਰ ਕੰਮ ਕਰਦਾ ਸੀ 2018 ਦੇ ਵਿੱਚ, ਉਦੋਂ ਮੈਨੂੰ ਇੱਕ ਕਰੇਜ਼ ਹੋ ਗਿਆ ਸੀ ਕਿ ਮੈਂ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਭਰਤੀ ਹੋਣਾ। ਹਾਂਜੀ, ਅਤੇ ਮੈਂ ਉਹਦੇ ਵਾਸਤੇ ਆਪਣੇ ਕਰੀਅਰ ਪ੍ਰੈਪਰੇਸ਼ਨ ਦੀ ਸਟੱਡੀ ਕੀਤੀ ਲੈਵਲ 3 ਅਤੇ ਲੈਵਲ 4 ਦੀ। ਅਨਫੋਰਚੂਨੇਟਲੀ ਮੈਂ ਉਹਦੇ 'ਚ ਸਿਲੈਕਟ ਨਹੀਂ ਹੋ ਸਕਿਆ ਬਿਕੋਜ਼ ਆਫ ਸਮ ਫੈਮਿਲੀ ਰੀਜ਼ਨ, ਅਤੇ ਫਿਰ ਮੈਂ ਬੇਕਰੀ ਨੂੰ ਹੀ ਆਪਣਾ ਮਤਲਬ ਕਿ ਪ੍ਰੋਪਰ ਕਰੀਅਰ ਬਣਾਇਆ ਕਿ ਚਲੋ ਬੇਕਰੀ 'ਚ ਹੀ ਆਪਾਂ ਪ੍ਰੋਗਰੈਸ ਕਰਾਂਗੇ ਅੱਗੇ। ਹਾਂਜੀ। ਸੋ ਦਵਿੰਦਰ ਤੌਰ 'ਤੇ ਮੈਂ ਆਪਣੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਜੋ ਦਵਿੰਦਰ ਹੈਗੇ ਨੇ ਉੱਥੋਂ ਜਾ ਕੇ ਉਹਨਾਂ ਨੇ ਜਿਵੇਂ ਦੱਸਿਆ ਕਿ ਸਟੱਡੀ ਕੀਤੀ ਉੱਥੇ, ਉਸ ਤੋਂ ਬਾਅਦ ਜੋਬ ਕਰਨ ਲੱਗ ਗਏ, ਹੁਣ ਇੱਥੇ ਇੰਡੀਆ ਦੇ ਵਿੱਚ ਸਟਕ ਹੋਏ ਨੇ। ਸਟਕ ਹੋਣ ਤੋਂ ਬਾਅਦ ਕੀ ਮੁਸ਼ਕਿਲਾਂ ਇਹਨਾਂ ਨੂੰ ਫੇਸ ਕਰਨੀਆਂ ਪੈ ਰਹੀਆਂ, ਪਰ ਅਸੀਂ ਇਹਨਾਂ ਤੋਂ ਇਹ ਵੀ ਜਾਣਾਂਗੇ ਕਿ ਜਿਹੜੇ ਇੱਥੇ ਬੱਚੇ ਸੋਚ ਰਹੇ ਨੇ ਨਿਊਜ਼ੀਲੈਂਡ ਮੂਵ ਕਰਨ ਬਾਰੇ,
ਉਹਨਾਂ ਨੂੰ ਉੱਥੇ ਜਾਣਾ ਚਾਹੀਦਾ ਹੈ, ਨਹੀਂ ਜਾਣਾ ਚਾਹੀਦਾ, ਜਾਂ ਕਿਹੜੇ ਕੋਰਸਾਂ ਵਿੱਚ ਜਾਣਾ ਚਾਹੀਦਾ ਹੈ, ਉੱਥੇ ਕਮਾਈ ਦੇ ਸਾਧਨ ਕੀ ਹੋ ਸਕਦੇ ਨੇ, ਕਿੰਨੀ ਕੁ ਮਿਹਨਤ ਚਾਹੀਦੀ ਹੈ ਉੱਥੇ, ਤੇ ਜੇ ਉੱਥੇ ਜਿਹਨਾਂ ਨੇ ਸੋਚਿਆ ਕਿ ਪੁਲਿਸ ਲਾਈਨ ਵਿੱਚ ਜਾਣਾ ਚਾਹੁੰਦੇ ਨੇ ਤੇ ਉਹਦੇ ਲਈ ਕੀ ਪ੍ਰੋਸੈਸ ਹੈਗਾ, ਇਹ ਵੀ ਜਿਹੜੀਆਂ ਗੱਲਾਂ ਹੈਗੀਆਂ ਨੇ ਅਸੀਂ ਜੋੜੇ ਤੋਂ ਜ਼ਰੂਰ ਜਾਣਾਂਗੇ। ਸੋ ਮੈਂ ਸਭ ਤੋਂ ਪਹਿਲਾਂ ਗੁਰਪ੍ਰੀਤ ਜੀ ਤੁਹਾਡੇ ਤੇ ਆਉਣਾ, ਮਾਈਕ ਪਲੀਜ਼ ਤੁਸੀਂ ਫੜ ਲਓ। ਗੁਰਪ੍ਰੀਤ ਕੌਰ ਜੀ, ਤੁਸੀਂ ਇਹਨਾਂ ਦੇ ਧਰਮ ਪਤਨੀ ਨਾਲ ਵਿਆਹ ਕਰਵਾਇਆ ਤੁਸੀਂ, ਮੈਨੂੰ ਪਤਾ ਲੱਗਿਆ ਤੁਸੀਂ ਇਟਲੀ ਤੋਂ ਜੀ? ਹਾਂਜੀ ਤੇ ਕਿੰਨਾ ਸਮਾਂ ਹੋ ਗਿਆ ਇਟਲੀ ਤੋਂ ਤੁਹਾਨੂੰ ਰਹਿੰਦੇ ਨੂੰ? ਜੀ ਸਾਨੂੰ ਇਟਲੀ ਲਾਈਕ ਫੈਮਿਲੀ ਨਾਲ ਰਹਿੰਦਿਆਂ ਨੂੰ ਸਾਨੂੰ 13-14 ਸਾਲ ਹੋ ਗਏ ਨੇ। 13-14 ਸਾਲ ਉੱਥੇ ਹੋ ਹਾਂਜੀ। ਗਏ ਜਦੋਂ ਮਤਲਬ ਤੁਸੀਂ ਛੋਟੇ ਜਿਹੇ ਹੋਣੇ ਜਦੋਂ ਇਟਲੀ ਚਲੇ ਗਏ? ਹਾਂਜੀ 15 ਸਾਲਾਂ ਦੇ ਸੀਗੇ ਜਦੋਂ ਉੱਥੇ ਚਲੇ ਗਏ ਸੀਗੇ। ਅੱਛਾ ਜੀ। ਹਾਂਜੀ। ਤੇ ਤੁਸੀਂ ਇੰਡੀਆ ਦੇ ਇੱਥੋਂ ਕਿੱਥੋਂ ਬਿਲੋਂਗ ਕਰਦੇ ਹੋ? ਅਜੀ ਪਟਿਆਲੇ ਤੋਂ, ਡਿਸਟ੍ਰਿਕਟ ਪਟਿਆਲਾ। ਪਟਿਆਲੇ ਤੋਂ ਹਾਂਜੀ ਬਿਲੋਂਗ ਕਰਦੇ ਹੋ? ਹਾਂਜੀ, ਪਿੰਡ ਰੋਸ਼ਨਪੁਰ ਚੁੰਗੀਆਂ। ਠੀਕ ਹੈ ਜੀ। ਹਾਂਜੀ। ਤੁਸੀਂ ਇਟਲੀ ਜਾ ਕੇ ਵਸ ਗਏ ਤੇ ਵਿਆਹ ਤੁਹਾਡਾ ਜਿਹੜਾ ਮੋਹਾਲੀ ਦੇ ਖਰੜ ਏਰੀਆ 'ਚ ਇੱਥੇ ਆ ਕੇ ਨੇੜੇ ਹੋਇਆ, ਤੇ ਕਿਵੇਂ ਲੱਭਿਆ ਮੁੰਡਾ ਤੁਸੀਂ? ਹਾਂਜੀ ਅਸੀਂ 2018 ਚ ਅਸੀਂ ਹਾਂਜੀ ਇੱਥੇ ਆਏ ਹੋਏ ਸੀਗੇ, ਮੀ ਐਂਡ ਮਾਈ ਮਦਰ। ਸੋ ਮੇਰੇ ਮਾਸੀ ਜੀ ਨੇ, ਮੰਮੀ ਦੇ ਸਿਸਟਰ ਲਾਈਕ, ਉਹਨਾਂ ਨੇ ਹਾਂਜੀ ਉਹਨਾਂ ਨੇ ਲਾਈਕ ਇਹਨਾਂ ਨੂੰ ਲੱਭਿਆ ਸਾਡੇ ਵਾਸਤੇ, ਲਾਈਕ ਅੱਗੇ ਰਿਲੇਟਿਵ ਸੀਗੇ ਉਹਨਾਂ ਨਾਲ। ਹਾਂਜੀ ਸਭ ਫਿਰ ਇਹ ਸਾਡੇ ਘਰੇ ਆਏ, ਸਾਡੀ ਗੱਲਬਾਤ ਹੋਈ, ਸੋ ਐਦਾਂ ਰਿਸ਼ਤਾ ਪੱਕਾ ਹੋਇਆ। ਹਾਂਜੀ ਫਿਰ ਅਸੀਂ ਵਿਆਹ ਦੀ ਡੇਟ ਪੱਕੀ ਕੀਤੀ ਹੈ ਨਾ। ਹਾਂਜੀ ਐਦਾਂ ਕਰਕੇ ਅਸੀਂ ਲਾਈਕ ਮਿਲੇ। ਠੀਕ ਹੈ, ਮਤਲਬ ਵਿਆਹ ਹੋ ਗਿਆ? ਵਿਆਹ ਹੋ ਗਿਆ ਹਾਂਜੀ। 2018 ਦੇ ਵਿੱਚ ਮੈਂ ਇੱਥੇ ਆਇਆ ਸੀ। ਮੇਰਾ ਜੀ ਮਾਈਕ ਪਲੀਜ਼। ਹਾਂਜੀ ਮੇਰੇ ਕਜ਼ਨ ਦਾ ਵਿਆਹ ਸੀ 2018 ਦੇ ਵਿੱਚ ਇੱਥੇ। ਜੀ ਜੀ। ਆਪਣੇ ਸਾਡੇ ਸ਼ਰੀਕੇ ਦੇ ਵਿੱਚ ਫੈਮਿਲੀ ਮੈਂਬਰ ਹੀ ਆਪਣਾ, ਤੇ ਉਹਦਾ ਵਿਆਹ ਸੀ ਤੇ ਮੈਂ ਉਰੇ ਆਇਆ ਸੀ। ਤੇ ਮੇਰੀ ਮੰਮੀ ਦੀ ਮਾਮੀ ਆ, ਉਹਨਾਂ ਨੇ ਉਹ ਜਿਹੜੇ ਇਹਨਾਂ ਦੀ ਮਾਸੀ ਨੂੰ ਜਾਣਦੇ ਸੀ, ਤੇ ਉਹਨਾਂ ਨੇ ਕਿਹਾ ਸ਼ੁਰੂ ਤੋਂ ਹੀ ਕਹਿੰਦੇ ਸੀ ਕਿ ਤੇਰਾ ਰਿਸ਼ਤਾ ਮੈਂ ਕਰਾਉਣਾ। ਤੇ ਉਹਨਾਂ ਨੇ ਕਿਹਾ ਵੀ ਇੱਦਾਂ ਕੁੜੀ ਆ ਤੇ ਆਪਾਂ ਇਹਦੇ ਨਾਲ ਗੱਲ ਕਰਦੇ। ਤੇ ਫਿਰ ਮੇਰੇ ਜਿਹੜੇ ਇਹਨਾਂ ਦੇ ਮੰਮੀ ਆ, ਮਦਰ ਇਨ ਲਾਅ, ਇੱਥੇ ਆਏ ਮੈਨੂੰ ਦੇਖਣ ਘਰੇ। ਤੇ ਫਿਰ ਅਸੀਂ ਇਹਨਾਂ ਨੂੰ ਦੇਖਣ ਇਹਨਾਂ ਦੇ ਘਰੇ ਗਏ। ਤੇ ਫਿਰ 20 ਮਾਰਚ 2018 ਨੂੰ ਸਾਡੀ ਇੰਗੇਜਮੈਂਟ ਹੋਈ ਸੀ। ਤੇ ਮੈਂ 21 ਮਾਰਚ ਨੂੰ 22 ਮਾਰਚ ਨੂੰ ਇੰਗੇਜਮੈਂਟ ਕਰਵਾ ਕੇ ਮੈਂ ਵਾਪਸ ਚਲੇ ਗਿਆ ਸੀ 2018 ਦੇ ਵਿੱਚ, ਕਿਉਂਕਿ ਉਦੋਂ ਮੇਰੀ ਛੁੱਟੀ ਸਾਰੀ 6 ਵੀਕਾਂ ਦੀ ਸੀ। ਫਿਰ ਮੈਂ 2018 ਦੇ ਐਂਡ 'ਚ ਆਇਆ ਸੀ 31 ਦਸੰਬਰ ਨੂੰ। ਉੱਥੋਂ ਨਿਊਜ਼ੀਲੈਂਡ ਤੋਂ ਮੈਂ ਚੜਿਆ ਸੀ ਆਫਟਰ ਕ੍ਰਿਸਮਸ, ਕਿਉਂਕਿ ਕ੍ਰਿਸਮਸ ਬੇਕਰੀ ਵਾਸਤੇ ਬਹੁਤ ਬਿਜ਼ੀ ਪੀਰੀਅਡ ਹੁੰਦਾ ਸਾਡੇ ਵਾਸਤੇ। ਐਂਡ ਤੁਹਾਨੂੰ ਪਤਾ ਹੀ ਗੋਰਿਆਂ ਦਾ ਸਭ ਤੋਂ ਵੱਡਾ ਫੈਸਟੀਵਲ ਆ ਕ੍ਰਿਸਮਸ। ਬਿਲਕੁਲ ਹਾਂਜੀ। ਤੇ ਫਿਰ ਮੇਰੇ ਓਨਰ ਨੇ ਮੈਨੂੰ ਕਿਹਾ ਕਿ ਚੱਲ ਤੂੰ 2 ਵੀਕ ਰੈਸਟ ਕਰ ਲੈ, ਕਿਉਂਕਿ ਤੇ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਓਵਰ ਕ੍ਰਿਸਮਸ ਪੀਰੀਅਡ। ਤੇ ਮੈਂ ਫਿਰ ਆਇਆ ਸੀ। ਉਦੋਂ ਅਸੀਂ ਆਪਣੀ ਵਿਆਹ ਦੀ ਡੇਟ ਫਿਕਸ ਕੀਤੀ। ਅੱਛਾ ਜੀ। 28 ਨਵੰਬਰ 2019। ਤੇ ਮੇਰਾ ਓਨਰ ਸੀ ਜਿਹੜਾ ਨਿਊ ਵਰਲਡ ਦਾ, ਮੈਂ ਉਹਨੂੰ ਕਹਿਤਾ ਸੀ ਕਿ ਮੇਰੀ 28 ਨਵੰਬਰ 2019 ਜਿਹੜੀ ਵਿਆਹ ਦੀ ਤਰੀਕ ਫਿਕਸ ਹੋ ਗਈ ਆ, ਤੇ ਮੈਨੂੰ 2 ਮਹੀਨੇ ਦੀ ਛੁੱਟੀ ਚਾਹੀਦੀ ਉਦੋਂ। ਪਹਿਲਾਂ ਹੀ ਮੈਂ ਉਹਨੂੰ ਦੱਸਤਾ ਸੀ, ਜਾ ਕੇ ਉਹਨੂੰ ਮੈਂ ਅਵੇਅਰ ਕਰਤਾ ਸੀ ਕਿ ਲੁੱਕ ਆਈ ਨੀਡ ਟੂ ਗੋ ਫॉर ਐਟ ਲੀਸਟ 2 ਮੰਥਸ ਨਾ। ਤੇ ਉਹ ਕਹਿੰਦਾ ਠੀਕ ਆ, ਕੋਈ ਚੱਕਰ ਨਹੀਂ ਹੈਗਾ। ਉਹਨੇ ਵੀ ਉਹ ਬਹੁਤ ਅੰਡਰਸਟੈਂਡ ਕਰਦੇ ਇਹ ਚੀਜ਼ ਨੂੰ ਨਾ, ਗੋਰੇ ਵੀ। ਉਹਨਾਂ ਨੇ ਕਿਹਾ ਕਿ ਤੁਹਾਡੇ ਵਾਸਤੇ ਇੱਕ ਬਿਗ ਅਚੀਵਮੈਂਟ ਹੁੰਦੀ ਹੈ, ਕਿਉਂਕਿ ਇੰਡੀਅਨ ਵੈਡਿੰਗਸ ਹੁੰਦੀਆਂ ਜਿਹੜੀਆਂ ਉਹਦੇ 'ਚ 700-800 ਜਾਂ 1000 ਬੰਦਾ ਹੁੰਦਾ ਤਾਂ ਆਪਣੇ ਇੱਥੇ ਇਕੱਠਾ। ਤੇ ਉਹ ਕਹਿੰਦਾ ਵੀ ਨਹੀਂ ਮੈਂ ਤੂੰ ਜਾ ਸਕਦਾ 2 ਮੰਥ ਵਾਸਤੇ। ਤੇ ਉਹ ਹੀ ਵਾਸ ਕੁਆਇਟ ਹੈਪੀ ਟੂ ਗਿਵ ਮੀ ਲੀਵ ਨਾ। ਤੇ ਉਦੋਂ ਬਾਅਦ ਫਿਰ ਮੈਂ ਭਾਈ 15 ਨਵੰਬਰ ਨੂੰ ਮੈਂ ਆਇਆ ਸੀ ਇੱਥੇ 2019 ਦੇ ਵਿੱਚ। ਤੇ ਫਿਰ 2019 ਦੇ ਵਿੱਚ 28 ਨਵੰਬਰ ਨੂੰ ਸਾਡੀ ਵੈਡਿੰਗ ਹੋਈ। ਤੇ ਉਦੋਂ ਫਿਰ ਮੈਨੂੰ ਲੱਗਿਆ ਕਿ ਥੋੜਾ ਜਿਹਾ ਚਲੋ ਅਸੀਂ ਮਾਲਦੀਵ ਨਹੀਂ ਆਪਣਾ ਘੁੰਮਣ ਵੀ ਗਏ ਵਿਆਹ ਤੋਂ ਬਾਅਦ। ਫਿਰ ਮੈਨੂੰ ਲੱਗਾ ਕਿ ਚੱਲ ਯਾਰ 2 ਵੀਕ ਦੀ ਛੁੱਟੀ ਹੋਰ ਵਧਾ ਲੈਂਦੇ ਹੈ ਨਾ। ਤੇ ਮੈਂ ਆਪਣੇ ਉਹਨਾਂ ਨੂੰ ਰਿਕੁਐਸਟ ਕੀਤੀ ਕਿ ਨਾ ਮੈਨੂੰ ਇੱਦਾਂ ਕਿ ਤੈਨੂੰ ਵੀ ਪਤਾ ਹੁਣ ਕ੍ਰਿਸਮਸ ਬਿਜ਼ੀ ਪੀਰੀਅਡ ਲੰਘ ਗਿਆ, ਤੇ ਹੁਣ ਸਕੂਲ ਹੌਲੀਡੇ ਚੱਲ ਰਹੀਆਂ, ਤੇ ਹੁਣ ਕੁਆਇਟ ਪੀਰੀਅਡ ਆ, ਤੇ ਮੈਨੂੰ 2 ਵੀਕ ਦੀ ਛੁੱਟੀ ਹੋਰ ਦੇ ਦੇ। ਤੇ ਉਹ ਕਹਿੰਦਾ ਕੋਈ ਚੱਕਰ ਨਹੀਂ, ਤੂੰ 2 ਵੀਕ ਦੀ ਛੁੱਟੀ ਹੋਰ ਲੈ, ਤੂੰ ਆਪਣਾ ਇੱਥੇ ਇੰਜੋਏ ਕਰ ਲਾਈਫ ਨੂੰ ਨਾ, ਤੇ ਕੋਈ ਚੱਕਰ ਨਹੀਂ। ਫਿਰ ਮੈਂ ਭਾਜੀ 25 ਜਨਵਰੀ 2020 ਨੂੰ ਵਾਪਸ ਲਾਸਟ ਈਅਰ ਮੁੜ ਕੇ ਗਿਆ ਸੀ। ਤੇ ਮੇਰਾ ਟੋਟਲ ਲੀਵ ਬਣਦੀ ਸੀ 72 ਦਿਨ। ਅੱਛਾ ਜੀ। ਹਾਂਜੀ। ਤੇ ਉਹ 10 ਵੀਕਾਂ ਤੋਂ ਵੀ ਵੱਧ ਛੁੱਟੀ ਬਣਦੀ ਹੈ। ਇੰਨੀ ਲੀਵ ਕੋਈ ਓਨਰ ਅਪਰੂਵ ਨਹੀਂ ਕਰਦਾ ਨਿਊਜ਼ੀਲੈਂਡ ਦੇ ਵਿੱਚ। ਐਜ਼ ਅ ਮੈਨੇਜਰ ਮੈਂ ਵੀ ਆ, ਮੇਰੇ ਕੋਲ 20 ਬੰਦੇ ਕੰਮ ਕਰਦੇ ਆ, ਤੇ ਮੈਂ ਕਿਸੇ ਵੀ ਆਪਣੇ ਸਟਾਫ ਮੈਂਬਰ ਦੀ 6 ਵੀਕਾਂ ਤੋਂ ਵੱਧ ਛੁੱਟੀ ਅਪਰੂਵ ਨਹੀਂ ਕਰਦਾ, ਕਿਉਂਕਿ ਬਹੁਤ ਹਾਰਡ ਹੋ ਜਾਂਦਾ ਫਿਰ ਪਿੱਛੋਂ ਮੈਨੇਜ ਕਰਨਾ। ਕਹਿੰਦੇ ਕੰਮ ਨੂੰ ਸਲਾਮ ਹੁੰਦਾ, ਤੁਹਾਨੂੰ ਕੰਮ ਨੂੰ ਦੇਖ ਕੇ ਦੁਬਾਰਾ। ਹਾਂਜੀ, ਉਹਨਾਂ ਨੇ ਮੈਨੂੰ ਕੰਮ ਨੂੰ ਵੀ। ਤੇ ਫਿਰ ਮੈਂ 25 ਜਨਵਰੀ ਨੂੰ ਗਿਆ, ਤੇ ਉਹ ਤੋਂ ਬਾਅਦ ਫਿਰ ਸਭ ਤੋਂ ਵੱਡੇ ਪੈਕੇਜ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਮੈਨੂੰ ਉੱਥੋਂ ਜੌਬ ਆਫਰ ਆਈ ਕਿ ਤੂੰ ਸਾਡੇ ਨਾਲ ਕੰਮ ਕਰਨਾ। ਤੇ ਮੈਨੂੰ ਵੀ ਬਹੁਤ ਵਧੀਆ ਲੱਗਿਆ, ਕਿਉਂਕਿ ਤੁਸੀਂ ਸੇਮ ਆਰਗੇਨਾਈਜੇਸ਼ਨ ਦੇ ਵੱਡੇ ਲੀਡਰਸ ਨਾਲ ਕੰਮ ਕਰਨਾ, ਤੇ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ। ਤੇ ਉਹ ਤੋਂ ਬਾਅਦ ਫਿਰ ਜਿਹੜਾ ਮੇਰਾ 2IC ਸੀ
ਉਹਨੂੰ ਮੈਂ ਇੰਨਾ ਕੁ ਟ੍ਰੇਨ ਕਰਦਾ ਸੀ ਕਿ ਉਹ ਬਹੁਤ ਵਧੀਆ ਬੰਦਾ ਸੀ। ਉਹ ਹੀ ਵਾਸ ਕੁਆਇਟ ਹੈਪੀ ਟੂ ਸਟੈਪ ਅਪ ਐਟ ਦੈਟ ਟਾਈਮ ਨਾ। ਉਹ ਚਾਹੁੰਦਾ ਸੀ ਕਿ ਉਹ ਮੈਨੇਜਰ ਬਣ ਜਾਵੇ ਨਾ, ਐਂਡ ਉਹਦੇ ਵਾਸਤੇ ਬਹੁਤ ਵਧੀਆ ਓਪਰਚ्युनिटी ਸੀ ਉਹ ਮੈਨੇਜਰ ਬਣਨ ਦੇ। ਪੂਰਾ ਮਤਲਬ ਕਿ ਉਹਨੇ ਪਹਿਲਾਂ ਵੀ ਮੈਨੇਜਰ ਉਹਨੇ ਕੰਮ ਕੀਤਾ ਸੀ, ਬਟ ਮੈਂ ਚਾਹੁੰਦਾ ਸੀ ਕਿ ਉਹ ਵੀ ਥੋੜਾ ਬੰਦਾ ਸਟੈਪ ਅਪ ਕਰੇ ਨਾ, ਮੇਰੇ ਕਰਕੇ ਉਹਦੀ ਪ੍ਰਮੋਸ਼ਨ ਨਾ ਰੁਕੀ ਰਵੇ। ਤੇ ਫਿਰ ਮੈਂ ਕਿਹਾ ਚਲੋ, ਮੈਂ ਆਪਣੇ ਓਨਰ ਨੂੰ ਕਿਹਾ ਕਿ ਵੀ ਦੇਖੋ ਉਹਦਾ ਮੁੰਡੇ ਦਾ ਨਾਮ ਮਨਵੀਰ ਆ, ਤੇ ਮੈਂ ਉਹਨੂੰ ਕਿਹਾ ਕਿ ਉਹ ਬੰਦਾ ਹੈ ਨਾ ਉਹ ਮੈਨੇਜਰ ਬਣਨਾ ਚਾਹੁੰਦਾ ਤੇ ਮੈਨੂੰ ਅੱਗੇ ਬਹੁਤ ਵਧੀਆ ਓਪਰਚ्युनिटी ਮਿਲ ਰਹੀ ਆ। ਤੇ ਉਹ ਕਹਿੰਦਾ ਠੀਕ ਆ, ਤੇ ਤੂੰ ਹੁਣ ਚਲੇ ਜਾ ਤੇ ਇਹਨੂੰ ਆਪਾਂ ਇੱਥੇ ਮੈਨੇਜਰ ਬਣਾ ਦਿੰਦੇ ਆ। ਤੇ ਉਦੋਂ ਫਿਰ ਭਾਜੀ ਮਤਲਬ ਕਿ ਮੈਂ ਉਹ ਤੋਂ ਬਾਅਦ ਫਿਰ ਇਦਾਂ ਸਾਡਾ ਮਤਲਬ ਕਹਿੰਦੇ ਜੋ ਇਨਸਾਨ ਦੂਜਿਆਂ ਦਾ ਭਲਾ ਸੋਚਦਾ ਉਹਦਾ ਹੀ ਅੱਗੇ ਕਹਿੰਦੇ ਭਲਾ ਹੁੰਦਾ। ਤੁਹਾਡੀ ਸੋਚ ਬੜੀ ਵਧੀਆ ਸੀ। ਪਰ ਮੈਂ ਤੁਹਾਡੇ 'ਚ ਇੱਕ ਚੀਜ਼ ਜਾਣਨਾ ਚਾਹੁੰਦਾ, ਆਮ ਤੌਰ ਜਿਹੜੇ ਆਪਣੇ ਪੰਜਾਬੀ ਮੁੰਡੇ ਹੈਗੇ ਨੇ ਉਹ ਬਾਹਰ ਤਾਂ ਜਾਂਦੇ ਨੇ, ਕਹਿੰਦੇ ਚਲੋ ਉੱਥੇ ਸੈਟਲ ਵੀ ਹੋ ਜਾਏ, ਨਾਲ ਗੋਰੀ ਨਾਲ ਵਿਆਹ ਕਰਾ ਲਾਂਗੇ। ਹਾਂਜੀ ਹਾਂਜੀ। ਇੱਥੇ ਤਾਂ ਗੋਰੀ ਇਟਲੀ ਤੋਂ ਚੱਲ ਕੇ ਤੁਹਾਡੇ ਲਈ ਆ ਗਏ ਆ। ਬਸ ਭਾਈ ਇਹ ਸੰਜੋਗਾਂ ਦੀ ਗੱਲ ਸੀ ਹਨਾ। ਤੇ ਬਾਕੀ ਮੇਰੇ ਸ਼ੁਰੂ ਤੋਂ ਹੀ ਘਰਦਿਆਂ ਦਾ ਇਹ ਸੀ ਕਿ ਮੈਨੂੰ ਇੰਨਾ ਕੋਈ ਉਹ ਨਹੀਂ ਸੀ ਹੈਗਾ ਕਿ ਮੈਂ 19 ਸਾਲ ਦਾ ਬਾਹਰ ਚਲੇ ਗਿਆ ਸੀ ਭਾਜੀ। ਮੈਂ ਬਹੁਤੀ ਏਜ ਨਹੀਂ ਸੀ ਮੇਰੀ, +2 ਮੈਂ ਕੀਤੀ ਸੀ ਇੱਥੇ, ਮੈਂ 19 ਸਾਲ ਦਾ ਬਾਹਰ ਚਲੇ ਗਿਆ ਸੀ। ਤਾਂ ਉੱਥੇ ਜਿਹੜੇ ਨਾਲ ਮੇਰੇ ਭਾਜੀ ਨਾਲ ਰਹਿੰਦੇ ਸੀ ਉਹ ਬਹੁਤ ਸਪੋਰਟਿਵ ਸੀ ਸ਼ੁਰੂ ਤੋਂ ਹੀ। ਸਪੋਰਟਿਵ ਸੀ, ਹਾਂਜੀ। ਕੀ ਨਾਮ ਉਹਨਾਂ ਦਾ? ਕਾਫੀ ਸੀ ਭਾਜੀ, ਹੁੰਦੇ ਨਾ ਅਸੀਂ ਕਾਫੀ ਜਣੇ ਰਹਿੰਦੇ ਸੀ। ਗਗਨ ਭਾਜੀ, ਜੱਸੀ ਭਾਜੀ, ਮਨਵੀਰ ਹੋ ਗਿਆ ਭਾਜੀ, ਰਾਜ ਭਾਜੀ, ਮੁੰਡਾ ਜਸਕਰਨ। ਹਾਂਜੀ, ਸਾਰਿਆਂ ਨੇ ਬਹੁਤ ਮੇਰੀ ਹੈਲਪ ਕੀਤੀ ਉਦੋਂ ਉਹ ਟਾਈਮ ਦੇ ਵਿੱਚ। ਸਾਰੇ ਵਿਆਹੇ ਸੀ, ਕੁਆਰੇ ਸੀ ਮੁੰਡੇ? ਹੁਣ ਤੇ ਤਕਰੀਬਨ ਸਾਰਿਆਂ ਦੇ ਵਿਆਹ ਹੋਏ ਆ, ਬੱਚੇ ਵੀ ਉੱਧਰ ਹੀ ਸੈੱਟ ਆ। ਹਾਂਜੀ, ਕੈਪਟਨ ਮੁੰਡਾ ਇੱਕ, ਹਾਂਜੀ ਉਹ ਵੀ ਆ ਮੁੰਡਾ। ਅੱਛਾ ਅੱਛਾ। ਹਾਂਜੀ, ਉਹਨਾਂ ਨੇ ਬਹੁਤ ਮਤਲਬ ਕਿ ਬਹੁਤ ਜ਼ਿਆਦਾ ਸਪੋਰਟਿਵ ਸੀ ਉਹਨਾਂ ਨੇ। ਠੀਕ ਹੈ, ਮੈਂ ਤੁਹਾਡੇ ਸਟਰਗਲ ਤੇ ਵੀ ਜ਼ਰੂਰ ਆਉਣਾ। ਛੋਟੀ ਜਿਹੀ ਤੁਹਾਡੇ ਤੇ ਵੀ ਰਾਏ ਜਾਣਨਾ ਚਾਹੁੰਦਾ। ਹਰ ਇੱਕ ਹਸਬੈਂਡ ਵਾਈਫ ਦੇ ਹੁੰਦੇ ਆ ਕਿ ਜਦੋਂ ਵਿਆਹ ਕਰਨਾ ਹੁੰਦਾ ਕਿਸੇ ਕੁੜੀ ਜਾਂ ਮੁੰਡੇ ਨੂੰ ਦੇਖਣੇ ਹੁੰਦੇ ਹਨ, ਤੇ ਹਰ ਇੱਕ ਦੀ ਚੋਇਸ ਹੁੰਦੀ ਹੈ ਕੁਝ ਕਿ ਲੜਕੀ ਦੇ ਵਿੱਚ ਆਹ ਗੁਣ ਹੋਣੇ ਚਾਹੀਦੇ ਨੇ, ਤੇ ਲੜਕੀ ਵੀ ਚਾਹੁੰਦੀ ਹੈ ਕਿ ਮੁੰਡੇ ਦੇ ਵਿੱਚ ਆਹ ਗੁਣ ਹੋਣੇ ਚਾਹੀਦੇ ਨੇ ਨਾ। ਤੇ ਤੁਹਾਨੂੰ ਗੁਰਪ੍ਰੀਤ ਦੇ ਵਿੱਚ ਉਹ ਕੀ ਗੱਲ ਦਿਸੀ ਕਿ ਤੁਸੀਂ ਵਿਆਹ ਲਈ ਰਾਜ਼ੀ ਹੋ ਗਏ ਫਟਾਫਟ? ਇੱਕ ਤੇ ਭਾਈ ਚਲੋ ਮੈਨੂੰ ਇਦਾਂ ਸੀ ਕਿ ਚਲੋ ਬਾਹਰ ਹੈਗੇ ਆ ਨਾ, ਇਹ ਥੋੜਾ ਜਿਹਾ ਬਾਹਰ ਦੀ ਲਾਈਫ ਦਾ ਪਤਾ ਹੁੰਦਾ ਬੰਦੇ ਨੂੰ ਕਿ ਕਿੱਦਾਂ ਆਪਾਂ ਲਾਈਫ ਆਪਾਂ ਉਹ ਕਰਨੀ ਆ। ਦੂਜਾ ਇਹ ਸੀ ਕਿ ਇਹ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ, ਇਹਨਾਂ ਦੇ ਗੱਲਬਾਤ ਕਰਨ ਦਾ ਤਰੀਕਾ ਇੱਕ ਫੈਮਿਲੀ ਦੇ ਵਿੱਚ ਹਨਾ ਘੁਲ ਮਿਲ ਜਾਣ ਦਾ ਵੀ ਵਧੀਆ ਹੁੰਦਾ ਨਾ, ਉਹ ਚੀਜ਼ ਵਧੀਆ ਲੱਗੀ ਮੈਨੂੰ। ਹਾਂਜੀ। ਤੇ ਤੁਸੀਂ ਮਤਲਬ ਉਸ ਤੋਂ ਬਾਅਦ ਰਾਜ਼ੀ ਹੋ ਗਏ? ਹਾਂਜੀ ਹਾਂਜੀ। ਗੁਰਪ੍ਰੀਤ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਜਦੋਂ ਤੁਸੀਂ ਇਹਨਾਂ ਨੂੰ ਦੇਖਿਆ ਹੈਗਾ, ਕਿਉਂਕਿ ਜਿਹੜੀ ਇਟਲੀ ਵਿੱਚ ਲੜਕੀ ਰਹੀ ਹੋਵੇ ਨਾ ਤੇ ਉੱਥੇ ਫੈਮਿਲੀ ਉਹਨਾਂ ਦੀ ਸੈਟਲ ਹੋਵੇ, ਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਆ ਕੇ ਸੋਚਿਆ ਕਿ ਇੱਥੇ ਲੜਕੇ ਨਾਲ ਵਿਆਹ ਕਰਾਉਣਾ ਹੈਗਾ ਨਾ, ਤੇ ਅਚਾਨਕ ਹੀ ਸਾਰਾ ਕੁਝ ਹੋ ਗਿਆ ਜਾਂ ਕੁਝ ਹੋਰ ਸੋਚਿਆ ਤੁਸੀਂ? ਤੇ ਇਹਨਾਂ ਨੂੰ ਜਦੋਂ ਦੇਖਿਆ ਕਿ ਮਨ ਚ ਆਇਆ? ਹਾਂਜੀ, ਜਦੋਂ ਮੈਂ ਇਹਨਾਂ ਨੂੰ ਪਹਿਲੀ ਵਾਰ ਦੇਖਿਆ, ਸਾਡੇ ਘਰੇ ਆਏ ਐਕਸਾਮ ਦੇਖਣ, ਜਿਵੇਂ ਇਹਨਾਂ ਨੇ ਤੁਹਾਨੂੰ ਦੱਸਿਆ ਆ। ਤਾਂ ਅੱਜ ਕੱਲ੍ਹ ਇੱਕ ਇੱਥੇ ਪ੍ਰੋਬਲਮ ਚੱਲਦੀ ਹੈ ਕਿ ਦੂਜੇ ਦੇ ਚੀਜ਼ਾਂ 'ਚ ਜ਼ਿਆਦਾ ਇੰਟਰਫੇਅਰ ਕਰਦੇ ਆ ਲੋਕ, ਕੀ ਕਰਦਾ, ਕੀ ਪਾਇਆ, ਕੀ ਖਾਇਆ। ਸੋ ਮੁੰਡੇ ਵੀ ਕੁਝ ਅੱਜ ਕੱਲ੍ਹ ਇੱਦਾਂ ਦੇ ਹੁੰਦੇ ਨੇ ਜਿਹੜੇ ਆਪਣੇ ਜਿੱਦਾਂ ਫੈਮਿਲੀ ਨੇ ਕਿ ਇਹਨੂੰ ਇਹ ਨਹੀਂ ਪਵਾਉਣਾ, ਇਹ ਨਹੀਂ ਖਵਾਉਣਾ, ਉੱਥੇ ਨਹੀਂ ਲੈ ਕੇ ਜਾਣਾ, ਇੱਦਾਂ ਚੱਲਦੇ ਨੇ। ਬਟ ਇਹਨਾਂ ਨੇ ਮੈਨੂੰ ਇੱਕ ਗੱਲ ਕਹੀ ਸੀ ਕਿ ਮੈਂ ਤੇਰੇ ਨਾਲ ਰਹਿਣਾ, ਲੋਕਾਂ ਨਾਲ ਨਹੀਂ। ਇਸ ਗੱਲ ਤੋਂ ਬਾਅਦ ਮੇਰੀ ਹਾਂ ਹੋ ਗਈ ਸੀ ਕਿ ਮੈਂ ਡਨ। ਇੱਕੋ ਗੱਲ ਨਾਲ ਰਾਜ਼ੀ ਹੋ ਗਏ? ਹਾਂਜੀ, ਇੱਕ ਗੱਲ ਨਾਲ ਮੈਂ ਰਾਜ਼ੀ ਹੋ ਗਈ ਸੀ ਨਾ ਕਿ ਮੈਂ ਤੇਰੇ ਨਾਲ ਰਹਿਣਾ, ਮੈਂ ਲੋਕਾਂ ਨਾਲ ਨਹੀਂ ਰਹਿਣਾ। ਲੋਕ ਜੋ ਕਹਿੰਦੇ ਆ ਕਹਿੰਦੇ। ਠੀਕ। ਸੋ ਆਈ ਡੋਨਟ ਕੇਅਰ ਅਬਾਊਟ। ਵੈਸੇ ਇੱਕ ਜੋ ਔਰਤ ਹੁੰਦੀ ਹੈ, ਹਾਂਜੀ, ਉਹ ਤੁਹਾਡੀ ਮੈਂ ਗੱਲ ਜਾਣਨਾ ਚਾਹੁੰਦਾ, ਤੁਹਾਡੇ ਮਨ 'ਚ ਕੀ ਆਇਆ ਕਿ ਤੁਸੀਂ ਸੋਚਿਆ ਹੋਣਾ ਕਿ ਮੇਰੇ ਹਸਬੈਂਡ ਵਿੱਚ ਆਹ ਕੁਆਲਿਟੀ ਹੋਣੀ ਚਾਹੀਦੀ ਹੈ? ਹਾਂਜੀ। ਕੀ ਸੋਚਿਆ ਸੀਗਾ ਉਸ ਤੋਂ ਪਹਿਲਾਂ? ਕੁਆਲਿਟੀ ਤੇ ਮੈਂ ਤੁਹਾਨੂੰ ਸੀਰੀਅਸਲੀ ਅੱਜ ਕੱਲ੍ਹ ਜਿੱਦਾਂ ਤੁਹਾਨੂੰ ਪਤਾ ਹੀ ਹੈ ਮਾਹੌਲ ਕਿੱਦਾਂ ਦਾ ਆ, ਬਟ ਐਡਾ ਕੁਝ ਨਹੀਂ ਸੀਗਾ ਹੁਣ। ਬਟ ਇਹਨਾਂ ਦੀ ਇੱਕੋ ਗੱਲ ਨੇ ਮੈਨੂੰ ਰਾਜ਼ੀ ਕਰਤਾ ਕਿ ਹਾਂਜੀ ਮੈਂ ਤੇਰੇ ਨਾਲ ਰਹਿਣਾ, ਮੈਂ ਲੋਕਾਂ ਨਾਲ ਹੀ ਰਹਿਣਾ। ਬਸ ਇਹ ਗੱਲ ਕਾਫੀ ਸੀਗੀ ਹਾਂ ਕਰਨ ਵਾਸਤੇ। ਠੀਕ ਹੈ। ਹਾਂਜੀ। ਤੇ ਤੁਹਾਡੇ ਜਿਹੜੇ ਮੰਮੀ ਪਾਪਾ ਇਟਾਲੀਅਨ ਉੱਥੇ ਸੈੱਟ ਹੈਗੇ ਨੇ? ਹਾਂਜੀ, ਡੈਡੀ ਮੰਮੀ ਆਏ ਹੋਏ ਨੇ। ਮੈਂ ਤੁਹਾਨੂੰ ਜਿੱਦਾਂ ਕਿ ਦੱਸਿਆ ਸੀ ਕਿ ਮੰਮੀ ਇੱਥੇ ਸਟਕ ਹੋ ਗਏ ਨੇ, ਤਾਂ ਮੰਮੀ ਨੂੰ ਹਾਂਜੀ ਜਿੱਦਾਂ ਮੰਮੀ ਦੀ ਮੈਂ ਇੱਕ ਗੱਲ ਸ਼ੇਅਰ ਕਰਨਾ ਚਾਹਾਂਗੀ ਇੱਥੇ। ਮੰਮੀ ਨੂੰ ਵਿਦਆਊਟ ਮੀ ਬਹੁਤ ਪ੍ਰੋਬਲਮਸ ਆ ਰਹੀਆਂ ਨੇ ਕਿਉਂਕਿ ਮੰਮੀ ਨੂੰ ਇਟਾਲੀਅਨ ਨਹੀਂ ਆਉਂਦੀ ਹੈਗੀ। ਸੋ ਮੰਮੀ ਨੂੰ ਜਿੱਦਾਂ ਹੈਲਥ ਇਸ਼ੂਜ਼ ਕਾਫੀ ਨੇ, ਕਾਫੀ ਬਿਮਾਰ ਰਹਿੰਦੇ ਨੇ ਮੰਮੀ। ਸੋ ਉਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਮੇਰੇ ਨਾਲ ਹੀ ਜਾਂਦੇ ਸੀ। ਡੈਡੀ ਜਾ ਨਹੀਂ ਸਕਦੇ ਹੈਗੇ ਕਿਉਂਕਿ ਸਮ ਟਾਈਮ ਜਿਹੜੀ ਟਾਈਮਿੰਗ ਡਾਕਟਰ ਦੀ ਹੁੰਦੀ ਹੈ ਡੈਡੀ ਉਸ ਟਾਈਮ ਕੰਮ ਤੇ ਹੁੰਦੇ ਨੇ। ਤਾਂ ਫਿਰ ਇਹ ਕਾਫੀ ਸਾਨੂੰ ਮੰਮੀ ਨੂੰ ਇਹਨਾਂ ਚੀਜ਼ਾਂ ਦਾ ਕਿਸੇ ਦਾ ਸਾਹਮਣਾ ਕਰਨਾ ਪੈ ਰਿਹਾ ਆ। ਠੀਕ, ਮਤਲਬ ਮੈਡੀਸਿਨ ਦੀ ਇੱਕ ਹੈਲਥ ਦੀ ਪ੍ਰੋਬਲਮ ਆ ਰਹੀ ਹੈ। ਹਾਂਜੀ। ਤੇ ਦੂਸਰਾ ਹੁਣ ਕਿਉਂਕਿ ਜਿਵੇਂ ਇੱਥੇ ਸਟਕ ਹੋਏ ਹੋਏ ਨੇ, ਹਾਂਜੀ, ਤੇ ਉਹ ਵੀ ਚਾਹੁੰਦੇ ਹੋਣਗੇ ਫਟਾਫਟ ਇਟਲੀ ਪਹੁੰਚਿਆ ਜਾਵੇ, ਹਸਬੈਂਡ ਉੱਥੇ ਉਡੀਕਦੇ ਹੋਣਗੇ। ਹਾਂਜੀ। ਤੇ ਫੈਮਿਲੀ ਹੋਰ ਵੀ ਤੁਹਾਡੀ ਉੱਥੇ ਵੀ ਹੋਰ ਨਾਲ ਗਏ ਨੇ? ਹਾਂਜੀ, ਮਾਮਾ ਜੀ ਨੇ, ਮਾਮੀ ਜੀ, ਉਹਨਾਂ ਦੇ ਬੱਚੇ,
ਡੈਡੀ ਐਂਡ ਮੰਮੀ ਉਹ ਬਸ। ਕਾਫੀ ਮਿਸ ਕਰਦੇ ਹੋਣੇ ਇਹਨਾਂ ਨੂੰ। ਹਾਂਜੀ ਹਾਂਜੀ, ਡੈਡੀ ਡੇਲੀ ਪੁੱਛਦੇ ਕਦੋਂ ਆਣਾ ਕਦੋਂ ਆਣਾ ਕਦੋਂ ਆਣਾ, ਬਟ ਫਿਰ ਡੈਡੀ ਨੇ ਮੈਨੂੰ ਲੱਗਦਾ ਪਰਸੋਂ ਹੀ ਦੱਸਿਆ ਕਿ ਮੈਨੂੰ ਲੱਗਦਾ ਇਹਨਾਂ ਨੇ 31 ਜੂਨ ਤੱਕ ਫਲਾਈਟਾਂ ਬੰਦ ਕਰ ਦਿੱਤੀਆਂ ਨੇ, ਬਟ ਮੈਂ ਸ਼ੋਰ ਨਹੀਂ ਹੈਗੀ ਇਸ ਗੱਲ ਨੂੰ ਲੈ ਕੇ, ਬਟ ਹਜੇ ਸੁਣਿਆ ਹੀ ਆ। ਹਾਲੇ ਤੁਸੀਂ ਸੁਣਿਆ? ਹਜੇ ਸੁਣਿਆ ਹੀ ਆ ਬਟ ਸ਼ੋਰ ਨਹੀਂ ਹੈਗੀ ਹਾਂਜੀ ਕਿ ਕੀਤੀਆਂ ਜਾਂ ਨਹੀਂ ਕੀਤੀਆਂ। ਤੇ ਤੁਹਾਨੂੰ ਹਸਬੰਡ ਤੁਹਾਡੇ ਵਾਈਫ ਬਹੁਤ ਪਿਆਰ ਕਰਦੇ ਹੈਗੇ ਨੇ, ਜੋੜੀ ਤੁਹਾਡੀ ਬਹੁਤ ਪਿਆਰੀ ਹੈਗੀ ਹੈ। ਤੇ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦਾ, ਹਰੇਕ ਇਨਸਾਨ ਦਾ ਇੱਕ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਲਈ, ਇੱਕ ਫੈਮਿਲੀ ਹੁੰਦੀ, ਬਾਅਦ 'ਚ ਬੱਚੇ ਹੁੰਦੇ ਨੇ ਨਾ, ਵਾਈਫ ਲਈ ਕੁਝ ਕਰਕੇ ਦਿਖਾਏ। ਤੁਹਾਨੂੰ ਜਿਹੜਾ ਅਵਾਰਡ ਮਿਲਣਾ ਸੀਗਾ ਨਾ, ਹਾਂਜੀ ਜਿਹੜਾ ਤੁਸੀਂ ਦੱਸਿਆ ਕਿ ਟੌਪ 3 ਦੇ ਵਿੱਚ ਤੁਸੀਂ ਆਏ ਹੋ, ਹਾਂਜੀ ਭਾਜੀ, ਉਹ ਜਿਹੜਾ ਅਵਾਰਡ ਮਿਲਿਆ, ਇਹ ਵੀ ਸੁਣਨ 'ਚ ਆਇਆ ਕਿ ਤੁਸੀਂ ਚਾਹੁੰਦੇ ਸੀਗੇ ਕਿ ਤੁਹਾਡੀ ਜਿਹੜੀ ਪਤਨੀ ਹੈਗੀ ਹੈ ਉਸ ਵੇਲੇ ਨਾਲ ਤੁਹਾਡੇ ਖੜੀ ਹੋਵੇ ਜਦੋਂ ਤੁਹਾਨੂੰ ਅਵਾਰਡ ਮਿਲਿਆ ਨਾ। ਹਾਂਜੀ। ਤੇ ਅਵਾਰਡ ਕਿਹੜੀ ਕੰਪਨੀ ਵੱਲੋਂ ਦਿੱਤਾ ਜਾ ਰਿਹਾ ਸੀਗਾ ਤੇ ਉਹਦੀ ਨਿਊਜ਼ੀਲੈਂਡ ਦੇ ਵਿੱਚ ਕਿੰਨੀ ਕੁ ਅਹਿਮੀਅਤ ਹੈਗੀ ਉਸ ਕੰਪਨੀ ਦੀ? ਹਾਂਜੀ। ਤੇ ਹੁਣ ਤੁਸੀਂ ਅਵਾਰਡ ਉਹ ਨਹੀਂ ਲੈ ਸਕ ਪਾ ਰਹੇ ਤੇ ਤੁਸੀਂ ਇੰਡੀਆ ਵਿੱਚ ਸਟਕ ਹੋਏ ਹੋ, ਹਾਂਜੀ। ਕੀ ਕਹੋਗੇ? ਭਾਜੀ ਅਵਾਰਡ ਹੈ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ, ਮੈਨੂੰ ਇੱਕੋ ਫਰਮ ਦੇ ਵਿੱਚ ਇੱਕੋ ਫਰੈਂਚਾਈਜ਼ੀ ਦੇ ਵਿੱਚ ਕੰਮ ਕਰਦੇ ਨੂੰ 7 ਸਾਲ ਹੋ ਗਿਆ। 2014 ਦੇ ਵਿੱਚ ਮੈਂ ਇਹੀ ਫਰੈਂਚਾਈਜ਼ੀ ਦੇ ਵਿੱਚ ਕੰਮ ਅੰਡਰ ਨਿਊ ਵਰਲਡ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਤੇ ਜਦੋਂ ਅਸੀਂ ਕੰਮ ਕਰਦੇ ਸੀ, ਮੈਂ ਬੇਕਰੀ 'ਚ ਕੰਮ ਕਰਦਾ ਸ਼ੁਰੂ ਤੋਂ ਹੀ। ਜਦੋਂ ਅਸੀਂ ਕੰਮ ਕਰਦੇ ਹੁੰਦੇ ਸੀ ਬੇਕਰੀ ਅਸਿਸਟੈਂਟ ਤੇ ਬੇਕਰ, ਉਦੋਂ ਸਾਨੂੰ ਓਪਰਚੁਨਿਟੀਜ਼ ਥੋੜ੍ਹੀਆਂ ਘੱਟ ਸੀ। ਤੇ ਬਾਅਦ ਦੇ ਵਿੱਚ ਅਸੀਂ ਦੇਖਣਾ ਕਿ ਜਦੋਂ ਗੋਰੇ ਜਾਂਦੇ ਸੀ ਆਪਣਾ ਐਕਸੀਲੈਂਸ ਅਵਾਰਡ ਦੇ ਵਿੱਚ, ਤੇ ਅਸੀਂ ਉਹਨਾਂ ਦੀਆਂ ਫੋਟੋਆਂ ਦੇਖਣੀਆਂ ਕੰਪਿਊਟਰ ਦੇ ਵਿੱਚ, ਸਾਨੂੰ ਵੀ ਲੱਗਣਾ ਕਿ ਯਾਰ ਅਸੀਂ ਕਿਉਂ ਨਹੀਂ ਜਾ ਸਕਦੇ ਨਾ। ਤੇ ਫਿਰ ਭਾਜੀ ਦੇਖੋ, ਹੁਣ ਹਰੇਕ ਬੰਦੇ ਦੀਆਂ ਆਪਣੀਆਂ ਖਾਹਿਸ਼ਾਂ ਹੁੰਦੀਆਂ ਨਾ। ਮੈਨੂੰ ਇਸ ਵਾਰੀ ਇੱਦਾਂ ਸੀ ਕਿ ਚਲੋ ਫਰਵਰੀ ਦੇ ਮਹੀਨੇ ਦੇ ਵਿੱਚ ਮੈਂ ਇੱਥੇ ਆਇਆ ਸੀ, ਮੈਨੂੰ ਇੱਦਾਂ ਸੀ ਕਿ ਚਲੋ ਗੁਰਪ੍ਰੀਤ ਦਾ ਵੀਜ਼ਾ ਲੱਗ ਜੂਗਾ ਤੇ ਅਸੀਂ ਇਕੱਠੇ ਜਾਵਾਂਗੇ ਨਾ। ਮੇਰਾ ਫਰੈਂਡ ਆ ਮਨਵੀਰ, ਉਹ ਵੀ ਟੌਪ 3 ਦੇ ਵਿੱਚ ਹੋਇਆ ਸਿਲੈਕਟ। ਤੇ ਸਾਨੂੰ ਇੱਦਾਂ ਕਿਹੜੀ ਕੰਪਨੀ ਵੱਲੋਂ ਜਿਹੜਾ ਅਵਾਰਡ ਤੁਹਾਨੂੰ ਦਿੱਤਾ ਗਿਆ ਜੀ? ਉਹ ਭਾਈ ਇਹ ਫੂਡ ਸਟੱਫ ਆ। ਫੂਡ ਸਟੱਫ ਨਿਊਜ਼ੀਲੈਂਡ ਦੀ ਕੰਪਨੀ ਹੈ? ਨਿਊਜ਼ੀਲੈਂਡ ਦੀ ਫੂਡ ਸਟੱਫ ਕੰਪਨੀ ਹੈ। ਇਹਦੇ ਅੰਡਰ ਪੈਕ ਐਂਡ ਸੇਵ, ਨਿਊ ਵਰਲਡ, ਫੋਰ ਸਕੁਏਅਰ, ਗਿਲਮੋਰਸ, ਇਹ ਕਾਫੀ ਇੱਕ ਫਰੈਸ਼ ਕਲੈਕਟਿਵ ਵਿੱਚ ਨਵੀਂ ਖੁੱਲੀ ਸੀ ਬ੍ਰਾਂਚ। ਇਹ ਕਾਫੀ ਬ੍ਰਾਂਚਾਂ ਇਹਦੇ ਅੰਡਰ ਆਉਂਦੀਆਂ ਫੂਡ ਸਟੱਫ ਦੇ ਪਿੱਛੇ। ਜੇ ਬਹੁਤ ਵੱਡਾ ਇਹਨਾਂ ਦਾ ਨਿਊਜ਼ੀਲੈਂਡ ਦਾ ਸਭ ਤੋਂ ਵੱਡਾ ਵੇਅਰ ਹਾਊਸ ਮੈਂਗਰੀ ਦੇ ਵਿੱਚ ਲੈਂਡਿੰਗ ਡਰਾਈਵ ਤੇ ਖੁੱਲਿਆ। ਮਤਲਬ ਕਿ ਬਹੁਤ ਵੱਡੀ ਕਿ ਫਰਮ ਹੈ ਨਿਊਜ਼ੀਲੈਂਡ ਦੀ। ਟੌਪ 3 ਵਿੱਚ ਤੁਸੀਂ ਉਸ ਦੇ ਵਿੱਚ ਆਏ? ਮੈਂ ਲਾਸਟ ਈਅਰ ਟੌਪ 10 ਦੇ ਵਿੱਚ ਸੀ। ਇਸ ਸਾਲ ਮੈਨੂੰ ਥੋੜੀ ਜਿਹੀ ਨੌਲੇਜ ਹੋ ਗਈ ਸੀ ਕਿ ਕੀ ਹੁੰਦਾ ਕੀ ਨਹੀਂ ਹੁੰਦਾ, ਤੇ ਮੈਂ ਬਹੁਤ ਥੋੜਾ ਹਾਰਡ ਵਰਕ ਵੀ ਕੀਤਾ। ਕੁਝ ਮੇਰੇ ਸਟਾਫ ਮੈਂਬਰ ਸੀ ਉਹ ਲਾਸਟ ਈਅਰ ਜਿੱਤੇ ਸੀ, ਈਅਰ ਬਿਫੋਰ ਤੇ ਲਾਸਟ ਈਅਰ ਮੇਰਾ ਹੀ ਸਟਾਫ ਆ। ਇੱਕ ਪਹਿਲਾਂ ਗੋਰੀ ਜਿੱਤੀ ਸੀ ਤੇ ਉਸ ਤੋਂ ਬਾਅਦ ਇੱਕ ਕੋਰੀਆ ਦੀ ਕੁੜੀ ਸੀ, ਉਹ ਬੇਕਰ ਆਫ ਦ ਈਅਰ ਬਣੀ ਸੀ। ਤੇ ਮੈਨੂੰ ਉਹਨਾਂ ਨੇ ਥੋੜੀਆਂ ਟਿਪਸ ਵਗੈਰਾ ਦਿੱਤੀਆਂ ਜਦੋਂ ਮੈਂ ਸਿਲੈਕਟ ਹੋਇਆ ਟੌਪ 20 ਦੇ ਵਿੱਚ। ਤੇ ਮੈਂ ਉਹ ਚਲੋ ਟਿਪਸ ਵਗੈਰਾ ਯੂਜ਼ ਕੀਤੀਆਂ ਤੇ ਇਸ ਸਾਲ ਟੌਪ 3 ਦੇ ਵਿੱਚ ਮੈਨੂੰ ਮੇਰੇ ਜਦੋਂ ਦੱਸਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ। ਤੇ ਮੈਂ ਫਿਰ ਆਪਣੇ ਮਾਲਕ ਨਾਲ, ਓਨਰ ਨਾਲ ਗੱਲ ਕੀਤੀ ਕਿ ਇੱਦਾਂ ਮੈਨੂੰ ਇੰਡੀਆ ਜਾਣਾ, ਮੈਂ ਆਪਣੀ ਵਾਈਫ ਨੂੰ ਲੈ ਕੇ ਆਉਣਾ। ਤੇ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਇਹ ਚੀਜ਼ ਨੂੰ ਬਹੁਤ ਭਾਜੀ ਉਹ ਪ੍ਰਾਇਓਰਟੀ ਦਿੰਦੇ ਆ ਕਿ ਤੁਹਾਡੀ ਫੈਮਿਲੀ ਹੈ ਨਾ। ਬਿਲਕੁਲ ਬਿਲਕੁਲ। ਹਾਂਜੀ। ਤੇ ਉਹ ਮੈਨੂੰ ਕਹਿੰਦਾ ਕਿ ਯੂ ਆਰ ਨਾਟ ਦਾ ਓਨਲੀ ਵਨ, ਇਹ ਹੋਰ ਵੀ ਬਹੁਤ ਬੰਦੇ ਜਾ ਰਹੇ ਆ ਆਪਣੀ ਵਾਈਫ ਨੂੰ ਜਾਂ ਫੈਮਿਲੀ ਜਿਨ੍ਹਾਂ ਦੀ ਸਟਕ ਹੋਈ ਲੈਣ, ਕਿ ਨੋ ਵਰੀਜ਼ ਅਸੀਂ ਤੁਹਾਡੇ ਨਾਲ ਆ, ਤੂੰ ਜਾ, ਤੂੰ ਲੈ ਕੇ ਆ ਜਾ ਕੇ। ਤੇ ਭਾਜੀ ਮੈਂ ਤੇ ਐਜ਼ ਪਰ ਇਮੀਗ੍ਰੇਸ਼ਨਸ ਗਾਈਡਲਾਈਨ ਆਈ ਕੇਮ ਹੇਅਰ and applied for a visa, and then immigration straight away within 7 days they declined our application and saying that we don't have a genuine and stable relation. But ਫਿਰ ਭਾਜੀ ਹੁਣ ਇਹਨਾਂ ਦੇ ਉਹ ਇੱਦਾਂ ਦਾ ਉਹਨਾਂ ਨੇ ਮੈਨੂੰ ਇੱਕ ਡਿਸੀਜਨ ਦਿੱਤਾ ਜਿਹਦੇ ਵਿੱਚ ਆਪਾਂ ਅਪੀਲ ਵੀ ਨਹੀਂ ਸੀ ਕਰ ਸਕਦੇ। ਨਹੀਂ, ਰਿਜੈਕਸ਼ਨ ਕਿਉਂ ਲਗਾਈ ਉਹਨਾਂ ਨੇ? ਉਹਨਾਂ ਨੇ ਕਿਹਾ ਕਿ ਤੁਹਾਡਾ ਜਿਹੜਾ ਲਿਵਿੰਗ ਟੂਗੇਦਰ ਆ ਉਹ ਸਾਰਾ 58 ਡੇਜ਼ ਦਾ ਹੈ, ਕਿ ਤੁਸੀਂ 58 ਡੇਜ਼ ਆਫਟਰ ਵੈਡਿੰਗ ਰਹੇ ਇਕੱਠੇ। ਤੇ ਹੁਣ ਜੇ ਆਪਾਂ ਪੁੱਛੀਏ ਕਿਸੇ ਨੂੰ ਨਿਊਜ਼ੀਲੈਂਡ ਦੇ ਵਿੱਚ, ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ 6 ਵੀਕਾਂ ਤੋਂ ਵੱਧ ਕੋਈ ਵੀ ਕਿਸੇ ਨੂੰ ਲੀਵ ਨਹੀਂ ਦਿੰਦਾ। ਤੇ 6 ਵੀਕ ਭਾਜੀ 7 ਤੋਂ 6 42 42 ਡੇਜ਼ ਬਣਦੇ ਆ, 45 ਬਣ ਜਾਣਗੇ ਵੱਧ ਤੋਂ ਵੱਧ। ਪਰ ਮੈਂ ਇੱਥੇ 58 ਡੇਜ਼ ਗੁਰਪ੍ਰੀਤ ਦੇ ਨਾਲ ਰਹਿ ਕੇ ਗਿਆ ਸੀ ਤੇ 14 ਦਿਨ ਮੈਂ ਵਿਆਹ ਤੋਂ ਪਹਿਲਾਂ ਆਇਆ ਸੀ। ਤੇ ਮੇਰੇ ਟੋਟਲ 72 ਡੇਜ਼ ਬਣਦੇ ਸੀ, ਵਿਚ ਇਜ਼ ਮੋਰ ਦੈਨ 10 ਵੀਕਸ। ਤੇ ਮੈਂ ਆਪਣੇ ਓਨਰ ਤੋਂ ਲੈਟਰ ਵੀ ਲਿਖਾਈ ਸੀ, ਪ੍ਰੀਵੀਅਸ ਓਨਰ ਤੋਂ, ਕਿ ਅਸੀਂ ਇਹਨੂੰ ਸਪੈਸ਼ਲ ਛੁੱਟੀ ਇਹਦੀ ਵਿਆਹ ਵਾਸਤੇ ਦਿੱਤੀ ਸੀ ਕਿ ਸਾਨੂੰ ਪਤਾ ਸੀ ਇਹ ਆਪਣੀ ਵਿਆਹ ਵਾਸਤੇ ਜਾ ਰਿਹਾ। ਬਟ ਉਹ ਫਿਰ ਅਪੀਲ ਕਰਨ ਦਾ ਭਾਜੀ ਕੋਈ ਫਾਇਦਾ ਨਹੀਂ ਸੀ ਹੈਗਾ। ਲੇਬਰ ਗਵਰਨਮੈਂਟ ਹੈਗੀ ਹੈ ਨਿਊਜ਼ੀਲੈਂਡ ਦੇ ਵਿੱਚ, ਉਹਨਾਂ ਦਾ MP ਆ ਤੇ ਉਹ ਕੈਬਨਿਟ ਮਿਨਿਸਟਰ ਵੀ ਆ ਮਾਈਕਲ ਵੁੱਡ। ਤੇ ਉਹਦੇ ਥਰੂ ਮੈਂ ਇੱਕ ਉਹਦੇ ਲੈਟਰ ਹੈਡ ਤੇ ਲੈਟਰ ਲਿਖਵਾਈ ਮਾਈਕਲ ਵੁੱਡ ਤੋਂ, ਮਾਊਂਟ ਰੋਸਕਿਲ ਦਾ MP ਆ ਉਹ, ਹੈ ਨਾ। ਤੇ ਉਹਦੇ ਥਰੂ ਲੈਟਰ ਲਿਖਾਈ ਭਾਜੀ। ਬਟ
ਉਹ ਲੈਟਰ ਦਾ ਵੀ ਕੋਈ ਇਫੈਕਟ ਨਹੀਂ ਪਿਆ, ਕਿਉਂਕਿ ਉਹ ਕਹਿੰਦੇ ਇਮੀਗ੍ਰੇਸ਼ਨ, ਉਹ ਕਹਿ ਦਿੰਦੇ ਕਿ ਤੁਸੀਂ ਇਮੀਗ੍ਰੇਸ਼ਨ ਵਾਲਿਆਂ ਨਾਲ ਗੱਲ ਕਰੋ, ਤੇ ਇਮੀਗ੍ਰੇਸ਼ਨ ਵਾਲੇ ਕੋਈ ਜਵਾਬ ਨਹੀਂ ਦਿੰਦੇ। ਉਹ ਕਹਿੰਦੇ ਕਿ ਨਹੀਂ, ਅਸੀਂ ਤੁਹਾਡਾ ਡਿਸੀਜਨ ਬਣਾਤਾ ਤੇ ਅਸੀਂ ਇਹਦੇ ਵਿੱਚ ਅੱਗੇ ਕੋਈ ਹੋਰ ਉਹ ਨਹੀਂ ਕਰ ਸਕਦੇ। ਠੀਕ ਹੈ ਦਵਿੰਦਰ, ਜਿਹੜਾ ਅਵਾਰਡ ਤੁਹਾਨੂੰ ਮਿਲਣਾ ਸੀਗਾ ਇਹ ਕਦੋਂ ਮਿਲਣਾ ਸੀ, ਕਿਹੜੀ ਤਰੀਕ ਸੀ ਉਹਦੀ? ਭਾਈ ਇਹਦੀ ਤਰੀਕ ਪਹਿਲਾਂ ਸੀਗੀ 31 ਮਾਰਚ। ਉਦੋਂ ਤੇ ਮੈਨੂੰ ਸੀਗਾ ਕਿ ਨਹੀਂ ਉਹ ਨਹੀਂ ਹੋਣਾ ਹੈਗਾ। ਫਿਰ ਉਹਨਾਂ ਨੇ ਭਾਜੀ 29 ਮਈ ਕਰਤਾ ਸੀ ਬਾਅਦ ਦੇ ਵਿੱਚ, ਚੇਂਜ ਕਰਕੇ ਇਹਨੂੰ। ਤੇ ਮੈਂ ਆਪਣੇ ਫਰੈਂਡ ਨੂੰ ਪੁੱਛਿਆ ਸੀ ਕਿ 31 ਮਾਰਚ ਨੂੰ ਜਦੋਂ ਮੈਂ ਚਲੋ ਇੱਥੇ ਸੀ ਉਦੋਂ, ਤੇ 31 ਮਾਰਚ ਨੂੰ ਮੈਂ ਕਿਹਾ ਹੋ ਗਿਆ ਅਵਾਰਡ? ਉਹ ਕਹਿੰਦਾ ਨਹੀਂ ਹੋਣਾ, 29 ਮਈ ਨੂੰ ਹੋਣੇ। ਮੈਂ ਕਿਹਾ ਚਲੋ ਇਹ ਤਾਂ ਬਹੁਤ ਵਧੀਆ ਨਾ, ਹੁਣ ਮੈਂ ਵੀ ਚਲੋ ਜਾ ਕੇ ਲੈ ਸਕਦਾ ਅਵਾਰਡ ਨਾ, ਕਿਉਂਕਿ MIQ ਦੇ ਵਿੱਚ ਕਾਫੀ ਸਪੌਟਸ ਅਵੇਲੇਬਲ ਹੈਗੀਆਂ ਸੀ ਉਹ ਟਾਈਮ ਦੇ ਵਿੱਚ। ਤੇ ਮੈਨੂੰ ਇੱਦਾਂ ਸੀ ਕਿ ਚਲੋ ਗੁਰਪ੍ਰੀਤ ਦਾ ਵੀਜ਼ਾ ਜੇ ਕੋਈ ਹੁੰਦੀ ਆ ਅੱਗੇ ਤੇ ਪ੍ਰੋਸੈਸ ਫਾਈਲ, ਤੇ ਇਹਦਾ ਵੀਜ਼ਾ ਸ਼ਾਇਦ ਆ ਜਾਊਗਾ, ਕਿਉਂਕਿ ਲਾਸਟ ਟਾਈਮ ਉਹਨਾਂ ਨੇ 7 ਦਿਨ ਦੇ ਵਿੱਚ ਡਿਸੀਜਨ ਦੇ ਦਿੱਤਾ ਸੀ। ਉਹਨਾਂ ਦਾ ਵਰਕਿੰਗ ਪ੍ਰੋਸੈਸ ਸੀਗਾ ਜਿਹੜਾ 4 to 5 ਵੀਕ ਸੀ ਜੀ। ਤੇ ਮੈਨੂੰ ਲੱਗਿਆ ਕਿ ਮੋਸਟਲੀ ਉਹਨਾਂ ਦਾ ਵੀਜ਼ਾ ਇਹਦੇ ਐਂਡ ਆਫ ਮਈ ਤੱਕ, ਅਪ੍ਰੈਲ ਤੱਕ ਆ ਜਾਊਗਾ, ਤੇ ਅਸੀਂ MIQ ਬੁੱਕ ਕਰਾ ਕੇ ਤੇ ਆਰਾਮ ਨਾਲ ਪਹੁੰਚ ਜਾਣਾ ਉੱਥੇ। 20-25 ਮਈ ਤੱਕ ਬਾਹਰ ਨਿਕਲ ਆਵਾਂਗੇ MIQ ਤੋਂ। ਬਟ ਉਹਨਾਂ ਨੇ ਕੋਈ ਰਿਸਪੌਂਸ ਨਹੀਂ ਦਿੱਤਾ ਇਮੀਗ੍ਰੇਸ਼ਨ ਨੇ, ਤੇ ਆਪਾਂ ਹੋਰ ਕੋਈ ਵੀਜ਼ਾ ਵੀ ਨਹੀਂ ਅਪਲਾਈ ਕਰ ਸਕੇ ਭਾਜੀ ਫਿਰ, ਕਿਉਂਕਿ ਉਹ ਇੱਕ ਵੀਜ਼ਾ ਅਪਲਾਈ ਕਰਨ ਵਾਸਤੇ ਤੁਹਾਨੂੰ ਅੰਡਰ ਕੋਵਿਡ ਰਿਸਟ੍ਰਿਕਸ਼ਨ ਦੇ ਵਿੱਚ ਇੱਕ ਐਕਸੈਪਸ਼ਨ ਅਪਲਾਈ ਕਰਨੀ ਪੈਂਦੀ ਹੈ। ਫਸਟ ਟਾਈਮ ਤੇ ਉਹਨਾਂ ਨੇ ਉਹ ਐਕਸੈਪਸ਼ਨ ਅਪਰੂਵ ਕਰਤੀ ਸੀ, ਬਟ ਆਫਟਰ ਡਿਕਲਾਈਨਿੰਗ ਵੀਜ਼ਾ ਦੇ ਡਿਡਨਟ ਅਪਰੂਵ ਮਾਈ ਐਕਸੈਪਸ਼ਨ ਟੂ ਅਪਲਾਈ ਫॉर ਅਨਦਰ ਵੀਜ਼ਾ। ਹੁਣ ਭਾਜੀ ਬਸ ਇੱਕ ਤਰ੍ਹਾਂ ਦੇ ਇੱਥੇ ਹੁਣ ਤੇ ਚਲੋ ਇਹ ਤੇ ਸਟਕ ਹੈਗੀ, ਹੁਣ ਨਾਲ ਮੈਂ ਵੀ ਸਟਕ ਹੋ ਗਿਆ ਨਾ, ਕਿਉਂਕਿ ਹੁਣ ਸਿਟੀਜ਼ਨ ਜਾ ਸਕਦੇ ਤੇ ਪਰਮਾਨੈਂਟ ਰੈਜ਼ੀਡੈਂਟ ਨਹੀਂ ਜਾ ਸਕਦੇ। ਇਹ ਵੀ ਪ੍ਰੋਬਲਮ ਹੈ। ਸੋ ਸਟਕ ਹੋਣ ਤੋਂ ਬਾਅਦ ਤੁਹਾਨੂੰ ਹੁਣ ਮੁਸ਼ਕਲਾਂ ਕੀ ਫੇਸ ਕਰਨੀਆਂ ਪੈ ਰਹੀਆਂ? ਮੁਸ਼ਕਲਾਂ ਭਾਜੀ ਦੇਖੋ, ਹੁਣ ਸਭ ਤੋਂ ਵੱਡੀ ਮੁਸ਼ਕਲ ਤੇ ਇਹ ਆ ਕਿ ਘਰ ਦਾ ਰੈਂਟ ਜਾ ਰਿਹਾ ਉੱਥੇ ਹਨਾ, $560 560 ਪਰ ਵੀਕ ਮੇਰਾ ਰੈਂਟ ਜਾ ਰਿਹਾ ਪਰ ਵੀਕ। ਹਾਂਜੀ, ਲਗਭਗ $2300 ਮੰਥਲੀ ਰੈਂਟ ਬਣ ਜਾਂਦਾ। ਤੇ ਬਿਜਲੀ ਪਾਣੀ ਇੰਟਰਨੈਟ ਦੇ ਬਿੱਲ ਹੋ ਗਏ। ਹਾਂਜੀ, ਤੇ ਇਹ ਥੋੜਾ ਜਿਹਾ ਮਤਲਬ ਕਿ ਥੋੜਾ ਸਟਰਗਲ ਤੇ ਹੈਗਾ ਇੱਥੇ। ਮਤਲਬ ਹੁਣ ਭਾਜੀ ਚਲੋ ਮੈਂ ਦੱਸਿਆ ਤੁਹਾਨੂੰ ਹਾਰਡ ਵਰਕ ਕੀਤਾ, ਥੋੜੀ ਬਹੁਤੀ ਸੇਵਿੰਗ ਹੁੰਦੀ ਬੰਦੇ ਦੇ ਕੋਲ, ਉਹ ਆਪਣੀ ਯੂਜ਼ ਕਰ ਰਹੇ ਆ ਹਨਾ, ਤੇ ਉਹ ਯੂਜ਼ ਕਿੰਨੀ ਕੁ ਦੇਰ ਯੂਜ਼ ਕਰ ਲਾਂਗੇ ਆਪਾਂ ਨਾ, ਉਹ ਵੀ ਮੁੱਕ ਜਾਣੀ ਇੱਕ ਦਿਨ ਤੇ। ਫਿਰ ਥੋੜਾ ਹਾਰਡ ਆਈ ਥਿੰਕ ਮੈਨੂੰ ਲੱਗਦਾ ਫਿਰ ਹਰ ਮਹੀਨੇ ਤੁਹਾਨੂੰ 2-3 ਲੱਖ ਰੁਪਏ ਤਾਂ ਤੁਹਾਡਾ 2 ਲੱਖ ਰੁਪਏ ਤਾਂ ਇੱਦਾਂ ਹੀ ਜਾ ਰਿਹਾ ਆਰਾਮ ਨਾਲ, ਰੈਂਟ ਦਾ ਤੇ ਬਿਜਲੀ ਦਾ, ਇੰਟਰਨੈਟ ਦਾ ਖਰਚਾ ਦੱਸ ਰਹੇ ਹੋ ਤੁਸੀਂ। ਹਾਂਜੀ, ਕੁਝ ਇੰਸ਼ੋਰੈਂਸ ਜਾਂ ਦੂਸਰੀ ਹੋਣਗੀ ਭਾਜੀ, ਬੈਂਕ ਲੋਨ ਵੀ ਆ, ਤੇ ਕਾਰ ਦੀ ਇੰਸ਼ੋਰੈਂਸ ਹੋ ਗਈ ਹਨਾ, ਤੇ ਆਪਣੇ ਫੋਨ ਦੇ ਬਿੱਲ ਹੋ ਗਏ, ਫੋਨ ਚੱਲ ਰਿਹਾ ਏ, ਤੇ ਦੂਜਾ ਆਪਣਾ ਭਾਜੀ ਆਪਣਾ ਕਾਰ ਦੀ ਕਿਸ਼ਤ ਵੀ ਹੋ ਜਾਂਦੀ ਆ। ਤੇ ਬਹੁਤ ਸਟਰਗਲ ਭਾਜੀ ਬਹੁਤ ਸਾਹਮਣਾ ਕਰਨਾ ਪੈ ਰਿਹਾ, ਸਟਰਗਲ ਦਾ ਬਹੁਤ ਸਾਹਮਣਾ। ਸੋ ਤੁਸੀਂ ਸੁਣ ਸਕਦੇ ਹੋ ਕਿ ਜਿੱਦਾਂ ਦਵਿੰਦਰ ਨੇ ਦੱਸਿਆ ਹੈਗਾ ਕਿ ਉਹਨਾਂ ਨੂੰ ਕਿੰਨੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਜਿਹੜਾ 1.5 ਤੋਂ 2 ਲੱਖ ਰੁਪਏ ਹੈਗਾ ਉਹਨਾਂ ਦਾ ਹਰ ਮਹੀਨੇ ਇੱਦਾਂ ਹੀ ਜਾ ਰਿਹਾ, ਕਿਉਂਕਿ ਜਿਹੜਾ ਘਰ ਦਾ ਉੱਥੇ ਕਿਰਾਇਆ ਉਹਨਾਂ ਨੂੰ ਦੇਣਾ ਪੈ ਰਿਹਾ, ਭਾਵੇਂ ਉਹ ਆਪ ਇੰਡੀਆ ਵਿੱਚ ਸਟਕ ਹੋਏ ਨੇ। ਉੱਥੇ ਬਿਜਲੀ ਦੇ ਖਰਚੇ ਉੱਦਾਂ ਨੇ, ਪਾਣੀ ਦੇ ਉੱਦਾਂ ਖਰਚੇ ਹੈਗੇ ਨੇ, ਜਿਹੜੇ ਹੋਰ ਇੰਟਰਨੈਟ ਦੇ ਖਰਚੇ ਉਹ ਦੱਸ ਰਹੇ ਨੇ, ਉੱਦਾਂ ਹੀ ਸਾਰੇ ਜਿਹੜੇ ਖਰਚੇ ਹੈਗੇ ਨੇ ਉਹ ਚੱਲ ਰਹੇ ਹੈਗੇ ਨੇ। ਇਹ ਇੱਕ ਬੜੀ ਵੱਡੀ ਸਮੱਸਿਆ ਹੈਗੀ ਹੈ, ਕਿਉਂਕਿ ਹਰੇਕ ਨੌਜਵਾਨ ਤਾਂ ਇਹ ਸੋਚਦਾ ਕਿ ਵਿਦੇਸ਼ਾਂ ਵਿੱਚ ਜਾਵਾਂਗੇ ਅਸੀਂ ਕਮਾਈ ਕਰਾਂਗੇ, ਪਰ ਇੱਥੋਂ ਹੁਣ ਉਹਨਾਂ ਦੇ ਪੱਲੋਂ ਜਿਹੜੇ ਪੈਸੇ ਹੈਗੇ ਨੇ ਉਹ ਉੱਥੇ ਜਾ ਰਹੇ ਨੇ, ਉਹ ਵੀ ਬਿਨਾਂ ਗੱਲ ਤੋਂ ਜਾ ਰਹੇ ਹੈਗੇ ਨੇ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਵੀ ਵਿਦੇਸ਼ਾਂ ਦੇ ਵਿੱਚ ਉੱਥੇ ਭਾਈਚਾਰੇ ਦੇ ਲੋਕ ਬੈਠੇ ਹੋਏ ਨੇ, ਉਹਨਾਂ ਨੂੰ ਇਸ ਸੰਬੰਧੀ ਇੱਕ ਵੱਡੀ ਮੂਵਮੈਂਟ ਜਿਹੜੀ ਹੈਗੀ ਆ ਉਹ ਚਲਾਉਣੀ ਅੱਜ ਲੋੜ ਹੈਗੀ ਸਮੇਂ ਦੀ, ਕਿਉਂਕਿ ਜਦੋਂ ਉੱਥੋਂ ਜਾ ਕੇ ਮੂਵਮੈਂਟ ਚਲਾਉਣਗੇ, ਸਰਕਾਰਾਂ ਦੇ ਕੰਨਾਂ ਤੱਕ ਇਹ ਗੱਲ ਜਾਊਗੀ, ਤੇ ਤਾਂ ਜੋ ਸਰਕਾਰਾਂ ਵੀ ਛੇਤੀ ਤੋਂ ਛੇਤੀ ਜਿਹੜੀ PR ਹੈਗੇ ਨੇ ਉਹਨਾਂ ਨੂੰ ਵੀ ਸੱਦੇ, ਉਹਨਾਂ ਦਾ ਜਿਹੜਾ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਹੈਗਾ ਉਹ ਬਚਾਇਆ ਜਾ ਸਕੇ। ਸਭ ਤੋਂ ਵੱਡਾ ਨੁਕਸਾਨ ਤਾਂ ਇੱਕ ਮਾਨਸਿਕ ਤਣਾਅ ਦਾ ਵੀ ਹੁੰਦਾ ਹੈ, ਕਿਉਂਕਿ ਇਨਸਾਨ ਮਾਨਸਿਕ ਤਣਾਅ ਦੇ ਵਿੱਚ ਆ ਜਾਂਦਾ ਹੈ ਕਿ ਉੱਥੇ ਵੀ ਨੁਕਸਾਨ ਹੋ ਰਿਹਾ ਤੇ ਇੱਥੇ ਬੈਠ ਕੇ ਉਹ ਆਪਣੇ ਫਿਊਚਰ ਬਾਰੇ ਵੀ ਸੋਚ ਰਹੇ ਨੇ, ਹੁਣ ਫਿਊਚਰ ਦੇ ਵਿੱਚ ਕੀ ਬਣੂਗਾ। ਸੋ ਦਵਿੰਦਰ, ਤੁਸੀਂ ਦੱਸ ਰਹੇ ਕਿ ਤੁਹਾਨੂੰ ਇੱਥੇ ਕਿਰਾਇਆ ਵੀ ਭਰਨਾ ਪੈ ਰਿਹਾ ਹੈ, ਉੱਥੇ ਕਾਰਾਂ ਦੀ ਇੰਸ਼ੋਰੈਂਸ ਵੀ ਹੈਗੀ ਹੈ, ਤੇ ਉਸ ਤੋਂ ਬਾਅਦ ਫਿਊਚਰ ਦੀ ਬੜੀ ਵੱਡੀ ਗੱਲ ਆ ਜਾਂਦੀ ਹੈ ਨਾ। ਹੁਣ ਤੁਹਾਨੂੰ ਆਪਣਾ ਫਿਊਚਰ ਕੀ ਨਜ਼ਰ ਆ ਰਿਹਾ? ਤੁਹਾਨੂੰ ਲੱਗ ਰਿਹਾ ਕਿ ਕੋਵਿਡ ਕਰਕੇ ਹਾਲੇ ਕੁਝ ਵੀ ਨਿਊਜ਼ੀਲੈਂਡ ਦੀ ਸਰਕਾਰ ਨੇ ਕੋਈ ਕਦਮ ਵੀ ਨਹੀਂ ਚੁੱਕਿਆ ਹੈਗਾ ਜਿਹੜੇ ਇੱਥੇ ਇਨਸਾਨ ਸਟਕ ਹੋਏ ਨੇ PR ਦੇ, ਹੈ ਨਾ, ਤੇ ਕੀ ਲੱਗ ਰਿਹਾ ਕਿ ਹੁਣ ਜੇ ਹੋਰ ਲੰਮਾ ਸਮਾਂ ਚੱਲਦਾ ਹੈ ਇੱਦਾਂ ਹੀ ਫਲਾਈਟਾਂ ਬੰਦ ਰਹਿੰਦੀਆਂ ਨੇ, ਕੀ ਸੋਚ ਰਹੇ ਤੁਸੀਂ ਉਸ ਬਾਰੇ? ਭਾਈ ਦੇਖੋ ਇੱਦਾਂ ਪਿੱਛੇ ਥੋੜਾ ਚਿਰ ਪਹਿਲਾਂ ਨਿਊਜ਼ੀਲੈਂਡ ਗਵਰਨਮੈਂਟ ਨੇ ਇੱਕ ਡਿਸੀਜਨ ਬਣਾਇਆ ਸੀ ਕਿ ਸਿਟੀਜ਼ਨ ਕੈਨ ਟਰੈਵਲ ਬਟ ਪਰਮਾਨੈਂਟ ਰੈਜ਼ੀਡੈਂਟ ਦੇ ਕਾਂਟ ਟਰੈਵਲ ਨਾ। ਬਟ ਮੈਨੂੰ ਇਹ ਚੀਜ਼ ਥੋੜੀ ਉਹ ਲੱਗੀ ਆ ਕਿ ਜਦੋਂ ਇਹ ਸਿਚੁਏਸ਼ਨ ਹੀ ਚੱਲ ਰਹੀ ਹੈ ਨਾ ਕਰੋਨਾ ਦੀ, ਤੇ ਇੱਦਾਂ ਤੇ ਨਹੀਂ ਹੈਗਾ ਕਿ ਜਿਹੜਾ ਸਿਟੀਜ਼ਨ ਬੰਦਾ ਹੈ ਹੀ ਵੋਂਟ ਸਪਰੈਡ ਕੋਵਿਡ ਇਨ ਦ ਕਮਿਊਨਿਟੀ ਨਾ। ਐਂਡ ਜਿਹੜੀ ਉਹਨਾਂ ਦੀ ਦੇ ਹੈਵ ਅ ਵੈਰੀ ਸਟ੍ਰਿਕਟ MIQ ਰੂਲਸ। ਜਦੋਂ ਤੁਸੀਂ ਉੱਥੇ ਜਾਂਦੇ ਆ ਆਈਸੋਲੇਸ਼ਨ ਦੇ ਵਿੱਚ, ਤਾਂ ਤੁਹਾਨੂੰ ਉਹ 3 ਜਾਂ 4 ਵਾਰੀ 14 ਦਿਨ ਦੇ ਵਿੱਚ ਤੁਹਾਡਾ ਕੋਵਿਡ ਟੈਸਟ ਹੁੰਦਾ, ਤੇ ਤੁਹਾਨੂੰ ਪ੍ਰੋਪਰ ਇੱਕ ਹੋਟਲ ਦੇ ਵਿੱਚ ਰੱਖਣਾ ਉਹਨਾਂ ਨੇ 14 ਦਿਨ।
ਤੇ ਮੈਨੂੰ ਨਹੀਂ ਲੱਗਦਾ ਹੈਗਾ ਕਿ ਇਹਨਾਂ ਇਦਾਂ ਕੁਝ ਹੋਣਾ ਚਾਹੀਦਾ ਹੈ। ਜੇ ਤੁਹਾਨੂੰ ਕੋਵਿਡ ਹੈਗਾ ਤੇ ਤੁਹਾਨੂੰ ਆਈਸੋਲੇਸ਼ਨ 'ਚ ਭੇਜ ਦੇਣਗੇ ਜਾਂ ਕੁਝ ਹੋਰ ਕਰ ਦੇਣਗੇ, ਜੋ ਵੀ ਹੋਵੇਗਾ। ਬਟ ਮੋਸਟਲੀ ਜਦੋਂ ਤੁਸੀਂ ਇੱਥੋਂ ਟੈਸਟ ਕਰਵਾ ਕੇ ਜਾਣਾ ਹੈ ਤੇ ਜਦੋਂ ਤੁਹਾਡੀ ਨੈਗੇਟਿਵ ਰਿਪੋਰਟ ਆ ਜਾਂ ਤੇ ਤੁਹਾਡੀ ਪੋਜ਼ਿਟਿਵ ਹੋਵੇ, ਫਿਰ ਤੇ ਤੁਸੀਂ ਨਹੀਂ ਟਰੈਵਲ ਕਰ ਸਕਦੇ। ਫਿਰ ਆਈ ਟੋਟਲੀ ਅੰਡਰਸਟੈਂਡ ਦੈਟ ਨਾ। ਬਟ ਜਦੋਂ ਤੁਸੀਂ ਕੋਵਿਡ ਨੈਗੇਟਿਵ ਹੈਗੇ ਆ ਇੱਥੇ ਤੇ ਫਿਰ ਤੁਸੀਂ ਉੱਥੇ ਜਾ ਕੇ ਚਲੋ 14 ਦਿਨ ਰਹਿੰਦੇ ਆ ਤੇ ਆਈ ਡੋਂਟ ਥਿੰਕ ਸੋ देयर ਵਿਲ ਬੀ ਐਨੀ ਪ੍ਰੋਬਲਮ। ਬਟ ਫਿਊਚਰ ਭਾਜੀ ਮੈਨੂੰ ਇਦਾਂ ਲੱਗ ਰਿਹਾ ਕਿ ਹੁਣ ਫਿਊਚਰ ਥੋੜਾ ਜਿਹਾ ਧੁੰਦਲਾ ਲੱਗ ਰਿਹਾ ਹੈ, ਕਿਉਂਕਿ ਦੇਖੋ ਮੈਂ ਹੁਣ ਡਬਲ ਮਾਈਂਡਡ ਹੋ ਗਿਆ ਕਿ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ ਨਾ। ਗੁਰਪ੍ਰੀਤ ਦਾ ਵੀ ਵੀਜ਼ਾ ਨਹੀਂ ਆ ਰਿਹਾ ਨਾ, ਤੇ ਮੇਰਾ ਵੀ ਉਹਨਾਂ ਨੇ ਵਿੱਚ ਇੱਕ ਉਹ ਕਰਤਾ ਹੈ। ਐਂਡ ਇਨ ਦਾ ਮੀਨ ਟਾਈਮ ਮੇਰੀ ਸਿਟੀਜ਼ਨਸ਼ਿਪ ਲੱਗੀ ਹੋਈ ਹੈ ਉੱਥੇ ਨਾ ਨਿਊਜ਼ੀਲੈਂਡ ਦੇ ਵਿੱਚ। ਹਾਂਜੀ, ਤੇ ਉਹਨਾਂ ਨਾਲ ਵੀ ਮੈਂ ਗੱਲ ਕਰ ਰਿਹਾ। ਉਹਨਾਂ ਨੇ ਕਿਹਾ ਕਿ ਰਾਈਟ ਨਾਓ ਦੇ ਆਰ ਪ੍ਰੋਸੈਸਿੰਗ ਲੇਟ ਅਗਸਤ ਐਪਲੀਕੇਸ਼ਨਸ, ਜਿਹੜੀਆਂ ਲਾਸਟ ਈਅਰ ਅਗਸਤ ਦੇ ਵਿੱਚ ਐਪਲੀਕੇਸ਼ਨ ਸਬਮਿਟ ਹੋਈਆਂ, ਦੇ ਆਰ ਪ੍ਰੋਸੈਸਿੰਗ ਦੋਜ਼ ਫਾਈਲਸ ਐਟ ਦ ਮੋਮੈਂਟ। ਬਟ ਜਿਹੜੀ ਮੈਂ ਫਾਈਲ ਸਬਮਿਟ ਕੀਤੀ ਸੀ ਉਹ ਮੈਂ ਲਾਸਟ ਈਅਰ ਅਕਤੂਬਰ ਦੇ ਵਿੱਚ ਕੀਤੀ ਸੀ, ਕਿਉਂਕਿ ਆਫਟਰ 5 years ਆਫ ਯੂਰ ਰੈਜ਼ੀਡੈਂਸੀ ਯੂ ਕੈਨ ਅਪਲਾਈ ਫॉर ਅ ਸਿਟੀਜ਼ਨਸ਼ਿਪ। ਤੇ ਐਟ ਦ ਮੋਮੈਂਟ ਮੈਨੂੰ ਉਹਦਾ ਵੀ ਨਹੀਂ ਕੋਈ ਉਹ ਆ ਰਿਹਾ। ਬਟ ਆਮ ਨੋਟ ਸ਼ੋਰ ਕਿ ਉਹ ਮੈਨੂੰ ਸਿਟੀਜ਼ਨਸ਼ਿਪ ਦੇਣਗੇ ਵੀ ਜਾਂ ਨਹੀਂ, ਕਿਉਂਕਿ ਮੈਂ ਓਵਰਸੀਜ਼ ਹਾਂ। ਹਾਂਜੀ, ਤੇ ਉਹ ਵੀ ਥੋੜਾ ਹੋ ਰਿਹਾ ਹੈ। ਬਟ ਭਾਈ ਫਿਊਚਰ ਤੇ ਐਟ ਦਾ ਮੋਮੈਂਟ ਕੁਝ ਨਹੀਂ ਲੱਗ ਰਿਹਾ। ਮੈਂ ਪਹਿਲਾਂ ਸੋਚ ਰਿਹਾ ਸੀ ਕਿ ਕਿਸੇ ਲੋ ਰਿਸਕ ਕੰਟਰੀ 'ਚ 14 ਦਿਨ ਲਾ ਕੇ ਐਂਡ ਦੈਨ ਆਈ ਵਿਲ ਟਰੈਵਲ ਫਰੋਮ ਦੇਅਰ ਨਾ। ਬਟ ਰਾਈਟ ਨਾਓ ਇੰਡੀਆ ਦੀ ਸਿਚੁਏਸ਼ਨ ਥੋੜੀ ਜਿਹੀ ਇੱਕ ਵਸਟ ਕਹਿ ਸਕਦੇ ਆਪਾਂ ਕਿ ਸਾਰੀਆਂ ਹੀ ਕੰਟਰੀਜ਼ ਨੇ ਟਰੈਵਲ ਬੈਨ ਕੀਤਾ ਹੋਇਆ ਤੇ ਆਪਾਂ ਕਿਤੇ ਵੀ ਨਹੀਂ ਟਰੈਵਲ ਕਰ ਸਕਦੇ ਵਰਲਡ ਦੇ ਵਿੱਚ ਐਟ ਦਾ। ਠੀਕ ਹੈ, ਤੇ ਤੁਸੀਂ ਦੱਸਿਆ ਕਿ ਡਬਲ ਮਾਈਂਡ ਹੈਗੇ ਹੋ ਤੁਸੀਂ ਇਸ ਵੇਲੇ ਨਾ। ਡਬਲ ਮਾਈਂਡ ਦੇ ਵਿੱਚ ਕੁਝ ਹੋਰ ਕੰਟਰੀਜ਼ ਬਾਰੇ ਸੋਚਿਆ ਕਿ ਤੁਸੀਂ ਉਧਰ ਨੂੰ ਮੂਵ ਕਰ ਜਾਓ, ਕਿਉਂਕਿ ਹਰੇਕ ਇਨਸਾਨ ਸੋਚਦਾ ਜੇ ਨਿਊਜ਼ੀਲੈਂਡ ਨਹੀਂ ਤਾਂ ਕੋਈ ਹੋਰ ਕੰਟਰੀ ਸਹੀ। ਹਾਂਜੀ ਭਾਈ, ਮੈਂ ਕੈਨੇਡਾ ਬਾਰੇ ਸੋਚ ਰਿਹਾ ਸੀ। ਮੈਂ ਤਿਆਰੀ ਵੀ ਕਰ ਰਿਹਾ ਸੀ ਉਹਦੀ ਬੈਠਾ, ਕਿਉਂਕਿ ਉਹਦੇ ਵਿੱਚ ਕੀ ਸੀ ਕਿ ਮੇਰੇ ਕੋਲ ਵਰਕ ਐਕਸਪੀਰੀਅੰਸ ਹੈਗਾ 6-7 ਸਾਲ ਦਾ, ਤੇ ਐਜ਼ ਅ ਬੇਕਰ ਦਾ, ਬੇਕਰੀ ਮੈਨੇਜਰ ਦਾ। ਤੇ ਮੈਂ ਸੋਚ ਰਿਹਾ ਸੀ ਕਿ ਮੈਂ ਤੇ ਵਾਈਫ ਦੋਨੋਂ ਹੀ ਇੱਥੇ ਕੈਨੇਡਾ ਵਾਸਤੇ PR ਅਪਲਾਈ ਕਰ ਸਕਦੇ ਹਾਂ। ਤੇ ਅੰਡਰ ਦੋਜ਼ ਹੈ ਨਾ ਉਹਨਾਂ ਫਾਈਲ ਦੇ ਵਿੱਚ ਮੈਂ ਸੋਚ ਰਿਹਾ ਸੀ ਕਿ ਕੈਨੇਡਾ ਦੀ ਮੈਂ ਕਰ ਦੇਵਾਂ ਅਪਲਾਈ। ਕੈਨੇਡਾ ਤੁਹਾਡੇ ਮਾਈਂਡ ਵਿੱਚ ਆਇਆ ਕਿ ਹੋਰ ਵੀ ਤਾਂ ਕੰਟਰੀ ਹੈਗੇ? ਕਿਉਂਕਿ ਨਿਊਜ਼ੀਲੈਂਡ ਤੋਂ ਬਾਅਦ ਇੱਕ ਥੋੜਾ ਕੈਨੇਡਾ ਹੀ ਹੈ ਜਿਹੜਾ ਮਤਲਬ ਕਿ ਜਿੱਦਾਂ ਮੰਨ ਲਓ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਤੇ ਕੈਨੇਡਾ ਦਾ ਜਸਟਿਨ ਟਰੂਡੋ ਹੈ। ਥੋੜਾ ਜਿਹਾ ਇਮੀਗ੍ਰੈਂਟ ਜਿਹੜੇ ਬੰਦੇ ਜਾਂਦੇ ਆ ਇਮੀਗ੍ਰੈਂਟਸ ਉਹਨਾਂ ਦਾ ਸੋਚਦੇ ਆ ਨਾ, ਫਿਰ ਵੀ ਇਹ ਚਲੋ ਵਧੀਆ ਹੈ, ਆਪਾਂ ਇਹੀ ਕਹਿੰਦੇ ਆ, ਮਾੜਾ ਤੇ ਨਹੀਂ ਕਹਿੰਦੇ ਹੈਗੇ ਆਪਾਂ। ਬਟ that's why I was thinking to go to Canada as well in the meantime। ਠੀਕ ਹੈ। ਸੋ ਗੁਰਪ੍ਰੀਤ, ਮੈਂ ਤੁਹਾਡੇ ਤੋਂ ਜਾਨਣਾ ਚਾਹੁੰਦਾ, ਜਿੱਦਾਂ ਇਹਨਾਂ ਨੇ ਦੱਸਿਆ ਕਿ ਜੇ ਨਿਊਜ਼ੀਲੈਂਡ ਨਹੀਂ ਤਾਂ ਕੈਨੇਡਾ ਹੀ ਸਹੀ ਨਾ, ਤੇ ਤੁਸੀਂ ਤਾਂ ਆਏ ਵੀ ਇਟਲੀ ਤੋਂ, ਫਿਰ ਇਟਲੀ ਕਿਉਂ ਨਹੀਂ ਜਾਣਾ ਚਾਹੁੰਦੇ ਸੀ? ਇਹਨਾਂ ਨਾਲ ਰਹਿਣਾ ਚਾਹੁੰਦੀ ਆ ਜਿੱਥੇ ਹਾਂਜੀ, ਜਿੱਥੇ ਉੱਥੇ ਮੈਂ ਇਹਨਾਂ ਨਾਲ ਰਹਿਣਾ ਚਾਹੁੰਦੀ, ਕਿਉਂਕਿ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਕੁੜੀਆਂ ਦੇ ਕਿੰਨੇ ਲਾਈਕ ਸੁਪਨੇ ਹੁੰਦੇ ਆ, ਇਹ ਕਰਨਾ ਉਹ ਕਰਨਾ ਐਦਾਂ ਕਰਨਾ। ਬਟ ਜਦੋਂ ਤੋਂ ਵੀਜ਼ਾ ਡਿਕਲਾਈਨ ਵਾਲੀ ਚੀਜ਼ ਹੋਈ ਹੈ ਨਾ ਕਿ ਉਹ ਲਾਈਕ ਕੁਛ ਅਪਰੂਵ ਵੀ ਨਹੀਂ ਕਰ ਰਹੇ, ਉਹ ਸਾਰੀਆਂ ਚੀਜ਼ਾਂ ਟੁੱਟ ਗਈਆਂ, ਉਹ ਸਾਰੇ ਸੁਪਨੇ ਹੀ ਟੁੱਟ ਗਏ। ਆਈ ਮੀਨ ਬਹੁਤ ਬੁਰਾ ਲੱਗਿਆ। ਤੁਸੀਂ ਵੀ ਨਿਊਜ਼ੀਲੈਂਡ ਦੇ ਸੁਪਨੇ ਸਜਾਏ ਹੋਏ ਸਨ? ਹਾਂਜੀ, ਕਿ ਇਹ ਕਰਨਾ ਆਪਣਾ, ਲਾਈਕ ਤੁਹਾਨੂੰ ਪਤਾ ਵਿਆਹ ਤੋਂ ਬਾਅਦ ਆਪਾਂ ਕਿੰਨਾ ਕਰ ਲੈਣਾ ਆ, ਆਪਾਂ ਆਪਣੀ ਲਾਈਕ ਫੈਮਿਲੀ ਪਲੈਨਿੰਗ ਏਦਾਂ ਕੁਝ ਸੋਚਦੇ ਆ। ਬਟ ਆਈ ਡੋਂਟ ਨੋ, ਹੁਣ ਪਤਾ ਹੀ ਨਹੀਂ ਜੇ ਕੈਨੇਡਾ ਇਹਨਾਂ ਨੇ ਸੋਚਿਆ ਕਿ ਸੈਕੰਡ ਆਪਸ਼ਨ ਇਹਨਾਂ ਅੱਗੇ ਕੈਨੇਡਾ ਹੈਗੀ ਨਾ। ਹਾਂਜੀ, ਤੇ ਕੈਨੇਡਾ ਜਿਹੜੀ ਕੰਟਰੀ ਹੈਗੀ ਉਹ ਆਪਣੇ ਵੈਸੇ ਪੰਜਾਬੀ ਉੱਥੇ ਮਿੰਨੀ ਪੰਜਾਬ ਵੀ ਲੱਗਦਾ ਕੈਨੇਡਾ ਦਾ ਉੱਥੇ ਜਾ ਕੇ ਨਾ। ਹਾਂਜੀ, ਤੇ ਕੈਨੇਡਾ ਤੁਹਾਨੂੰ ਠੀਕ ਲੱਗੋ ਜੇ ਕੈਨੇਡਾ ਦਾ? ਹਾਂਜੀ, ਉੱਥੇ ਰਿਲੇਟਿਵਸ ਨੇ ਸਾਡੇ। ਹਾਂਜੀ, ਸੋ ਉਹ ਵੀ ਵਧੀਆ ਹੀ ਹੈ। ਬਟ ਮੇਰਾ ਮੇਨ ਇਹ ਹੈ ਕਿ ਜਿੱਥੇ ਉੱਥੇ ਮੈਂ। ਕੈਨੇਡਾ ਵਿੱਚ ਕਿਹੜੀ ਥਾਂ ਤੇ ਤੁਹਾਡੇ ਰਿਲੇਟਿਵ? ਟੋਰਾਂਟੋ ਰਹਿੰਦੇ ਨੇ। ਹਾਂਜੀ, ਟੋਰਾਂਟੋ ਰਹਿੰਦੇ ਨੇ। ਆਪਣੇ ਹੈੱਡ ਆਫਿਸ ਵੀ ਬਿਲਕੁਲ ਨਾਲ ਲਾਗੇ ਹੈਗੇ ਸੀ ਜਗ੍ਹਾ। ਤੁਹਾਨੂੰ ਸੁਣਦੇ ਹੋਣਗੇ, ਕੁਝ ਕਹਿਣਾ ਚਾਹੋਗੇ? ਨਹੀਂ, ਮੈਂ ਕੀ ਕਹਿਣਾ। ਸਤਿ ਸ਼੍ਰੀ ਅਕਾਲ ਚਾਚਾ ਜੀ, ਸਤਿ ਸ਼੍ਰੀ ਅਕਾਲ ਚਾਚੀ ਜੀ। ਅੱਛਾ, ਚਾਚੀ ਜੀ ਕੀ ਨਾਮ ਉੱਥੇ? ਹਾਂਜੀ, ਚਾਚਾ ਜੀ ਦਾ ਨਾਮ ਕਮਲਜੀਤ ਸਿੰਘ ਐਂਡ ਚਾਚੀ ਦਾ ਨਾਮ ਪਰਮਜੀਤ ਕੌਰ। ਅੱਛਾ, ਇਹ ਟੋਰਾਂਟੋ ਦੇ ਵਿੱਚ ਉੱਥੇ? ਹਾਂਜੀ, ਡੈਡੀ ਦੇ ਕਜ਼ਨ ਨੇ ਇਹ। ਅੱਛਾ, ਡੈਡੀ ਦੇ ਕਜ਼ਨ ਨੇ। ਕੀ ਕੰਮਕਾਰ ਕਰਦੇ ਉੱਥੇ? ਮੇਬੀ ਉਹਨਾਂ ਦਾ ਆਪਣਾ ਹੀ ਕੰਮ ਆ, ਬਟ ਮੈਨੂੰ ਪ੍ਰੋਪਰ ਨਹੀਂ ਪਤਾ। ਚਲੋ ਫਿਰ ਵਧੀਆ ਹੋ ਜਾਏਗਾ ਉੱਥੇ ਆਪਣੇ ਰਿਸ਼ਤੇਦਾਰ ਰਹਿੰਦੇ ਹੋ ਤਾਂ ਛੇਤੀ ਸੈਟਿੰਗ ਪੈ ਜਾਂਦੀ ਹੈ ਨਾ ਉੱਥੇ ਜਾ ਕੇ। ਠੀਕ ਹੈ। ਤੇ ਤੁਸੀਂ ਵੀ ਸੋਚਿਆ ਕਿ ਲਾਈਫ ਦੇ ਵਿੱਚ ਜੌਬ ਵਿੱਚ ਜਾਣਾ ਹੈ ਜਾਂ ਤੁਸੀਂ ਕੁਝ ਹੋਰ ਸੁਪਨੇ ਸਜਾਏ ਹੋਏ, ਕੀ ਸੋਚ ਕੇ? ਜੀ, ਜੌਬ ਤੇ ਆਫ ਕੋਰਸ ਕਰਨੀ ਹੈ, ਬਟ ਸੀਰੀਅਸਲੀ ਰਾਈਟ ਨਾਓ ਆਈ ਡੋਂਟ ਨੋ, ਲਾਈਕ ਮਾਈਂਡ ਸਾਫੀ ਹੋਇਆ ਪਿਆ ਹੈ ਨਾ ਚੀਜ਼ਾਂ ਨੂੰ ਲੈ ਕੇ। ਹਾਂਜੀ, ਕਿ ਵੀਜ਼ਾ ਨਹੀਂ ਆ ਰਿਹਾ ਹੈਗਾ, ਲਾਈਕ ਇੱਥੇ ਸਟਕ ਹੋਏ ਨੇ। ਸੋ ਅੱਗੇ ਬਾਰੇ ਹੁਣ ਕਿੱਦਾਂ ਸੋਚੀਏ? ਕਿਉਂਕਿ ਤੁਸੀਂ ਤਾਂ ਇਟਲੀ ਵਿੱਚ ਕਾਫੀ ਦੇਰ ਰਹੇ ਹੋਗੇ ਨਾ। ਹਾਂਜੀ। ਤੇ ਕੋਈ ਇੰਡੀਆ ਵਿੱਚ ਰਹਿਣ ਦਾ ਪਲਾਨ ਕਰ ਰਹੇ ਹੋ ਕਿ ਜੇ ਬਾਹਰ ਨਹੀਂ ਤਾਂ ਇੰਡੀਆ ਦੇ ਵਿੱਚ ਹੀ ਆਪਾਂ ਇੱਥੇ ਵਿਦੇਸ਼ ਬਣਾ ਦਈਏ? ਨਹੀਂ। ਇੰਡੀਆ ਵਿੱਚ ਕਾਰਨ ਕੀ? ਨਹੀਂ,
ਕਿਉਂਕਿ ਕਾਰਨ ਤਾਂ ਮੈਂ ਇੱਦਾਂ ਹੀ ਕਹੂੰਗੀ ਕਿ ਲਾਈਕ ਉੱਥੇ ਫੈਸਿਲਿਟੀਜ਼ ਨੇ, ਲਾਈਕ ਵਧੀਆ ਆ, ਲਾਈਕ ਸੋਹਣਾ ਆ, ਸਾਫ ਸੁਥਰਾ ਆ, ਇਹ ਚੀਜ਼ਾਂ ਹੀ ਕਹਾਂਗੀ। ਬਟ ਨਹੀਂ, ਮੈਂ ਉੱਥੇ ਸੋਹਣਾ ਸਾਫ ਸੁਥਰਾ ਹੈਗਾ, ਸਭ ਕੁਝ ਉੱਥੇ ਸਾਰਾ ਕੁਛ ਹੈਗਾ। ਹੈ, ਹਾਂਜੀ। ਇੰਡੀਆ ਦੇ ਵਿੱਚ ਜਿਹੜੀ ਉਹ ਕਿਹੜੀ ਤੁਹਾਨੂੰ ਕਮੀ ਲੱਗਦੀ ਹੈ ਕਿ ਇੰਡੀਆ ਦੇ ਵਿੱਚ ਆਹ ਚੀਜ਼ ਸਭ ਤੋਂ ਛੇਤੀ ਆਉਣੀ ਚਾਹੀਦੀ ਹੈ? ਕੀ ਤੁਹਾਨੂੰ ਕਮੀ ਮਹਿਸੂਸ ਹੋਈ ਇੰਡੀਆ 'ਚ ਆ ਕੇ? ਮੈਂ ਕੀ ਕਹਾਂ ਇੱਥੇ, ਲੋਕ ਤਾਂ ਮਿਲਵਰਤਨ ਵਾਲੇ ਕਾਫੀ ਨੇ, ਮਿਲ ਜੁਲ ਕੇ ਵੀ ਹਾਂਜੀ ਰਹਿੰਦੇ ਨੇ ਹਨਾ। ਹਾਂਜੀ ਹਾਂਜੀ ਤੇ ਪਰ ਇਹ ਹੈ ਕਿ ਇੱਥੇ ਜੌਬ ਦੇ ਸਕੋਪ ਜਿਹਦਾ ਮੈਨੂੰ ਲੱਗਦਾ ਨਹੀਂ ਹੈਗੇ, ਇਸ ਕਰਕੇ ਤੁਸੀਂ ਸੋਚਿਆ ਕਿ ਬਾਹਰ ਨੂੰ ਜਾਣਾ। ਹਾਂਜੀ, ਬਟ ਫਿਰ ਮੈਂ ਉਹੀ ਗੱਲ ਕਹੂੰਗੀ, ਜਿੱਥੇ ਉੱਥੇ ਮੈਂ ਕੀ ਬਾਤ ਹੈ। ਸੋ ਦਵਿੰਦਰ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਬਹੁਤ ਸਾਰੇ ਜਿਹੜੇ ਨੌਜਵਾਨ ਹੈਗੇ ਨੇ ਨਾ, ਉਹ ਤੁਹਾਨੂੰ ਸੁਣ ਰਹੇ ਹੈਗੇ ਨੇ। ਹਾਂਜੀ ਹਾਂਜੀ। ਤੇ ਬਹੁਤ ਸਾਰੇ ਨੌਜਵਾਨ ਅਜਿਹੇ ਹੈਗੇ ਨੇ ਜਿਹੜੇ ਆਪਣੀ ਫਿਊਚਰ ਪਲੈਨਿੰਗ ਬਾਰੇ ਵੀ ਸੋਚ ਰਹੇ ਹੋਣਗੇ ਕਿ ਉਹਨਾਂ ਨੇ ਮੈਰਿਜ ਵੀ ਕਰਾਉਣੀ ਹੈ, ਉਸ ਤੋਂ ਬਾਅਦ ਬੱਚੇ ਵੀ ਹੋਣਗੇ ਤੇ ਉਹਨਾਂ ਨੂੰ ਵੀ ਸੈਟਲ ਕਰਨਾ ਹੋਏਗਾ ਨਾ। ਹਾਂਜੀ ਭਾਜੀ। ਤੇ ਤੁਸੀਂ ਤਾਂ ਨਿਊਜ਼ੀਲੈਂਡ ਜਾ ਕੇ ਆਏ ਹੋ, 8 ਸਾਲ ਵੀ ਉੱਥੇ ਲਾਏ ਨੇ ਹਨਾ, ਤੇ ਇੱਕ ਸਟਰਗਲ ਤਾਂ ਤੁਹਾਨੂੰ ਪਤਾ ਹੈਗਾ ਕਿ ਬਾਹਰ ਜਾ ਕੇ ਵਿਦੇਸ਼ਾਂ ਵਿੱਚ ਕਿਵੇਂ ਸਟਰਗਲ ਕਰਨਾ ਪੈਂਦਾ। ਇੱਥੇ ਕੁਰਸੀ ਉੱਤੇ ਬੈਠ ਕੇ ਤੇ ਕਹਿੰਦੇ ਆਪਣਾ ਗੱਲਾਂ ਮਾਰਨੀਆਂ ਬੜੀਆਂ ਸੁਖਾਲੀਆਂ ਹੈਗੀਆਂ ਨੇ। ਹਾਂਜੀ ਤੇ ਜਦੋਂ ਬੰਦਾ ਮਿਹਨਤ ਕਰਦਾ ਉਹਨੂੰ ਜਾ ਕੇ ਪਤਾ ਲੱਗਦਾ। ਆਪਣੇ ਦੇਸ਼ ਦੇ ਵਿੱਚ ਤਾਂ ਬੰਦਾ ਚੱਲ ਅੱਜ ਨਹੀਂ ਤਾਂ ਕੱਲ ਨੂੰ ਕੋਈ ਨਾ ਕੋਈ ਕੰਮ ਸੈੱਟ ਕਰ ਲੈਂਦਾ, ਕੋਈ ਦੁਕਾਨ ਹੀ ਖੋਲ੍ਹ ਲਈ, ਕੋਈ ਗੱਲ ਨਹੀਂ ਨਾ। ਵਿਦੇਸ਼ਾਂ ਵਿੱਚ ਜਾ ਕੇ ਬੜੇ ਪੰਗੇ ਨੇ, PR ਲੈਣੀ ਹੈ ਜੀ, ਤੇ ਹੋਰ ਬੜੀ ਉੱਥੇ ਦੀ ਜੀ ਹੈਲਥ ਫੈਸਿਲਿਟੀ ਲੈਣੀ ਹੈ ਤਾਂ ਉਹਨਾਂ ਵਾਸਤੇ ਅਲੱਗ ਪੰਗੇ ਨੇ, ਡਰਾਈਵਿੰਗ ਲਾਇਸੈਂਸ ਲੈਣਾ ਤੇ ਉਹਨਾਂ ਵਾਸਤੇ ਵੀ ਹੈ ਨਾ। ਤੇ ਨਿਊਜ਼ੀਲੈਂਡ ਵਿੱਚ ਤੁਸੀਂ ਜਾ ਕੇ ਹੁਣ ਤੱਕ ਕੀ ਦੇਖਿਆ ਹੈਗਾ ਕਿ ਜਿਹੜੇ ਬੱਚੇ ਇੱਥੇ ਤੁਹਾਨੂੰ ਸੁਣ ਰਹੇ ਨੇ, ਕਿਉਂਕਿ ਉਹਨਾਂ ਨੂੰ ਇੱਕ ਮਾਈਂਡ 'ਚ ਆਈਡੀਆ ਨਹੀਂ ਆਉਂਦੇ ਕਿ ਕਿਹੜੇ ਕੋਰਸਾਂ ਵਿੱਚ ਜਾਣ, ਉੱਥੇ ਕਮਾਈ ਦੇ ਸਾਧਨ ਕੀ ਹੈਗੇ ਨੇ ਨਿਊਜ਼ੀਲੈਂਡ ਦੇ ਵਿੱਚ। ਜੇ ਕੋਈ ਜਾਣਾ ਚਾਹੁੰਦਾ ਹੈ ਉਹ ਕੀ ਮਾਈਂਡ ਸੈੱਟ ਕਰਕੇ ਜਾਏ ਇੱਥੋਂ ਦੀ ਨਿਊਜ਼ੀਲੈਂਡ ਦੇ ਵਿੱਚ ਜਾਣਾ ਚਾਹੁੰਦਾ ਹੈ, ਤੇ ਕਿਹੜੇ ਕੋਰਸਾਂ ਵਿੱਚ ਜ਼ਿਆਦਾਤਰ ਉਹਨਾਂ ਨੂੰ ਜਾਣ ਦੀ ਲੋੜ ਹੈਗੀ ਹੈ ਤਾਂ ਜੋ ਉੱਥੇ ਜਾ ਕੇ ਉਹਨਾਂ ਨੂੰ ਜੌਬ ਵੀ ਆਸਾਨੀ ਨਾਲ ਮਿਲ ਜਾਏ ਤੇ ਉੱਥੇ ਸਟਰਗਲ ਕਰਕੇ ਉਹ ਇੱਕ ਵੱਡੀਆਂ ਉਪਲਬਧੀਆਂ ਤੱਕ ਵੀ ਪਹੁੰਚਣ। ਜੀ ਭਾਜੀ, ਨਿਊਜ਼ੀਲੈਂਡ ਇੱਕ ਟੂਰਿਸਟ ਕੰਟਰੀ ਆ, ਬਹੁਤ ਵਧੀਆ। ਲਾਈਕ ਐਟ ਦਾ ਮੋਮੈਂਟ ਤੇ ਚਲੋ ਬਿਕੋਜ਼ ਆਫ ਕੋਵਿਡ ਨਹੀਂ ਤੇ ਟੂਰਿਸਟ ਜਿਹੜੇ ਹੈਗੇ ਉਹ ਥੋੜਾ ਜਿਹਾ ਉਹ ਹੋ ਗਿਆ, ਬੰਦ ਹੀ ਹੋਇਆ ਇੱਕ ਤਰ੍ਹਾਂ ਦਾ। ਬਟ ਇੱਕ ਟੂਰਿਸਟ ਕੰਟਰੀ ਆ, ਲੋਕੀ ਆ ਰਹੇ ਆ ਜਾ ਰਹੇ ਆ ਮਤਲਬ ਕਿ। ਬਟ ਉੱਥੇ ਨਿਊਜ਼ੀਲੈਂਡ ਦੇ ਵਿੱਚ ਆਈ ਥਿੰਕ ਸਭ ਤੋਂ ਵਧੀਆ ਜਿਹੜਾ ਸਟੱਡੀ ਮੈਂ ਤੁਹਾਨੂੰ ਕਹੂੰਗਾ ਕਿ ਹੈਗਾ ਸੈਕਟਰ, ਉਹ ਹੈਗਾ ਕਿ ਫੂਡ ਦੇ ਵਿੱਚ ਬੰਦਾ, ਜਿੱਦਾਂ ਮੰਨ ਲਓ ਮੈਂ ਆਪਣਾ ਹੀ ਤੁਹਾਨੂੰ ਇੱਕ ਐਗਜ਼ਾਮਪਲ ਦੇਵਾਂ, ਬੇਕਰੀ ਸਭ ਤੋਂ ਵਧੀਆ ਆਪਸ਼ਨ ਹੈਗੀ ਆ। ਕਿਉਂਕਿ ਬੇਕਰੀ ਦੇ ਵਿੱਚ ਇੱਦਾਂ ਕਿ ਕਿਤੇ ਭਾਈ ਤੁਹਾਡੇ ਕੋਲ ਤੁਸੀਂ ਇੱਕ ਅਰਲੀ ਮਾਰਨਿੰਗ ਸ਼ਿਫਟ ਹੁੰਦੀ ਤੁਹਾਡੀ, ਤੁਸੀਂ ਬ੍ਰੈਡ ਬਣਾਉਣੇ ਜਾਣਾ, ਜੋ ਸਾਡਾ ਮਤਲਬ ਕਿ ਬੇਕਰੀ ਹੋ ਗਈ, ਜਿੱਦਾਂ ਇੱਕ ਟ੍ਰੇਡ ਜੌਬ ਮੈਂ ਕਹੂੰਗਾ। ਇਫ ਐਨੀਵਨ ਵਾਂਟਸ ਟੂ ਗੋ ਟੂ ਨਿਊਜ਼ੀਲੈਂਡ they have to choose a trade ਹਨੀ, ਜਿਹੜੀ ਇਨ ਡਿਮਾਂਡ ਆ। ਪਲੰਬਰ ਹੋ ਗਏ, ਕੰਸਟਰਕਸ਼ਨ ਵਰਕਰ ਹੋ ਗਏ, ਬੇਕਰ ਹੋ ਗਏ, ਇਹ ਸਾਰੇ ਇਲੈਕਟ੍ਰੀਸ਼ੀਅਨ ਹੋ ਗਏ, ਇਹ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗੀਆਂ ਉੱਥੇ ਜੌਬਾਂ। ਤੇ ਇਹਨਾਂ ਦੇ ਵਿੱਚ ਜਿਹੜੀ ਤੁਸੀਂ ਉਹਨਾਂ ਦੀ ਇਮੀਗ੍ਰੇਸ਼ਨ ਦੀ ਰਿਕੁਆਇਰਮੈਂਟਸ ਆ ਪੇ ਰੇਟ ਵਾਲੀਆਂ, ਉਹ ਵੀ ਤੁਸੀਂ ਪੂਰੀਆਂ ਕਰ ਸਕਦੇ ਆ। ਹਾਂ, ਜੌਬ ਲੱਭਣ 'ਚ ਥੋੜ੍ਹੀ ਪ੍ਰੋਬਲਮ ਜ਼ਰੂਰ ਆਉਂਦੀ ਹੈ ਇਨ ਦਾ ਬਿਗਨਿੰਗ, ਬਟ ਜਦੋਂ ਤੁਹਾਨੂੰ ਜੌਬ ਮਿਲ ਜਾਂਦੀ ਆ ਦੈਨ ਸਭ ਕੁਝ ਬਹੁਤ ਵਧੀਆ ਹੋ ਜਾਂਦਾ ਫਿਰ। ਠੀਕ ਹੈ। ਜਿੱਦਾਂ ਬੇਕਰੀ ਦੇ ਵਿੱਚ ਕੋਈ ਜਾਣਾ ਚਾਹੁੰਦਾ ਹੈ ਨਾ, ਤੇ ਉਸ ਆਫਟਰ +2 ਜਾ ਸਕਦਾ ਜਾਂ ਕੁਝ ਹੋਰ ਕੋਰਸਿਸ ਲਈ? ਕਿਵੇਂ? ਨਹੀਂ, ਆਫਟਰ +2 ਹਾਂਜੀ ਬਹੁਤ ਵਧੀਆ ਆਪਸ਼ਨ ਹੁੰਦੀ ਆ। ਉਦੋਂ ਮਾਈਂਡ ਫਰੈਸ਼ ਹੁੰਦਾ ਬੰਦੇ ਦਾ, ਹਨਾ, ਲਰਨ ਬਹੁਤ ਛੇਤੀ ਕਰਦਾ ਬੰਦਾ। ਤੇ ਗ੍ਰੈਜੂਏਸ਼ਨ ਤੋਂ ਬਾਅਦ ਬੰਦੇ ਦਾ ਮਾਈਂਡ ਥੋੜਾ ਡਾਈਵਰਟ ਹੋ ਜਾਂਦਾ, ਬੰਦਾ ਡਬਲ ਮਾਈਂਡਡ ਹੋ ਜਾਂਦਾ ਵੀ ਕਿ ਮੈਂ ਯਾਰ ਗ੍ਰੈਜੂਏਸ਼ਨ ਕਰ ਲਈ, ਮੈਂ ਹੁਣ ਬੇਕਰੀ ਕਰਾਂ ਕਿ ਮੈਂ ਅੱਗੇ ਬਿਜ਼ਨਸ ਕਰਾਂ ਜਾਂ ਉਹ ਕਰਾਂ ਨਾ। ਆਈ ਥਿੰਕ +2 ਤੋਂ ਬਾਅਦ ਇਹ ਬਹੁਤ ਵਧੀਆ ਆਪਸ਼ਨ ਹੁੰਦੀ ਹੈ। ਕਿਉਂਕਿ ਮੈਨੂੰ ਬਹੁਤ ਵਧੀਆ ਇੱਕ ਐਟ ਦੈਟ ਟਾਈਮ ਮੈਨੂੰ ਬਹੁਤ ਵਧੀਆ ਗਾਈਡ ਕੀਤਾ ਸੀ ਮੇਰੇ ਕੰਸਲਟੈਂਟ ਨੇ, ਰੁਪਿੰਦਰ ਸਾਰਾ ਚੰਡੀਗੜ੍ਹ। ਉਹਨਾਂ ਨੇ ਬਹੁਤ ਵਧੀਆ ਮੈਨੂੰ ਗਾਈਡ ਕੀਤਾ ਕਿ ਨਹੀਂ, ਤੂੰ ਨਿਊਜ਼ੀਲੈਂਡ ਦੇ ਵਿੱਚ ਆ ਸਟੱਡੀ ਕਰ ਤੇ ਇਹਦੇ ਵਿੱਚ ਤੂੰ ਪੱਕਾ ਹੋ ਜਾਏਗਾ। ਠੀਕ ਹੈ। ਜਿਵੇਂ ਤੁਸੀਂ ਇੱਥੋਂ ਦੀ ਇੰਡੀਆ 'ਚ ਗਏ, ਫਿਰ ਉੱਥੇ ਕਿਹੜੇ ਕਾਲਜ ਜਾ ਕੇ ਦਾਖਲਾ ਲਿਆ ਤੁਸੀਂ? ਮੇਰੇ ਭਾਜੀ ਨਾਰਥ ਸ਼ੋਰ ਇੰਟਰਨੈਸ਼ਨਲ ਅਕੈਡਮੀ ਸੀਗੀ ਆਕਲੈਂਡ ਦੇ ਵਿੱਚ, ਉੱਥੇ 2 ਸਾਲ ਦੀ ਮੇਰੀ ਸਟੱਡੀ ਸੀਗੀ। ਕਿਹੜਾ ਕੋਰਸ ਦਾ ਕੀ ਨਾਮ ਸੀਗਾ? ਮੇਰਾ ਕੋਰਸ ਸੀਗਾ ਭਾਜੀ ਡਿਪਲੋਮਾ ਇਨ ਇੰਟਰਨੈਸ਼ਨਲ ਕੁਕਰੀ ਐਂਡ ਪੈਟਿਸਰੀ ਲੈਵਲ 5। ਠੀਕ ਹੈ ਜੀ। 2 ਸਾਲ ਦਾ? 2 ਸਾਲ ਦਾ ਸੀ। ਅੱਛਾ, ਉਸ ਤੋਂ ਬਾਅਦ ਅੱਗੇ ਫਿਰ? ਹਾਂਜੀ, ਉਸ ਤੋਂ ਬਾਅਦ ਫਿਰ 1 ਸਾਲ ਦਾ ਉਦੋਂ ਜੌਬ ਸਰਚ ਲੱਗਦਾ ਸੀ, ਤੇ ਉਹ ਜੌਬ ਸਰਚ ਦੇ ਵਿੱਚ ਹੀ ਮੈਂ ਪੱਕਾ ਹੋ ਗਿਆ ਸੀ ਭਾਜੀ। ਠੀਕ ਹੈ। ਅੱਗੇ ਵੀਜ਼ਾ ਲਵਾਉਣ ਦੀ ਲੋੜ ਨਹੀਂ ਜੀ। ਸੋ ਦਵਿੰਦਰ, ਆਪਣੇ ਜਿਹੜੇ ਪੰਜਾਬੀ ਭਾਈਚਾਰੇ ਦੇ ਲੋਕ ਹੈਗੇ ਨੇ ਉਹ ਤਾਂ ਆਪਣੀ ਗੱਲਾਂ ਨੂੰ ਸੁਣ ਰਹੇ ਹੋਣਗੇ ਤੇ ਮਜ਼ਾ ਵੀ ਉਹਨਾਂ ਨੂੰ ਕਾਫੀ ਆਉਂਦਾ ਹੋਣਾ, ਨੌਲੇਜ ਵੀ ਕਾਫੀ ਮਿਲ ਰਹੀ ਹੈ ਨਾ। ਤੇ ਖਾਸ ਤੌਰ ਤੇ ਜਿਹੜੇ ਨਿਊਜ਼ੀਲੈਂਡ ਦੇ ਆਪਣੇ ਉੱਥੋਂ ਦੀ ਸਰਕਾਰਾਂ ਹੈਗੀਆਂ ਨਾ, ਉਹਨਾਂ ਦੀ ਭਾਸ਼ਾ ਦੇ ਵਿੱਚ ਤੁਸੀਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਭਾਈ ਦੇਖੋ, ਮੈਂ ਤੇ ਉਹਨਾਂ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਲੁੱਕ, ਇਫ ਸਿਟੀਜ਼ਨ ਕੈਨ ਕਮ, ਵਾਈ ਕਾਂਟ ਪਰਮਾਨੈਂਟ ਰੈਜ਼ੀਡੈਂਟ ਐਂਡ ਰੈਜ਼ੀਡੈਂਟ ਨਾ, ਬਿਕੋਜ਼ ਵੀ ਪੇ ਟੈਕਸ ਐਜ਼ ਵੈਲ, ਦੇ ਪੇ ਟੈਕਸ ਟੂ। ਬਟ I want to request Jacinda Ardern and all of her colleagues that if citizen can come,
why can't permanent resident? They have to look for a solution, or maybe look for another MIQ for people who get stuck here. Maybe find a different facilities for us, maybe a different hotel for a people. I think only 500 permanent resident are here in India who get stuck. I think if they can arrange a chartered flight or something like that for us, it will be really helpful, because at this time we are struggling a lot. We have to pay rent, we have to pay bill and all those things, which are putting extra pressure on us. If Jacinda is listening to me, I really want to request her, please find a solution for us, and if she can do it, I really appreciate her help. ਜੀ ਬਿਲਕੁਲ। ਸੋ ਜੋ ਨਿਊਜ਼ੀਲੈਂਡ ਦੇ ਪ੍ਰਾਈਮ ਮਿਨਿਸਟਰ ਹੈਗੇ ਨੇ ਜੈਸਿੰਡਾ ਆਰਡਨ, ਹੁਣੇ ਹਾਲ ਹੀ ਵਿੱਚ ਜਿੱਤ ਕੇ ਦੁਬਾਰਾ ਉੱਥੇ ਦੇ ਉਹ ਪ੍ਰਧਾਨ ਮੰਤਰੀ ਬਣੇ ਨੇ, ਉਹਨਾਂ ਨੂੰ ਇਹਨਾਂ ਦੀ ਅਪੀਲ ਹੈਗੀ ਹੈ ਕਿ ਛੇਤੀ ਤੋਂ ਛੇਤੀ ਸਪੈਸ਼ਲ ਫਲਾਈਟਸ ਦੇ ਜ਼ਰੀਏ ਜਿਹੜੇ PR ਹੈਗੇ ਨੇ ਉਹਨਾਂ ਨੂੰ ਉੱਥੇ ਲੈ ਕੇ ਜਾਣ, ਕਿਉਂਕਿ ਉੱਥੋਂ ਦੀ ਦੇਸ਼ ਦੀ ਤਰੱਕੀ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਰਿਹਾ। ਹਰ ਇੱਕ ਥਾਂ ਦੇ ਉੱਤੇ ਟੈਕਸ ਪੇ ਕਰਦੇ ਨੇ, ਅਤੇ ਟੈਕਸ ਪੇ ਕਰਨ ਦੇ ਨਾਲ ਨਾਲ ਜਿਹੜੇ ਇਹਨਾਂ ਨੂੰ ਅਵਾਰਡ ਮਿਲ ਰਹੇ ਨੇ, ਇਹਦਾ ਮਤਲਬ ਹੈਗਾ ਕਿ ਇਹਨਾਂ ਨੇ ਉੱਥੇ ਸਖਤ ਮਿਹਨਤਾਂ ਕੀਤੀਆਂ ਹੈਗੇ ਨੇ। ਅਤੇ ਜੇ ਇਹ ਵੀ ਸਵਾਲ ਬੜੇ ਉੱਠ ਰਹੇ ਨੇ, ਜੇ ਨਿਊਜ਼ੀਲੈਂਡ ਦੀ ਸਰਕਾਰ ਜਿਹੜੇ ਕ੍ਰਿਕਟ ਖਿਡਾਰੀ ਹੈਗੇ ਨੇ ਉਹਨਾਂ ਨੂੰ ਇੱਥੋਂ ਦੀ ਕੱਢਣ ਵਾਸਤੇ ਜੇ ਸਪੈਸ਼ਲ ਫਲਾਈਟਸ ਚਲਾ ਸਕਦੀ ਹੈ, ਤਾਂ ਫਿਰ ਜਿਹੜੇ PR ਹੈਗੇ ਨੇ ਉਹਨਾਂ ਨੂੰ ਕਿਉਂ ਨਹੀਂ ਕੱਢਿਆ ਜਾ ਰਿਹਾ? ਇਹ ਗਿਣਤੀ ਵੀ ਜ਼ਿਆਦਾ ਨਹੀਂ ਹੈਗੀ, ਜਿਹੜੇ PR ਨੇ 500-600 ਦੇ ਲਾਗੇ ਜਿਹੜੀ ਗਿਣਤੀ ਹੈਗੀ ਹੈ, ਇੱਕ ਫਲਾਈਟਸ ਦੇ ਵਿੱਚ ਹੀ ਜਿਹੜੇ ਹੈਗੇ ਨੇ ਸਾਰੇ ਉਹ ਜਾ ਸਕਦੇ ਨੇ। ਸੋ ਨਿਊਜ਼ੀਲੈਂਡ ਦੀ ਸਰਕਾਰ ਨੂੰ ਵੀ ਛੇਤੀ ਤੋਂ ਛੇਤੀ ਜਿਹੜੇ PR ਨੇ ਉਹਨਾਂ ਨੂੰ ਇੱਥੋਂ ਦੀ ਕੱਢਣਾ ਚਾਹੀਦਾ, ਕਿਉਂਕਿ ਮਾਨਸਿਕ ਤਣਾਅ ਦੇ ਵਿੱਚ ਨੇ, ਵੱਡੀਆਂ ਮੁਸ਼ਕਲਾਂ ਦੇ ਵਿੱਚ ਨੇ, ਉਹਨਾਂ ਨੂੰ ਉੱਥੇ ਕਿਰਾਏ ਭਰਨੇ ਪੈ ਰਹੇ ਨੇ, ਬਿਜਲੀ ਦੇ ਬਿੱਲ ਭਰਨੇ ਪੈ ਰਹੇ ਨੇ। ਸਰਕਾਰ ਨੂੰ ਇਸ ਪਾਸੇ ਛੇਤੀ ਛੇਤੀ ਧਿਆਨ ਦੇਣਾ ਚਾਹੀਦਾ, ਖਾਸ ਤੌਰ 'ਤੇ ਜਿਹੜਾ ਭਾਈਚਾਰੇ ਦੇ ਲੋਕ ਆਪਣੇ ਉੱਤੇ ਬੈਠੇ ਨੇ ਉਹਨਾਂ ਨੂੰ ਵੀ ਸਰਕਾਰ ਦੇ ਉੱਤੇ ਲਗਾਤਾਰ ਪ੍ਰੈਸ਼ਰ ਜ਼ਰੂਰ ਬਣਾਉਣਾ ਚਾਹੀਦਾ, ਕਿਉਂਕਿ ਨਿਊਜ਼ੀਲੈਂਡ ਦੀ ਜਿਹੜੀ ਇਮੇਜ ਹੈਗੀ ਹੈ ਪੂਰੀ ਦੁਨੀਆ ਵਿੱਚ ਇਸ ਕਰਕੇ ਬਣੀ ਹੋਈ ਹੈ ਕਿ ਮਨੁੱਖੀ ਅਧਿਕਾਰਾਂ ਪ੍ਰਤੀ ਨਿਊਜ਼ੀਲੈਂਡ ਵੀ ਹਮੇਸ਼ਾ ਹੀ ਕੈਨੇਡਾ ਵਾਂਗੂ ਅੱਗੇ ਰਹਿੰਦਾ ਹੈ। ਸੋ ਦਵਿੰਦਰ, ਜਾਂਦੇ ਜਾਂਦੇ ਮੈਂ ਤੁਹਾਡੇ ਤੋਂ ਜ਼ਰੂਰ ਜਾਣਨਾ ਚਾਹੂੰਗਾ, ਜਿਹੜਾ ਬੰਦਾ ਬਾਹਰ ਕਹਿੰਦੇ 5-7 ਸਾਲ ਲਾ ਆਵੇ ਅਤੇ ਉਸਨੇ ਦੁਨੀਆ 'ਚ ਬਹੁਤ ਕੁਝ ਦੇਖ ਲਿੱਤਾ ਹੁੰਦਾ, ਉਹਦੀ ਸੰਗ ਵੀ ਦੂਰ ਹੋ ਜਾਂਦੀ ਹੈ। ਅਤੇ ਤੁਹਾਡੇ ਵਾਈਫ ਤਾਂ ਆਏ ਇਟਲੀ ਤੋਂ ਨੇ, ਹੈ ਨਾ? ਅਤੇ ਆਪਣੇ ਜਦੋਂ ਤੁਸੀਂ ਵਾਈਫ ਨੂੰ ਦੇਖਦੇ ਹੋ ਤੁਹਾਡੇ ਦਿਲ 'ਚ ਕਿਹੜਾ ਗਾਣਾ ਵੱਜਦਾ, ਇਹ ਕੋਈ ਸੁਣਾ ਦਿਓ। ਗਾਣਾ ਭਾਈ ਅੱਜ ਕੱਲ੍ਹ ਸਿੱਧੂ ਮੂਸੇਵਾਲਾ ਹੀ ਸੁਣਦੇ ਆ, ਹੁਣ ਉਹਦਾ ਟ੍ਰੈਂਡ ਚੱਲ ਰਿਹਾ, ਮੂਸੇਵਾਲੇ ਦਾ ਉਹਦਾ ਆ ਰਿਹਾ, ਤੇ ਗਾਣਾ ਭਾਈ ਹੁਣ ਤੇ ਕੋਈ ਦਿਮਾਗ ਨਹੀਂ। ਵਾਈਫ ਨੂੰ ਸੁਣ ਕੇ ਦੇਖ ਕੇ ਕੋਈ ਗੀਤ ਨਹੀਂ ਯਾਦ ਆਉਂਦਾ ਤੁਹਾਨੂੰ? ਗੀਤ ਭਾਜੀ ਹੁਣ ਥੋੜਾ ਜਿਹਾ ਹੁੰਦਾ ਬੰਦੇ ਨੂੰ। ਨਹੀਂ, ਜਦੋਂ ਮੈਂ ਆਪਣੀ ਵਾਈਫ ਨੂੰ ਦੇਖਦਾ ਮੈਨੂੰ ਤਾਂ ਗੀਤ ਯਾਦ ਆਉਂਦਾ। ਸਾਡਾ ਗੀਤ ਸੀਗਾ ਦਿਲ ਦੀਆਂ ਗੱਲਾਂ ਕਰਾਂਗੇ ਨਾਲ ਨਾਲ ਬਹਿ ਕੇ। ਕਿਆ ਬਾਤ, ਫਿਰ ਹੋ ਜਾਣ ਦੋ ਲੈਣਾ। ਜਿਹੜਾ ਬੰਦਾ ਨਿਊਜ਼ੀਲੈਂਡ ਲੈਣ ਲਗਾ ਕੇ ਆਵੇ, ਇੱਕ ਇਹ ਵੀ ਸੀ ਕਿ ਭਾਜੀ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ। ਮੈਨੂੰ ਨਾ ਸੁਣਾਓ, ਉਹਨਾਂ ਵਾਸਤੇ ਦੋਨਾਂ ਨੇ ਸਾਡੇ ਦਰਸ਼ਕਾਂ ਨੂੰ ਸੁਣਾਓ। ਭਾਈ ਰਹਿਣ ਦੋ ਭਾਜੀ। ਹੋ ਸਕਦਾ ਕਿ ਤੁਹਾਡਾ ਗੀਤ ਸੁਣ ਕੇ ਜਸਿੰਡਾ ਆਰਡਨ ਜੋ ਪ੍ਰਾਈਮ ਮਿਨਿਸਟਰ ਹੈਗੇ ਨਹੀਂ ਭਾਈ, ਮੈਂ ਇੱਕ ਹੋਰ ਚੀਜ਼ ਸੀ ਮੈਂ ਉਹ ਐਡ ਕਰਨੀ ਚਾਹੂੰਗਾ, ਥੋੜੀ ਇਮੋਸ਼ਨਲ ਹੈਗੀ ਆ ਗੱਲ। ਹਾਂਜੀ। ਮੇਰਾ ਇੱਕ ਫਰੈਂਡ ਸੀ ਜਿਹਦਾ ਮੈਂ ਤੁਹਾਨੂੰ ਨਾਮ ਵੀ ਲੱਤਾ, ਕੈਪਟਨ ਪਹਿਲਾਂ, ਉਹ ਗਿਆ ਸੀ ਆਪਣਾ 15 ਮਾਰਚ ਨੂੰ। ਜੀ ਜੀ। ਉਹ ਇੱਥੋਂ ਗਿਆ ਸੀ, ਉਹ ਉੱਥੇ ਜਾ ਕੇ ਉਹ ਕਰੋਨਾ ਪੋਜ਼ਿਟਿਵ ਨਿਕਲ ਆਇਆ ਸੀ ਭਾਜੀ। ਠੀਕ ਹੈ ਜੀ। ਉਹ ਵਿਚਾਰਾ ਚਲੋ ਥੋੜਾ ਸਟ੍ਰੈਸ ਹੋ ਗਿਆ ਸੀ ਉਦੋਂ, ਤੇ ਉਹ ਫਿਰ ਭਾਜੀ ਅੱਗੇ ਕੁਆਰੰਟਾਈਨ ਚੋਂ ਨਿਕਲ ਗਿਆ ਉੱਥੋਂ। ਆਫਟਰ 2 ਵੀਕਸ ਉਹਨਾਂ ਨੇ ਕੱਢਤਾ ਉਹਨੂੰ ਉੱਥੋਂ, ਤੇ ਆਫਟਰ 2 ਵੀਕਸ ਬਾਅਦ ਭਾਜੀ ਉਹਦੀ ਮੰਮੀ ਦੀ ਇੱਥੇ ਡੈਥ ਹੋ ਗਈ ਭਾਜੀ, ਹਨਾ। 11 ਅਪ੍ਰੈਲ ਨੂੰ ਇਹਨਾਂ ਨੇ ਟਰੈਵਲ ਬੈਨ ਲਾਤਾ, ਤੇ ਉਹਦੀ ਮੰਮੀ ਦੀ ਡੈਥ ਹੋਈ ਆਈ ਥਿੰਕ 24 ਅਪ੍ਰੈਲ ਨੂੰ ਕੁਛ ਆਫਟਰ 2 ਵੀਕਸ। ਤੇ ਭਾਜੀ ਮੈਨੂੰ ਉਹਦਾ ਬਹੁਤ ਮਤਲਬ ਕਿ ਨਾ ਦੁੱਖ ਲੱਗਿਆ ਕਿ ਹਨਾ ਉਹ ਆਪਣੀ ਮੰਮੀ ਦੇ ਉਹਦੇ ਤੇ ਵੀ ਨਹੀਂ ਆ ਸਕਿਆ ਆਪਣਾ ਅੰਤਿਮ ਜੋ ਹੁੰਦੀ ਆ ਆਪਣਾ ਇੱਥੇ ਇੰਡੀਆ ਦੇ ਵਿੱਚ। ਉਹ ਚੀਜ਼ ਨੇ ਮੈਨੂੰ ਬਹੁਤ ਉਹ ਕੀਤਾ ਕਿ ਯਾਰ ਨਹੀਂ, ਜਿਹੜੇ ਮਾਂ-ਬਾਪ ਨੇ ਆਪਾਂ ਨੂੰ ਇੰਨਾ ਪਾਲ ਕੇ ਪੜ੍ਹਾ ਕੇ ਬਾਹਰ, ਮਾਂ ਦਾ ਤਾਂ ਚਲੋ ਹੁੰਦਾ ਹੀ ਆ ਬੰਦੇ ਨੂੰ ਨਾ ਕਿ ਸਾਰੀ ਬੰਦੇ ਦੀ ਉਹ ਕਰਦੇ ਆ, ਤੇ ਉਹ ਉਦੋਂ ਬਹੁਤ ਦਿਲ ਨੂੰ ਉਹ ਹੋਇਆ ਕਿ ਯਾਰ ਨਹੀਂ ਨਾ, ਇੱਦਾਂ ਨਹੀਂ ਹੋਣਾ ਚਾਹੀਦਾ। ਕਿ ਕਿਉਂਕਿ ਦੇਖੋ ਇਹ ਚੀਜ਼ਾਂ ਤੇ ਸਰਕਾਰ ਨੂੰ ਵੀ ਕਿ ਉਹ ਕਰਨੀਆਂ ਚਾਹੀਦੀਆਂ, ਅੰਡਰਸਟੈਂਡ ਕਿ ਉਹਨਾਂ ਦੀ ਮਦਰ ਆ, ਬਲੱਡ ਰਿਲੇਸ਼ਨ ਇਹ ਤੇ ਹੈ ਨਹੀਂ ਕਿ ਆਪਣੇ ਕੋਈ ਚਾਚੇ ਤਾਏ ਹੋਣ, ਜਾਂ ਮਾਂ ਤੇ ਮਾਂ ਹੀ ਹੁੰਦੀ ਹੈ ਨਾ। ਤੇ ਉਹਦੀ ਮੰਮੀ ਦੀ ਡੈਥ ਹੋਈ ਤੇ ਉਹ ਵਿਚਾਰਾ ਆ ਨਹੀਂ ਸਕਿਆ ਨਾ। ਉਹ ਚੀਜ਼ ਮੈਨੂੰ ਬਹੁਤ ਹਰਟ ਕੀਤਾ ਉਹ ਚੀਜ਼ ਨੇ ਕਿ ਯਾਰ ਨਹੀਂ, ਕਿਉਂਕਿ ਅਸੀਂ ਇਕੱਠੇ ਰਹੇ ਹਾਂ ਪਿਛਲੇ 7-8 ਸਾਲਾਂ ਤੋਂ, ਸਾਡਾ ਭਾਈਆਂ ਵਾਲਾ ਹੀ ਹਿਸਾਬ ਕਿਤਾਬ ਸੀ, ਸਾਰੇ ਇਕੱਠੇ ਜਿੰਨੇ ਵੀ ਰਹੇ ਸੀ, ਤੇ ਕੰਮ ਵੀ ਕਈ ਵਾਰੀ ਉਹਨੇ ਮੇਰੇ ਨਾਲ ਕੀਤਾ, ਤੇ ਅਸੀਂ ਇਕੱਠੇ ਰਹੇ ਕੰਮ ਦੇ ਵਿੱਚ। ਤੇ ਉਦੋਂ ਭਾਜੀ ਥੋੜਾ ਜਿਹਾ ਦਿਲ ਨੂੰ ਬਹੁਤ ਫੀਲ ਹੋਇਆ ਕਿ ਸਰਕਾਰਾਂ ਪਾਬੰਦੀਆਂ ਕਰਕੇ ਜਿਹੜੇ ਆਪਣੇ ਆਖਰੀ ਦਰਸ਼ਨ ਵੀ ਨਹੀਂ ਕਰ ਸਕੇ ਆਪਣੇ ਮਦਰ ਦੇ। ਹਾਂਜੀ, ਆਈ ਥਿੰਕ ਦੇ ਹੈਵ ਟੂ ਡੂ ਸਮਥਿੰਗ ਫॉर ਦੋਜ਼ ਕਾਈਂਡ ਆਫ ਸਿਚੁਏਸ਼ਨਸ ਐਜ਼ ਵੈਲ।
I think, look, I really want to request Jacinda and Chris Fafoy, who's an immigration officer. You know, if you have to live apart from your family, you know, imagine how would you feel. You know, Jacinda has got a daughter as well. If she has to live apart from her daughter for like say at least 2 months or 3 months, how would she feel? You know, I really want to request her. You know, my wife is here. She wants to join me in New Zealand, and I want to request you guys, please, you know, do something for us. She really wants to go to New Zealand. She doesn't. How can I prove my relation? You know, if she will live with me, and then that's the only thing we can prove our relation. But right now, if she is in India, I'm in New Zealand, how can we prove our relation? The only thing is that we call each other, you know, every day. That is the only proof I have got. And what else I can do? You know, I can send her money, you know, which she can financially support. You know, she can use it for her expenses and stuff like that. But other than that, I can't do anything. If she's living with me, then we can share everything together. You know, she can work. You know, we can earn money. We can plan a family in future. Also, you know, every man has got a dream. You know that. You know, but you want to fulfill those dreams. But right now, I am in between. You know, I can't do anything. But I really want to you know, request Jacinda. Think about people who got stuck offshore and stuff, like other people as well. And I want to you know, ਆਪਣੀ ਜਿਹੜੀ ਵਿਦੇਸ਼ੀ ਸਰਕਾਰਾਂ ਨੇ ਨਾ, ਦਰਅਸਲ ਉਹਨਾਂ ਨੂੰ ਪਤਾ ਨਹੀਂਗਾ ਆਪਣੇ ਭਾਰਤ ਦੇ ਕਲਚਰ ਦੇ ਵਿੱਚ ਕਿ ਜਿਹੜੇ ਇੱਕ ਵਾਰੀ 4 ਲਾਵਾਂ ਲੈ ਲਿੱਤੀਆਂ ਤੇ ਇਹਦਾ ਮਤਲਬ ਫਿਰ ਤਾਂ ਜਦ ਤੱਕ ਕੁੜੀ ਨਹੀਂ ਕਹਿੰਦੀ ਕੋਈ ਅਲੱਗ ਨਹੀਂ ਕਰ ਸਕਦਾ। ਤੇ ਆਪਣਾ ਵੈਸੇ ਵੀ ਮਤਲਬ ਕਿ ਆਪਣੇ ਜਿਹੜੇ ਇਸੇ ਕਰਕੇ ਰਿਸ਼ਤੇ ਜਿਹੜੇ ਨੇ ਕਾਮਯਾਬ ਹੁੰਦੇ ਨੇ, ਉਹ ਕਹਿੰਦੇ ਨੇ 2 ਚੁਟਕੀ ਸੰਦੂਰ ਕੀ ਕੀਮਤ ਤੁਮ ਕਿਆ ਜਾਣੋ ਵਿਦੇਸ਼ੀ ਸਰਕਾਰ ਹੋਲੀ ਹਿਸਾਬ। ਹਾਂਜੀ, ਦੂਜੀ ਗੱਲ ਇਹ ਵੀ ਹੈ ਭਾਜੀ, ਉਹਨਾਂ ਨੇ ਜਦੋਂ ਡਿਕਲਾਈਨ ਕੀਤਾ ਸੀ ਕਿ ਉਹ ਮੈਨੂੰ ਕਹਿ ਰਹੇ ਸੀ ਕਿ while Davinder was in India, he was you know, maintaining a property in New Zealand as well. ਪਰ ਉਹ ਚੀਜ਼ ਮੈਨੂੰ ਬਹੁਤ ਉਹ ਲੱਗੀ ਕਿ ਜਦੋਂ ਮੈਂ ਆਪਣੀ ਵਿਆਹ ਕਰਾਉਣ ਲਈ ਨਿਊਜ਼ੀਲੈਂਡ ਤੋਂ ਇੱਥੇ ਆਇਆ ਸੀ, ਤੇ ਮੇਰੀ ਉੱਥੇ ਗੱਡੀ ਸੀ ਭਾਜੀ, ਮੇਰੀ ਕਾਰ ਸੀ, ਮੇਰੀ ਪਰਸਨਲ ਬਿਲੋਂਗਿੰਗ ਸੀ, ਮੇਰਾ ਲਗੇਜ ਪਿਆ ਸੀ ਉੱਥੇ ਜਿਹੜਾ ਮੇਰਾ ਨਹੀਂ ਮੈਂ ਇੱਥੇ ਲੈ ਕੇ ਆਇਆ ਸੀ, ਹੋਰ ਮੇਰੇ ਕੱਪੜੇ, ਮੇਰੀ ਯੂਨੀਫਾਰਮ, ਮੇਰਾ ਬੈੱਡ ਪਿਆ ਉੱਥੇ। ਮੈਂ ਹੁਣ ਉਹ ਚੀਜ਼ਾਂ ਤੇ ਵੇਚ ਕੇ ਨਹੀਂ ਸੀ ਨਾ ਸਕਦਾ, ਉਹ ਚੀਜ਼ਾਂ ਤੇ ਚਲੋ ਮੈਂ ਘਰ 'ਚ ਰੱਖਣੀਆਂ ਸੀ। ਤੇ ਦੂਜਾ ਇੱਕ ਉਹਨਾਂ ਨੇ ਕੀ ਚਾਹੁੰਦੇ ਆ ਕਿ ਇੱਕ ਤੁਸੀਂ ਐਜ਼ ਯੂ ਨੋ ਦੈਟ ਆਪਾਂ ਇੰਡੀਅਨ ਆ ਭਾਜੀ ਨਾ, ਉਹ ਚਾਹੁੰਦੇ ਆ ਕਿ ਹੁਣ ਆਹ ਘਰ ਆ ਭਾਈ ਜਿੱਥੇ ਆਪਾਂ ਬੈਠੇ ਆ, ਮੇਰਾ ਘਰ ਆ, ਮੈਂ ਆਪਣੀ ਮਿਹਨਤ ਨਾਲ ਬਣਾਇਆ ਨਹੀਂ, ਇਟਸ ਮਾਈ ਹਾਰਡ ਵਰਕ। ਤੇ what they are asking you know, you have to do a rent agreement with your parents. And then you have to pay a rent to your parents. You know, we are not at the moment we are Indians, you know, by blood we are Indian, we don't pay rent to our parents. And this house belongs to me, you know, I made this house with my hard work, you know. And but they want proof, they want a written rent agreement that we have to do with our parents. But we don't do it here in India. So how can we prove that our relation is genuine? ਹਾਲੇ ਉਹਨਾਂ ਨੂੰ ਪਤਾ ਨਹੀਂ ਨਾ, ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਂ ਤਾਂ ਰੱਬ ਦਾ ਨਾਮ ਹੈ। ਹਾਂਜੀ। ਤੇ ਹੁਣ ਅਸੀਂ ਚਲੋ from last 4 months we are living together, you know, at the same place. We have you know, gathered some documents to prove our relation is genuine, like online shopping stuff come to our house, and some you know, financial support that I have sent money into our joint account to show immigration. ਇੰਟਰਵਿਊ ਵੀ ਹੋ ਗਿਆ ਇੱਕ ਆਪਣਾ। ਹਾਂਜੀ, ਇੰਟਰਵਿਊ ਵੀ ਹੋ ਗਿਆ ਇਕੱਠਿਆਂ ਦਾ, ਚਲੋ ਨਾ ਭਾਈ, ਇਨ ਕੇਸ ਸਾਨੂੰ ਲੋੜ ਪਵੇ। ਹਾਂਜੀ, ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ, ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ, ਅਖੀਰ ਦੇ ਵਿੱਚ ਮੈਂ ਤੇ ਨਿਊਜ਼ੀਲੈਂਡ ਗਵਰਨਮੈਂਟ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਕਿ ਆਈ ਡੋਂਟ ਨੋ ਕਿ ਮੇਰੇ ਵਰਗੇ ਇੱਥੇ ਹੋਰ ਕਿੰਨੇ ਵੀ ਫਸੇ ਹੋਏ ਆ, ਬਟ I really want to request them, please open the border for permanent resident and resident visa holders, so that they can come back and start working, and you know, start planning and start living together with their family, and stay together happily. ਬਿਲਕੁਲ। ਸੋ ਗੁਰਪ੍ਰੀਤ, ਮੈਂ ਤੁਹਾਡੇ ਤੋਂ ਵੀ ਜਾਣਨਾ ਚਾਹੁੰਦਾ
ਤੁਸੀਂ ਇਟਾਲੀਅਨ ਜਿਹੜੇ ਗਵਰਨਮੈਂਟ ਹੈਗੇ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੋਗੇ, ਕਿਉਂਕਿ ਤੁਸੀਂ ਤਾਂ ਉਧਰ ਦੀ ਲੈਂਗੁਏਜ ਵੀ ਜਾਣਦੇ ਹੋ ਇਟਾਲੀਅਨ? ਮੈਂ ਉਹਨਾਂ ਨੂੰ ਇਹ ਕਹਿਣਾ ਚਾਹਾਂਗੀ ਕਿ ciao, mi chiamo Gurpreet Kaur e poi sono stata 15 anni in Italia con i miei genitori. Adesso mia mamma in India, lei è arrivata in febbraio e poi lei non sta bene perché lei prendeva la medicina in Italia e poi voglio dire solo questa cosa che e lei vuole venire in Italia perché la medicina, lo sai che lei non sta bene e poi lei non si può andare perché perché la corona, questa cosa. Ciao. ਬੜੇ ਸਾਨੂੰ ਤਾਂ ਵੈਸੇ ਸਹੀ ਦੱਸਾਂ ਰੱਖੋ ਕੋਈ ਗੱਲ ਨਹੀਂ, ਮੈਨੂੰ ਤਾਂ ਵੈਸੇ ਸਮਝ ਨਹੀਂ ਲੱਗਿਆ ਹੈਗਾ ਤੇ ਉਹਦਾ ਬੋਲਦੇ ਬੜਾ ਸੋਹਣਾ ਲੱਗ ਰਿਹਾ ਸੀ ਤੁਸੀਂ। ਗੱਲ ਇਹ ਹੈ ਕਿ ਭਾਜੀ ਮਾਈਂਡ ਨਾ ਜਮਾ ਹੀ ਲਾਈਕ ਸਾਫ਼ ਹੋਇਆ ਪਿਆ ਹੈ, ਨਰਵਸ ਹੋਏ ਵੇ ਆ। ਪੰਜਾਬੀ ਸਾਨੂੰ ਦੱਸ ਦਿਓ, ਬੋਲਿਆ ਕੀ ਸੀਗਾ? ਮੇਰੇ ਕੁਝ ਵਰਡ ਰਹਿ ਗਏ ਨੇ। ਮੈਂ ਇਹ ਕਿਹਾ ਕਿ ਲਾਈਕ ਮੇਰਾ ਨਾਮ ਗੁਰਪ੍ਰੀਤ ਕੌਰ ਆ। ਮੈਂ ਲਾਈਕ ਸਾਨੂੰ 15-16 ਸਾਲ ਹੋ ਗਏ ਮੈਨੂੰ ਆਪਣੇ ਮੰਮੀ ਪਾਪਾ ਨਾਲ ਉੱਥੇ ਰਹਿੰਦੇ ਨੂੰ। ਮੇਰੀ ਮੰਮਾ ਲਾਈਕ ਸਹੀ ਨਹੀਂ ਹੈਗੇ, ਉਹ ਇਟਲੀ ਮੈਡੀਸਿਨਸ ਲੈਂਦੇ ਨੇ ਤੇ ਉਹ ਜਿੱਦਾਂ ਫਰਵਰੀ 'ਚ ਆਏ ਸੀਗੇ ਤਾਂ ਉਹ ਇੱਥੇ ਨਹੀਂ ਆ ਸਕਦੇ ਕਿਉਂਕਿ ਤਾਂ ਕਿ ਮੇਰਾ ਮਾਈਂਡ ਹੀ ਸਾਰਾ ਸਾਫ਼ ਹੋ ਗਿਆ ਕਿਉਂਕਿ ਮੈਂ ਬਚ ਗਿਆ ਤਾਂ ਕਿ ਕਰੋਨਾ ਕਰਕੇ ਨਹੀਂ ਆ ਸਕਦੇ। ਠੀਕ ਹੈ, ਮਤਲਬ ਤੁਸੀਂ ਮਤਲਬ ਫਲਾਈਟ ਚਾਹੁੰਦੇ ਹੋ ਕਿ ਸਾਰਿਆਂ ਨੇ ਫਲਾਈਟ ਜਿਹੜੇ ਸਟਕ ਹੋਏ ਨੇ ਖੋਲੀਆਂ ਜਾਣ ਤਾਂ ਕਿ ਉਹ ਇਟਲੀ ਜਾਣ ਤੇ ਜਿਹੜੀ ਉਹਨਾਂ ਦੀ ਦਵਾਈ ਨੇ ਉਹ ਅੱਗੇ ਲੈ ਸਕਣ ਤੇ ਹਾਂਜੀ ਇਸ ਗੱਲ ਤੋਂ। ਸੋ ਦਵਿੰਦਰ ਤੇ ਹਰਪ੍ਰੀਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਕੀਮਤੀ ਸਮਾਂ ਕੱਢਿਆ ਤੇ ਆਪਣੀ ਜਿਹੜੀ ਗੱਲਾਂ ਰੱਖੀਆਂ ਆਪਣੀ ਸਰਕਾਰਾਂ ਤੱਕ ਵੀ ਉਹਨਾਂ ਤੱਕ ਤੁਹਾਡੀ ਆਵਾਜ਼ ਆਏਗੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ ਜੀ। ਸੋ ਦਰਸ਼ਕੋ ਤੁਸੀਂ ਸੁਣਿਆ ਕਿ ਜੋੜੇ ਦੀਆਂ ਗੱਲਾਂ, ਬਹੁਤ ਪਿਆਰਾ ਜੋੜਾ ਹੈਗਾ ਤੇ ਮਿਹਨਤੀ ਜੋੜਾ ਹੈਗਾ। ਖਾਸ ਤੌਰ ਤੇ ਦਵਿੰਦਰ ਦੀਆਂ ਗੱਲਾਂ ਤੋਂ ਵੀ ਝਲਕਦਾ ਹੈ ਕਿ ਬਹੁਤ ਇੱਕ ਤਾਂ ਮਿਹਨਤੀ ਇਨਸਾਨ ਹੈਗੇ ਨੇ ਤੇ ਚੰਗੇ ਇਨਸਾਨ ਵੀ ਲੱਗਦੇ ਨੇ ਗੱਲਾਂ ਤੋਂ। ਤੇ ਇਸ ਕਰਕੇ ਅਸੀਂ ਵੀ ਸਰਕਾਰਾਂ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਲੋਕ ਸਟਕ ਹੋਏ ਨੇ ਅੱਜ ਉਹਨਾਂ ਨੂੰ ਜ਼ਰੂਰ ਉੱਥੋਂ ਆਪਣੀਆਂ ਵਿਸ਼ੇਸ਼ ਫਲਾਈਟਾਂ ਚਲਾ ਕੇ ਕੱਢਿਆ ਜਾਵੇ, ਕਿਉਂਕਿ ਜੇ ਕੋਈ ਵਾਇਰਸ ਆਇਆ ਤਾਂ ਅਸੀਂ ਲੋਕਾਂ ਨੂੰ ਉਸ ਵਾਇਰਸ ਦੇ ਦਰਮਿਆਨ ਵੱਡੇ ਸੰਕਟ ਦੇ ਵਿੱਚ ਨਹੀਂ ਪਾ ਸਕਦੇ। ਕਹਿਣ ਦਾ ਭਾਵ ਕਿ ਆਪਣੇ ਪਰਿਵਾਰਾਂ ਦੇ ਨਾਲੋਂ ਅਸੀਂ ਦੂਰ ਉਹਨਾਂ ਨੂੰ ਨਹੀਂ ਕਰ ਸਕਦੇਗੇ। ਅੱਜ ਸੰਕਟ ਦੀ ਘੜੀ ਦੇ ਵਿੱਚ ਸਭ ਨੂੰ ਇਹ ਪਰਿਵਾਰਾਂ ਦੇ ਨੇੜੇ ਰਹਿਣ ਲਈ ਸਾਨੂੰ ਜਿਹੜੇ ਪ੍ਰਬੰਧ ਜ਼ਰੂਰ ਕਰਨੇ ਚਾਹੀਦੇ ਨੇ। ਖਾਸ ਤੌਰ ਤੇ ਜਿਹੜੇ ਸਟਕ ਲੋਕ ਹੋਏ ਨੇ ਉਹ ਭਾਵੇਂ ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਕਿਸੇ ਵੀ ਕੰਟਰੀ ਦੇ ਹੈਗੇ ਨੇ, ਉਹਨਾਂ ਸਭ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਉਹ ਲਗਭਗ ਸਭ ਦੀਆਂ ਮਿਲਦੀਆਂ ਜੁਲਦੀਆਂ ਹੈਗੀਆਂ ਨੇ। ਸਭ ਨੂੰ ਉੱਥੇ ਕਿਰਾਏ ਭਰਨੇ ਪੈ ਰਹੇ ਨੇ, ਉੱਥੇ ਮੋਟੇ ਬਿਜਲੀ ਦੇ ਬਿੱਲ ਭਰਨੇ ਪੈ ਰਹੇ ਨੇ, ਇੰਟਰਨੈਟ ਦੇ ਖਰਚੇ ਨੇ, ਕਿਸੇ ਦੇ ਕਾਰ ਇੰਸ਼ੋਰੈਂਸ ਦੇ ਖਰਚੇ ਹੈਗੇ ਨੇ, ਕਿਸੇ ਦੇ ਹੋਰ ਕਈ ਹੈਲਥ ਜਿਵੇਂ ਇੰਸ਼ੋਰੈਂਸ ਦੇ ਉਹਨਾਂ ਦੇ ਖਰਚੇ ਹੈਗੇ ਨੇ। ਸੋ ਇਸ ਕਰਕੇ ਉੱਥੋਂ ਦੀਆਂ ਸਰਕਾਰਾਂ ਨੂੰ ਇਹ ਚੀਜ਼ ਸਮਝਣੀ ਚਾਹੀਦੀ ਹੈ, ਕਿਉਂਕਿ ਇਹ ਉਹੀ ਲੋਕ ਹੈਗੇ ਨੇ ਜਿਨ੍ਹਾਂ ਦਾ ਤੁਸੀਂ ਪਹਿਲਾਂ ਦਿਲ ਖੋਲ੍ਹ ਕੇ ਸਵਾਗਤ ਕੀਤਾ ਸੀਗਾ, ਕਿਉਂਕਿ ਤੁਹਾਨੂੰ ਪਤਾ ਸੀਗਾ ਕਿ ਦੇਸ਼ ਦੀ ਆਰਥਿਕਤਾ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੁੰਦਾ। ਜਦੋਂ ਵੀ ਜਿਹੜੇ ਬਾਹਰ ਵਿਦੇਸ਼ੀ ਲੋਕ ਇੱਥੇ ਆਉਂਦੇ ਨੇ, ਉਹ ਲੋਕ ਉੱਥੇ ਆਉਂਦੇ ਨੇ, ਉਹ ਦੇਸ਼ ਨੂੰ ਆਪਣਾ ਬਣਾ ਲੈਂਦੇ ਨੇ, ਉੱਥੇ ਆ ਕੇ ਉਸ ਦੇਸ਼ ਦੀ ਤਰੱਕੀ ਦੇ ਵਿੱਚ ਉਹ ਯੋਗਦਾਨ ਵੀ ਪਾਉਂਦੇ ਨੇ, ਹਰ ਥਾਂ ਦੇ ਉੱਤੇ ਟੈਕਸ ਪੇ ਵੀ ਕਰਦੇ ਨੇ। ਪਰ ਅੱਜ ਸੰਕਟ ਦੀ ਘੜੀ ਦੇ ਵਿੱਚ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੇ ਨੇ। ਉਹ ਉਮੀਦ ਕਰਦੇ ਸੀ ਕਿ ਨਿਊਜ਼ੀਲੈਂਡ ਦੀ ਸਰਕਾਰ ਉਹਨਾਂ ਦੇ ਨਾਲ ਖੜੀ ਹੋਵੇਗੀ, ਪਰ ਜਸਿੰਡਾ ਆਰਡਨ ਨੂੰ ਵੀ ਹੁਣ ਚਾਹੀਦਾ ਹੈਗਾ ਕਿ ਇਹਨਾਂ ਲੋਕਾਂ ਨੂੰ ਛੇਤੀ ਤੋਂ ਛੇਤੀ ਕੱਢਿਆ ਜਾਵੇ, ਕਿਉਂਕਿ ਮਨੁੱਖਤਾ ਦੇ ਨਾਮ ਦੇ ਉੱਤੇ ਇਹਨਾਂ ਨੂੰ ਕੱਢਿਆ ਜਾਣਾ ਚਾਹੀਦਾ ਹੈ। ਤੇ ਟਰੂਡੋ ਸਰਕਾਰ ਜਿਹੜੀ ਕੈਨੇਡਾ ਦੀ ਹੈਗੀ ਆ, ਅਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਹਾਂ, ਜਿਹੜੇ ਕੈਨੇਡੀਅਨ ਵੀ ਇੱਥੇ ਸਟਕ ਹੋਏ ਨੇ, ਤੇ ਇਟਾਲੀਅਨ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਜਿਹੜੇ ਇਟਲੀ ਦੇ ਲੋਕ ਇੱਥੇ ਸਟਕ ਹੋਏ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਕੱਢਿਆ ਜਾਵੇ, ਤਾਂ ਜਿਹੜੇ ਪਰਿਵਾਰ ਹੈਗੇ ਨੇ ਇੱਕ ਸੰਕਟ ਦੀ ਘੜੀ ਵਿੱਚ ਇਕਜੁੱਟ ਹੋ ਸਕਣ ਤੇ ਉਹਨਾਂ ਨੂੰ ਆਪਣਾ ਜਿਹੜਾ ਫਿਊਚਰ ਹੁਣ ਧੁੰਦਲਾ ਨਜ਼ਰ ਆ ਰਿਹਾ, ਉਹਨਾਂ ਨੂੰ ਆਪਣਾ ਸੁਨਹਿਰੀ ਭਵਿੱਖ ਵੀ ਨਜ਼ਰ ਆਏ। ਫਿਲਹਾਲ ਕੈਮਰਾਮੈਨ ਵੇਦਰਾਮ ਦੇ ਨਾਲ ਮੈਨੂੰ ਅਮਨ ਮੋਹਨ ਮੁਜਾਲ ਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।